जय। अब किस कृपा की जय, अब किस कृपा की जय, अब किस कृपा की जय। बहुत फेर पाए कृपन को, बहुत फेर पाए कृपन को। अब किस कृपा की जय, अब किस कृपा की जय, अब किस कृपा की जय, अब किस कृपा की जय। बहुत फेर पाए कृपन को, बहुत फेर पाए कृपन को। अब किस कृपा की जय, अब किस कृपा की जय, अब किस कृपा की जय, अब किस कृपा की जय। ओहो दयाल दर्शन दे हो अपना, ऐसी बख्श करी जय। ओहो दयाल दर्शन दे हो अपना, ऐसी बख्श करी जय। बहुत फेर पाए कृपन को, बहुत फेर पाए कृपन को। अब किस कृपा की जय, अब किस कृपा की जय, अब किस कृपा की जय, अब किस कृपा की जय। हम पीखक पे खारी तेरे, तू निज पत है दाता। हम पीखक पे खारी तेरे, तू निज पत है दाता। हो दयाल नाम दे हो मंगत जन को, सदा रहो रंग राता। हो दयाल नाम दे हो मंगत जन को, सदा रहो रंग राता। बहुत फेर पाए कृपन को, बहुत फेर पाए कृपन को। अब किस कृपा की जय, अब किस कृपा की जय, अब किस कृपा की जय, अब किस कृपा की जय। बलिहारे जाओ साचे तेरे नाम विटो। हाँ बलिहारे जाओ साचे तेरे नाम विटो। कारण कारण सब ना काए को, अवर न दूजा कोई।
बहुत फेर पाए कृपन को, अब किस कृपा कीजै, अब किस कृपा कीजै, अब किस कृपा कीजै, अब किस कृपा कीजै। पढ़त नानक परम पट खूले, गुर प्रसादी जानिया। पढ़त नानक परम पट खूले, गुर पर। गगन दमामा वाज्यो पर्यो निशाने काव, खेत जो मांड्यो सूरमा अब जूझन को दाव। सूरा सो पहचानिए जो लरे दीन के हेत, पुरजा पुरजा कट भरे कबू ना छाडे खेत। सम्मत नानकशाही 552, 18 विसाख और 29 अप्रैल 2020 ਦਾ ਦਿਨ ਹੈ ਜੀ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਸਵਾਗਤ ਹੈ। ਮੈਂ ਮਨਵੀਰ ਸਿੰਘ ਆਪ ਜੀ ਦਾ ਸਵਾਗਤ ਕਰਦਾ ਔਰ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਅਸੀਂ ਆਪ ਜੀ ਤੱਕ ਲੈ ਕੇ ਆਏ ਹਾਂ ਜੀ। ਉਹਦੀ ਵਜ੍ਹਾ ਇਹ ਹੈ ਕਿ ਅੱਜ 29 ਅਪ੍ਰੈਲ 2020 ਦਾ ਦਿਨ ਹੈ। ਅੱਜ ਤੋਂ ਠੀਕ 34 ਸਾਲ ਪਹਿਲਾਂ ਸਰਬੱਤ ਖਾਲਸਾ ਜਿਹੜਾ 26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ਦੇ ਹਿੰਦ ਹਕੂਮਤ ਵੱਲੋਂ ਢਾਏ ਢੇਰੀ ਕੀਤੇ ਜਾਣ ਤੋਂ ਬਾਅਦ ਹੋਂਦ ਦੇ ਵਿੱਚ ਆਇਆ। ਉਸ ਸਰਬੱਤ ਖਾਲਸਾ ਨੇ ਫਿਰ ਸਿੱਖ ਕੌਮ ਦੀ ਜਿਹੜੀ ਬਾਗਡੋਰ ਸੀ, ਸਿੱਖ ਕੌਮ ਦੇ ਨਿਸ਼ਾਨੇ, ਸਿੱਖ ਕੌਮ ਦੇ ਜੋ ਕੰਮਕਾਜ ਸਨ, ਸਿੱਖ ਕੌਮ ਦੇ ਭਵਿੱਖ ਦੀ ਨਿਸ਼ਾਨਦੇਹੀ ਜਿਹੜੀ ਕਰਨ ਦੇ ਲਈ ਇੱਕ 5 ਮੈਂਬਰੀ ਪੰਥਕ ਕਮੇਟੀ ਦਾ ਐਲਾਨ ਕੀਤਾ ਸੀ, ਜਿਸ ਕਮੇਟੀ ਦਾ ਕੰਮ ਸੀ ਕਿ ਸਿੱਖ ਕੌਮ ਨੂੰ ਅਗਾਂਹ ਜਿਹੜੇ ਸਿੱਖ ਕੌਮ ਦੇ ਨਿਸ਼ਾਨੇ ਨੇ ਗੁਰੂ ਆਸ਼ੇ ਅਨੁਸਾਰ ਉਹਨਾਂ ਨੂੰ ਸੇਧ ਦੇਣਾ। ਸੋ ਉਸ ਕਮੇਟੀ ਨੇ ਫਿਰ 29 ਅਪ੍ਰੈਲ ਯਾਨੀ ਕਿ ਅੱਜ ਦੇ ਦਿਨ 1986 ਨੂੰ ਸਿੱਖ ਕੌਮ ਦਾ ਜਿਹੜਾ ਭਵਿੱਖ ਆ ਉਹ ਨਿਰਧਾਰਿਤ ਕੀਤਾ ਔਰ ਉਸ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਐਲਾਨ ਕੀਤਾ ਉਹ ਡੈਕਲੇਰੇਸ਼ਨ ਆਫ ਖਾਲਿਸਤਾਨ ਦਾ ਐਲਾਨ ਕਰਤਾ ਕਿ ਅੱਜ ਤੋਂ ਖਾਲਿਸਤਾਨ ਇੱਕ ਸੁਤੰਤਰ ਦੇਸ਼ ਹੈ ਔਰ ਇਸ ਦੀਆਂ ਆਪਣੀਆਂ ਸੀਮਾਵਾਂ ਨੇ। ਔਰ ਉਹਨਾਂ ਨੇ ਹੋਰ ਵੀ ਦੁਨੀਆ ਭਰ ਦੇ ਮੁਲਕਾਂ ਨੂੰ ਜਿਹੜੀ ਇਹ ਬੇਨਤੀ ਕੀਤੀ ਸੀ ਕਿ ਸਾਡਾ ਇਸ ਸੰਘਰਸ਼ ਦੇ ਵਿੱਚ ਸਾਥ ਦਿਓ ਔਰ ਉਹਨਾਂ ਨੇ ਸੱਦਾ ਦਿੱਤਾ ਸੀ ਹਿੰਦੁਸਤਾਨ ਦੀ ਗਵਰਨਮੈਂਟ ਨੂੰ। ਮੈਂ ਇੱਥੇ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਹੋਰ ਜਿਹੜੇ ਬਾਹਰੀ ਮੁਲਕ ਸਨ ਜਿਨ੍ਹਾਂ ਦੀ ਜਿਹੜੀ ਸੂਚੀ ਲੰਮੀ ਹੈ ਉਹ ਆਉਣ ਵਾਲੇ ਜਿਹੜੇ ਜਿਵੇਂ ਇਹ ਪ੍ਰੋਗਰਾਮ ਅੱਗੇ ਵਧੇਗਾ ਅਸੀਂ ਤੁਹਾਨੂੰ ਉਹ ਸੂਚੀ ਵੀ ਸਾਂਝੀ ਕਰਾਂਗੇ। ਔਰ ਉਸ ਤੋਂ ਇਲਾਵਾ ਉਹਨਾਂ ਮੁਲਕਾਂ ਨੂੰ ਬੇਨਤੀ ਕੀਤੀ ਗਈ ਔਰ ਭਾਰਤ ਦੀ ਸਰਕਾਰ ਨੂੰ ਜਿਹੜੀ ਓਕੂਪਾਈਡ ਸੀ ਉਸ ਟਾਈਮ ਪੰਜਾਬ ਦੇ ਉੱਤੇ ਜਿਨ੍ਹਾਂ ਨੇ ਕਬਜ਼ਾ ਕੀਤਾ ਹੋਇਆ ਸੀ, ਅੱਜ ਵੀ ਕੀਤਾ ਹੋਇਆ, ਅਸੀਂ ਸਟਿਲ ਆਜ਼ਾਦੀ ਲਈ ਜੂਝ ਰਹੇ ਹਾਂ। ਸੋ ਉਸ ਸਰਕਾਰ ਨੂੰ ਉਹਨਾਂ ਨੇ ਇੱਕ ਸਲਾਹ ਦਿੱਤੀ ਸੀ ਕਿ ਤੁਸੀਂ ਆਓ ਪਹਿਲ ਕਦਮੀ ਕਰੋ ਕਿ ਬਿਨਾਂ ਖੂਨ ਖਰਾਬੇ ਦੇ ਅਸੀਂ ਇਹ ਜਿਹੜੀ ਗੱਲ ਆ ਸਿੱਖ ਕੌਮ ਨੇ ਆਪਣੀ ਆਜ਼ਾਦੀ ਡਿਕਲੇਅਰ ਕੀਤੀ ਹੈ। ਸੋ ਇਹਦੀਆਂ ਜਿਹੜੀਆਂ ਸੰਭਾਵਨਾਵਾਂ ਨੇ, ਰਿਐਲਿਟੀਜ਼ ਨੇ, ਇਹਦੀਆਂ ਹੱਦਾਂ ਕਿੱਥੇ ਤੱਕ ਹੋਣਗੀਆਂ ਜਾਂ ਜੋ ਵੀ ਜਿਹੜੀ ਗੱਲਬਾਤ ਦੋ ਮੁਲਕਾਂ ਦੇ ਵਿੱਚ, ਦੋ ਤਾਕਤਾਂ ਦੇ ਵਿੱਚ ਟੇਬਲ ਤੇ ਹੋ ਕੇ ਜਿਹੜੀ ਟੇਬਲ ਤੇ ਬੈਠ ਕੇ ਹੁੰਦੀ ਆ ਉਹ ਗੱਲਬਾਤ ਨੂੰ ਅੱਗੇ ਵਧਾਇਆ ਜਾਵੇ। ਪਰ ਹਿੰਦੁਸਤਾਨ ਦੀ ਹਕੂਮਤ ਨੇ ਉਸ ਪੇਸ਼ਕਸ਼ ਵੱਲ ਕੋਈ ਤਵੱਜੋ ਨਹੀਂ ਦਿੱਤੀ, ਪਰ ਉਹਨਾਂ ਨੇ ਫਿਰ ਆਪਰੇਸ਼ਨ ਜਿਹੜਾ ਵੁੱਡਰੋਜ਼ ਹੈ ਉਹ ਸ਼ੁਰੂ ਕਰ ਦਿੱਤਾ ਔਰ ਆਪਰੇਸ਼ਨ ਵੁੱਡਰੋਜ਼ ਦੇ ਤਹਿਤ ਜਿਹੜਾ ਉਹਨਾਂ ਨੇ ਫਿਰ ਜੋ ਜ਼ੁਲਮ ਦੀ ਇੰਤਹਾ ਉਸ ਹਿੰਦ ਹਕੂਮਤ ਵੱਲੋਂ ਸਿੱਖ ਕੌਮ ਦੇ ਉੱਤੇ ਢਾਈ ਗਈ, ਪੰਜਾਬ ਦੇ ਉੱਤੇ ਢਾਈ ਗਈ, ਉਸ ਤੋਂ ਆਪਾਂ ਬਖੂਬੀ ਜਾਣੂ ਆ। ਔਰ ਸਾਡੇ ਯੋਧਿਆਂ ਨੇ ਵੀ ਖਾਲਸੇ ਦਾ ਜਿਹੜਾ ਵਚਨ ਸੀ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ ਦੇ ਅਧੀਨ ਆਪਣੀਆਂ ਜਿਹੜੀਆਂ 1.5 ਲੱਖ ਤੋਂ ਵੱਧ ਸਿੰਘਾਂ ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ। ਉਹਨਾਂ ਦਾ ਖੁਆਬ ਇੱਕੋ ਹੀ ਸੀ ਕਿ ਜਿਹੜੀ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੀ ਵਸੀਅਤ ਸੀ, ਆਖਰੀ ਬੋਲ ਸਨ ਕਿ ਜਿਸ ਦਿਨ ਹਿੰਦੁਸਤਾਨ ਦੀ ਨਾਪਾਕ ਫੌਜ ਦੇ ਪੈਰ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਪਏ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਸ਼ਹੀਦਾਂ ਨੇ ਜਿਸ ਜ਼ਬਰ ਦਾ ਮੁਕਾਬਲਾ ਕਰਦਿਆਂ ਉਸ ਹਿੰਦ ਹਕੂਮਤ ਤੇ ਉਹਦੀਆਂ ਸਹਿਯੋਗੀ ਧਿਰਾਂ ਨੂੰ, ਜਿਨ੍ਹਾਂ ਦਾ ਅਸੀਂ ਵੇਰਵਾ ਅੱਗੇ ਚੱਲ ਕੇ ਦੇਵਾਂਗੇ, ਉਹਨਾਂ ਨੂੰ ਜਿਹੜਾ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਉੱਥੇ ਸ਼ਹਾਦਤਾਂ ਦਿੱਤੀਆਂ। ਪਰ 72 ਘੰਟੇ
ਉਸ ਹਦੂਦ ਦੇ ਵਿੱਚ, ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਉਹਨਾਂ ਨੂੰ ਪੈਰ ਨਹੀਂ ਰੱਖਣ ਦਿੱਤਾ। ਸੋ ਉਹਨਾਂ ਸਿੰਘਾਂ ਸਿੰਘਣੀਆਂ ਦੀ, ਸ਼ਹੀਦਾਂ ਦੀ ਜਿਹੜੀ ਵਸੀਅਤ ਹੈ ਉਹਦੇ ਤੇ ਪਹਿਰਾ ਦਿੰਦਿਆਂ ਫਿਰ 1.5 ਲੱਖ ਤੋਂ ਵੱਧ ਸਿੰਘਾਂ ਸਿੰਘਣੀਆਂ ਨੇ ਜਿਹੜਾ ਮਿੱਥਿਆ ਗਿਆ ਕੌਮੀ ਨਿਸ਼ਾਨਾ ਖਾਲਿਸਤਾਨ, ਉਸ ਦੇ ਐਲਾਨ ਤੋਂ ਬਾਅਦ ਉਸ ਦੀ ਆਜ਼ਾਦੀ ਦੇ ਲਈ ਆਪਣੀ ਸਿਰ ਧੜ ਦੀ ਬਾਜੀ ਲਈ ਔਰ ਕੁਰਬਾਨੀਆਂ ਦਿੱਤੀਆਂ। ਸੋ ਇਸੇ ਕੜੀ ਦੇ ਵਿੱਚ ਅਸੀਂ ਵੱਖ-ਵੱਖ ਸਾਡੇ ਨਾਲ ਜਿਹੜੇ ਬੁਲਾਰੇ, ਸਕਾਲਰ, ਪੰਥਕ ਲੀਡਰ, ਐਕਟਿਵਿਸਟ ਜੁੜਨਗੇ, ਉਹਨਾਂ ਦੇ ਨਾਲ ਆਪਾਂ ਇਸੇ ਤਰ੍ਹਾਂ ਜਿਹੜੀ ਗੱਲਬਾਤ ਆ ਉਹ ਜਾਰੀ ਰੱਖਾਂਗੇ। ਔਰ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ ਡਾਕਟਰ ਸੋਲੋਮਨ ਨਾਜ਼। ਡਾਕਟਰ ਸੋਲੋਮਨ ਨਾਜ਼ ਜਿਹੜੇ ਨੇ ਉਹ ਰਿਟਾਇਰਡ ਪਾਸਟਰ ਨੇ, ਹਿਸਟੋਰੀਅਨ ਨੇ ਔਰ ਸਕਾਲਰ ਨੇ। ਇਸ ਜਿਹੜੀ ਹਿਊਮਨ ਰਾਈਟਸ ਦੀ ਗੱਲਬਾਤ ਆ ਔਰ ਹਿੰਦੁਸਤਾਨ ਦੇ ਉਸ ਸਬ ਕੰਟੀਨੈਂਟ ਨੂੰ, ਸਾਊਥ ਏਸ਼ੀਆ ਦੇ ਉਸ ਸਬ ਕੰਟੀਨੈਂਟ ਨੂੰ, ਉੱਥੋਂ ਦੀਆਂ ਮੁਸ਼ਕਲਾਂ ਨੂੰ ਬਖੂਬੀ ਜਾਣਦੇ ਨੇ। ਸੋ ਉਹਨਾਂ ਦੇ ਵਿਚਾਰ ਤੁਸੀਂ ਸਰਵਣ ਕਰੋ ਜੀ। ਜੀ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਬੜਾ ਮੈਂ ਸੁਭਾਗਿਆ ਸਮਝਦਾ ਆਪਣਾ ਕਿ ਅੱਜ ਅਸੀਂ ਥੋੜੇ ਜਿਹੇ ਰਿਕਾਰਡਿੰਗ ਦੇ ਵਿੱਚ ਉਸ ਐਲਾਨਨਾਮੇ ਦੀ ਗੱਲ ਕਰਨੀ ਹੈ ਜਿਹੜੀ ਖਾਲਸਾ ਨੇ 1984 ਦੇ ਘੱਲੂਘਾਰੇ ਦੇ ਬਾਅਦ ਜੋ ਕੁਝ ਵੀ ਹੋਇਆ ਉਹਦੇ ਬਾਅਦ ਇਹ ਐਲਾਨਨਾਮਾ ਕੀਤਾ ਸੀ ਕਿ ਖਾਲਿਸਤਾਨ ਦੀ ਕੀ ਇੰਪੋਰਟੈਂਸ ਹੈ ਤਾਂ ਔਰ ਕੀ ਸਾਨੂੰ ਕਰਨਾ ਚਾਹੀਦਾ। ਤੇ ਇਸ ਐਲਾਨਨਾਮੇ ਦਾ ਸਭ ਤੋਂ ਵੱਡਾ ਕੰਮ ਜਿਹੜਾ ਸੀ ਉਹ ਇਹ ਸੀ ਉਹਦੀ ਧਾਰਾ ਕਿ ਸਵਾਏ ਖਾਲਿਸਤਾਨ ਦੇ ਸਿੱਖ ਕੌਮ ਦਾ ਕੋਈ ਹੋਰ ਮਸਲਾ ਹੀ ਨਹੀਂ ਰਹਿ ਜਾਂਦਾ, ਬਗੈਰ ਉਹਦੇ ਸਾਡਾ ਕੋਈ ਹੱਲ ਨਹੀਂ ਹੈ। ਹਾਲਾਤ ਇਹ ਹੋਈ ਆ ਕਿ ਬਾਰ-ਬਾਰ ਇਸ ਤਰ੍ਹਾਂ ਜੋ ਹੋਇਆ ਹੈ, ਸਿੱਖ ਕੌਮ ਨਾਲ ਐਡੀ ਗੱਦਾਰੀ ਹੋਈ ਆ। ਮੈਂ ਸੋਚਦਾ ਕਿ 1947 ਦੇ ਵਿੱਚ ਵੀ ਜਦੋਂ ਹਿੰਦੁਸਤਾਨ ਦੀ ਵੰਡ ਹੋਈ ਆ ਤੇ ਉਦੋਂ ਸਿੱਖ ਕੌਮ ਦੀ ਬਾਬਤ ਕੁਝ ਨਹੀਂ ਕੀਤਾ ਗਿਆ, ਕੁਝ ਨਹੀਂ ਵਿਚਾਰਿਆ ਗਿਆ। ਉਹਨਾਂ ਦੀ ਬਾਬਤ ਇਹ ਲਾ ਲਿਆ ਗਿਆ, ਇਹ ਹਿੰਦੂਤਵਾ ਦੇ ਸਿਚੁਏਸ਼ਨ 'ਚ ਆ ਕੇ ਜਵਾਹਰ ਲਾਲ ਨਹਿਰੂ ਦਾ ਤੇ ਗਾਂਧੀ ਦਾ ਬੜਾ ਵੱਡਾ ਹੱਥ ਸੀ ਇਹਦੇ 'ਚ। ਹਾਲਾਂਕਿ ਮਾਊਂਟ ਬੈਟਨ ਦਾ ਐਲਾਨ ਸੀ ਕਿ ਇਹ ਪਹਿਲੋਂ ਫੈਸਲਾ ਕੀਤਾ ਜਾਏ ਕਿ ਸਿੱਖਾਂ ਨੂੰ ਕੀ ਦੇਣਾ ਤੇ ਸਿੱਖ ਜਿਹੜੇ ਆ ਉਹ ਕਿਹੜੀ ਸਾਈਡ ਵੱਲ ਹੈ, ਕੀ ਉਹ ਪਾਕਿਸਤਾਨ ਵਿੱਚ ਰਹਿਣਗੇ, ਕੀ ਉਹ ਹਿੰਦੁਸਤਾਨ ਵਿੱਚ ਰਹਿਣਗੇ, ਔਰ ਉਹਨਾਂ ਦੇ ਮੁਲਕ ਦੀ, ਉਹਨਾਂ ਦੀ ਸੈਲਫ ਡਿਟਰਮੀਨੇਸ਼ਨ ਜਿਹੜੀ ਆ ਉਹ ਕਿਵੇਂ ਕੀਤੀ ਜਾਏ। ਪਰ ਨਹਿਰੂ ਦੇ ਕਹਿਣ ਤੇ ਗਾਂਧੀ ਦੇ ਕਹਿਣ ਤੇ ਉਹਨਾਂ ਨੇ ਵੀ ਜਿਹੜੀ ਉਸ ਵੇਲੇ ਦੀ ਲੀਡਰਸ਼ਿਪ ਸੀ ਮਾਸਟਰ ਤਾਰਾ ਸਿੰਘ ਹੋਰਾਂ ਦੀ, ਉਹਨਾਂ ਨੇ ਇਹ ਮੰਨਿਆ ਕਿ ਅਸੀਂ ਹਿੰਦੂਆਂ ਦੇ ਨਾਲ ਰਹਿਣਾ। ਉਹਦਾ ਰਿਜ਼ਲਟ ਇਹ ਹੋਇਆ ਕਿ ਇਹ ਸਭ ਤੋਂ ਵੱਡਾ ਸਿੱਖਾਂ ਦੇ ਨਾਲ ਵਿਦਰੋਹ ਸੀ ਤੇ ਜਿਹਦੇ ਵਿੱਚ ਉਹਨਾਂ ਨੂੰ ਮੁਲਕ ਦੇ ਵਿੱਚੋਂ ਕੁਝ ਨਹੀਂ ਦਿੱਤਾ ਗਿਆ। ਅੱਜ ਜੇ ਮੈਨੂੰ ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਖਾਲਿਸਤਾਨ ਕਿਵੇਂ ਬਣ ਸਕਦਾ, ਤੇ ਮੈਂ ਉਹਦਾ ਇੱਕ ਜਵਾਬ ਦਿੰਦਾ ਕਿ ਕੀ ਹਿੰਦੁਸਤਾਨ ਜਦੋਂ ਧਰਮ ਦੇ ਲਿਹਾਜ਼ ਤੇ ਪਹਿਲੋਂ ਵੰਡਿਆ ਜਾ ਸਕਦਾ ਤੇ ਮੁੜ ਕੇ ਜਿਸ ਕੌਮ ਦੇ ਉੱਤੇ ਏਡਾ ਵੱਡਾ ਜ਼ੁਲਮ ਹੋਇਆ, ਮਿਸਾਲ ਦੇ ਤੌਰ ਤੇ ਪੰਜਾਬ ਦੇ ਵਿੱਚ ਹੀ ਉਹਨੂੰ ਵੰਡਿਆ ਗਿਆ ਤੇ ਪੰਜਾਬ ਦੇ ਟੋਟੇ ਕੀਤੇ ਗਏ ਤੇ ਸਿੱਖ ਕੌਮ ਦਾ ਕੋਈ ਇਹ ਫੈਸਲਾ ਨਾ ਹੋ ਸਕਿਆ ਕਿ ਸਿੱਖ ਕੌਮ ਕਿੱਥੇ ਬਿਲੋਂਗ ਕਰਦੀ ਹੈ। ਤੇ ਕੀ ਉਸ ਵੇਲੇ ਜੇ ਸਾਰੇ ਪੰਜਾਬ ਨੂੰ ਵੰਡਿਆ ਜਾ ਸਕਦਾ ਧਰਮ ਦੀ ਬਣਾ ਦੇ ਉੱਤੇ, ਤੇ ਕੀ ਇਹ ਨਹੀਂ ਹੋ ਸਕਦਾ ਕਿ ਖਾਲਿਸਤਾਨ ਦੇ ਲੋਕਾਂ ਨੂੰ ਵੀ ਇਹ ਡਿਟਰਮਿਨ ਕੀਤਾ ਜਾਏ ਕਿ ਉਹ ਕਿੱਥੇ ਰਹਿੰਦੇ। ਮੈਂ ਮਿਸਾਲ ਦੇ ਤੌਰ ਤੇ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਖਾਲਿਸਤਾਨ ਕੋਈ ਡਰਾਉਣ ਵਾਲੀ ਚੀਜ਼ ਨਹੀਂ ਹੈ। ਖਾਲਿਸਤਾਨ ਇੱਕ ਕਨਸੈਪਟ ਹੈ ਕਿ ਇੱਕ ਕੌਮ ਦੀ ਜਿਹੜੀ ਸੈਲਫ ਡਿਟਰਮੀਨੇਸ਼ਨ ਹੈ ਉਹ ਕਿਵੇਂ ਕੀਤੀ ਜਾਏ ਤੇ ਉਹਨਾਂ ਦਾ ਹੱਕ ਜਿਹੜਾ ਉਹਨਾਂ ਨੂੰ ਕਿਵੇਂ ਦਿੱਤਾ ਜਾਏ। ਹੁਣ ਜਦੋਂ ਐਲਾਨਨਾਮਾ 1987 ਦੇ ਵਿੱਚ, ਮੇਰੇ ਖਿਆਲ ਕਿ 86 ਦੇ ਵਿੱਚ ਹੋਇਆ ਤੇ ਉਦੋਂ ਇਹੀ ਮੰਨਿਆ ਗਿਆ ਸੀ ਕਿ ਸਾਰੇ ਸਿੰਘਾਂ ਨੇ, 5 ਸਿੰਘਾਂ ਨੇ ਇਹ ਰਲ ਕੇ ਫੈਸਲਾ ਕੀਤਾ ਸੀ ਕਿ ਅੱਜ ਤੋਂ ਅਸੀਂ ਸਾਰੀ ਕੌਮ ਇੱਕ ਥਾਂ ਬੈਠ ਕੇ ਇਹ ਫੈਸਲਾ ਕਰਦੇ ਹਾਂ ਕਿ ਸਿੱਖ ਕੌਮ ਸੈਲਫ ਡਿਟਰਮੀਨੇਸ਼ਨ ਲਈ ਆਪਣੇ ਆਪ ਦੇ ਖਾਲਿਸਤਾਨੀ ਅਲੱਗ ਸਟੇਟ ਲਈ ਐਲਾਨ ਕਰੇ। ਮੇਰਾ ਹੁਣ ਇੱਕ ਸਵਾਲ ਪੈਦਾ ਹੁੰਦਾ, ਉਹ ਇਹ ਆ ਕਿ ਜੇ ਖਾਲਸਾ ਦਰਬਾਰ ਜਿਹੜਾ ਹੈਗਾ ਸਿੱਖ ਦੀ ਸਭ ਤੋਂ ਵੱਡੀ ਸੁਪਰੀਮ ਪਾਵਰ ਆ, ਤੇ ਜੇ ਉਹਨਾਂ ਦਾ ਇਹ ਫੈਸਲਾ ਹੋ ਚੁੱਕਿਆ ਤੇ ਸਿੱਖ ਕੌਮ ਹੁਣ ਜਿਹੜੀ ਇਹਦੇ ਤੋਂ ਪਰਾਂ ਹਟਦੀ ਆ, ਜਾਂ ਜਿਹੜੀ ਬਾਕੀ ਬਾਗੀ ਲੋਕ ਆ ਉਹਨਾਂ ਨਾਲ, ਜਾਂ ਕਾਂਗਰਸ ਦੇ ਨਾਲ, ਜਾਂ ਅਕਾਲੀਆਂ ਪਾਰਟੀਆਂ ਨਾਲ ਰਲ ਕੇ ਜਿਹੜੀ ਸਿੱਖ ਕੌਮ ਨੂੰ ਧੋਖਾਧੜੀ ਹੋ ਰਹੀ ਆ ਉਹਦੇ ਵਿੱਚ ਹਿੱਸਾ ਪਾਉਂਦੀ ਆ, ਤੇ ਮੈਂ ਸੋਚਦਾ ਕਿ ਇਹ ਉਸ ਸਿੱਖ ਸੁਪਰੀਮ ਪਾਵਰ ਦੇ ਖਿਲਾਫ ਇੱਕ ਝੰਡਾ ਬਰਦਾਰੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ। ਤੇ ਸਿੱਖ ਕੌਮ ਅੱਜ ਇਸ ਗੱਲ ਦੇ ਉੱਤੇ ਆਪਣਾ ਫੈਸਲਾ ਲਵੇ ਕਿ ਅੱਜ ਉਹਨਾਂ ਨੂੰ ਕੋਈ ਹੱਕ ਨਹੀਂ ਮਿਲ ਸਕਦਾ, ਅੱਜ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਰਵਾਇਤ ਜਾਂ ਉਹਨਾਂ ਦੇ ਨਾਲ ਕੋਈ ਵੀ ਕਿਸੇ ਕਿਸਮ ਦਾ ਫੈਸਲਾ ਜਿਹੜਾ ਉਹਨਾਂ ਦੇ ਹੱਕ ਵਿੱਚ ਹੋਵੇ ਉਹ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਸਿੱਖ ਕੌਮ ਨੂੰ ਆਪਣੀ
ਇੱਕ ਅਲੱਗ ਸਟੇਟ ਨਹੀਂ ਮਿਲਦੀ। ਤੇ ਜੇ ਦੂਜੀ ਚੀਜ਼ ਦੀ ਦਲੀਲ ਇਹ ਵੀ ਹੈ ਕਿ ਜੇ ਉਦੋਂ ਮੁਸਲਮਾਨ ਅਲੱਗ ਹੋ ਸਕਦੇ ਸੀ, ਉਦੋਂ ਜੇ ਅੱਜ ਵੀ ਅਸੀਂ ਦੇਖਦੇ ਕਿ ਨਾਗਾਲੈਂਡ ਅਲੱਗ ਆਪਣੀ ਸਟੇਟ ਮੰਗਦਾ ਸੀ, ਤੇ ਆਪਣੇ ਸਾਊਥ ਦੇ ਵਿੱਚ ਵੀ ਜਿਹੜੇ ਹੈਗੇ ਆ ਤਾਮਿਲਨਾਡੂ ਆਪਣੀ ਸਟੇਟ ਮੰਨਦੇ, ਤੇ ਸਿੱਖ ਜਿਹੜੇ ਆ ਉਹ ਕਿਉਂ ਨਹੀਂ ਆਪਣੀ ਸਟੇਟ ਲੈ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हम पातशाही सतगुर देई हन्ने हन्ने थां है, ज्यों ज्यों बहे जमीन मल त्यों त्यों तख्त बनाए। ਹੁਣ ਇੱਥੇ ਸਵਾਲ ਪੈਦਾ ਹੁੰਦਾ, ਕਈ ਵੀਰਾਂ ਦਾ ਇਹ ਸਵਾਲ ਆ ਕਿ ਜੇਕਰ ਹਿੰਦੁਸਤਾਨ ਦੀ ਹਕੂਮਤ 1984 ਦੇ ਵਿੱਚ, ਜੂਨ 1984 ਦੇ ਵਿੱਚ ਜੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਕੇ ਉਸ ਨੂੰ ਢਹਿ ਢੇਰੀ ਨਾ ਕਰਦੀ, ਸਾਡੀ ਨਸਲਕੁਸ਼ੀ ਆ ਜਿਹੜੀ ਜਿਹਦੇ ਚ 1.5 ਲੱਖ ਸਿੰਘ ਸਿੰਘਣੀਆਂ ਸ਼ਹੀਦ ਹੋਏ ਨੇ, ਜੇ ਉਹ ਨਾ ਕਰਦੀ, ਕੀ ਸਾਨੂੰ ਖਾਲਿਸਤਾਨ ਦੀ ਲੋੜ ਨਹੀਂ ਸੀ? ਜਵਾਬ ਹੈ ਬਿਲਕੁਲ ਸੀ। ਸਾਨੂੰ ਖਾਲਿਸਤਾਨ ਦੀ ਜਿਹੜੀ ਲੋੜ ਹੈ ਉਹ ਅਸੀਂ ਇਤਿਹਾਸਕ ਘਟਨਾਵਾਂ ਜਦੋਂ ਵੇਖਦੇ ਆ ਤੇ ਸਾਨੂੰ ਸਮਝ ਆਉਂਦੀ ਆ ਜਿਹੜਾ ਮੈਂ ਜਿਹੜੇ ਇਹ ਲਫ਼ਜ਼ ਵਰਤੇ ਨੇ, ਕਿਉਂਕਿ ਸਾਡਾ ਇਹ ਖਾਲਸਾ ਰਾਜ ਦਾ ਜਿਹੜਾ ਸੁਪਨਾ ਹੈ ਉਹ ਪਹਿਲੀ ਵਾਰ ਨਹੀਂ ਹੈ। ਅਸੀਂ ਦੁਨੀਆ ਦਾ ਸਭ ਤੋਂ ਬਿਹਤਰੀਨ ਤੇ ਸਭ ਤੋਂ ਲੰਬਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦੇ ਪ੍ਰਬੰਧ ਦੇ ਵਿੱਚ ਦੇ ਚੁੱਕੇ ਆ। ਉਸ ਤੋਂ ਪਹਿਲਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਜਦੋਂ ਖਾਲਸਾ ਰਾਜ ਕਾਇਮ ਕੀਤਾ, ਉਦੋਂ ਸਭ ਤੋਂ ਪਹਿਲਾ ਐਲਾਨ ਇਹ ਸੀ ਕਿ ਜਿਹੜੇ ਵੀ ਜ਼ਿਮੀਂਦਾਰ ਨੇ, ਜਿਹੜਾ ਕਿਸਾਨ ਜ਼ਮੀਨ ਵਾਹੁੰਦਾ, ਉਸ ਜ਼ਮੀਨ ਦਾ ਮਾਲਕ ਉਹ ਹੈ, ਹੱਕਦਾਰ ਉਹ ਹੈ। ਪਹਿਲੇ ਜਿਹੜਾ ਜ਼ਗੀਰਦਾਰੀ ਸਿਸਟਮ ਸੀ ਉਹਨੂੰ ਖਤਮ ਕੀਤਾ, ਜਿਹੜਾ ਮਜ਼ਦੂਰਾਂ ਦਾ, ਗਰੀਬਾਂ ਦਾ ਘਾਣ ਉਸ ਵਕਤ ਸਟੈਬਲਿਸ਼ਮੈਂਟ ਵੱਲੋਂ ਹੋ ਰਿਹਾ ਸੀ, ਉਸ ਦਾ ਮੁਕੰਮਲ ਸਫਾਇਆ ਕੀਤਾ। ਕਿਸਾਨਾਂ ਨੂੰ ਜਿਹੜਾ ਆ ਉਹ ਜ਼ਮੀਨਾਂ ਦੇ ਮਾਲਕ ਬਣਾਇਆ। ਜੇ ਕੋਈ ਹੋਰ ਕਿਸੇ ਕਿੱਤੇ ਦੇ ਵਿੱਚ ਮਜ਼ਦੂਰ ਜਿਹੜੇ ਸੀ ਉਹਨਾਂ ਨੂੰ ਉਸ ਕਿੱਤੇ ਦੇ ਮਾਲਕ ਬਣਾਇਆ, ਤਾਂ ਜੋ ਇਹ ਜਿਹੜੀ ਗਰੀਬਾਂ ਦੀ ਮਿਹਨਤ ਹੈ, ਜਿਹੜੇ ਮਿਹਨਤਕਸ਼ ਲੋਕਾਂ ਦੀ ਮਿਹਨਤ ਹੈ, ਉਹਦਾ ਜਿਹੜਾ ਫਲ ਆ ਉਹ ਮਿਹਨਤਕਸ਼ ਲੋਕਾਂ ਕੋਲ ਹੀ ਰਵੇ। ਸੋ ਐਸਾ ਸੁਚੱਜਾ ਪ੍ਰਬੰਧ ਆ ਜਿਹੜਾ ਉਹ ਇਤਿਹਾਸ ਦੇ ਵਿੱਚ ਉਸ ਸਮੇਂ ਤੋਂ ਪਹਿਲਾਂ ਕਿਤੇ ਵੀ ਵੇਖਣ ਦੇ ਵਿੱਚ ਨਹੀਂ ਆਇਆ। ਸੋ ਉਸੇ ਲੜੀ ਦੇ ਵਿੱਚ ਰਾਜ, ਚਲੋ ਠੀਕ ਹੈ, ਸਿੱਖਾਂ ਦੇ ਕੋਲ ਪਹਿਲਾ ਰਾਜ ਸੀ, ਗਿਣਤੀ ਵੀ ਇੰਨੀ ਨਹੀਂ ਸੀ। ਬਹੁਤ ਜਲਦ ਅਬਦਾਲੀ ਦੇ ਦੁਆਰਾ ਹਮਲਿਆਂ ਦੇ ਨਾਲ ਉਹ ਰਾਜ ਬਹੁਤ ਦੇਰ ਤੱਕ ਜਿਹੜਾ ਟਿਕੇ ਨਹੀਂ ਰਹਿ ਸਕਿਆ। ਪਰ ਵੇਲੇ ਕੁ ਵੇਲੇ ਜਦੋਂ ਵੀ ਅਬਦਾਲੀ ਜਾਂ ਹੋਰ ਕੋਈ ਧਾੜਵੀ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਰਹੇ ਨੇ, ਇੱਥੋਂ ਦੀ ਸੰਪत्ति ਪੰਜਾਬ ਔਰ ਪੰਜਾਬ ਤੋਂ ਗਾਂ ਹਿੰਦੁਸਤਾਨ, ਸੋਮਨਾਥ ਦੇ ਮੰਦਰਾਂ ਤੱਕ ਉਹ ਜਿਹੜੇ ਪਹੁੰਚਦੇ ਰਹੇ ਨੇ। ਸੋ ਇਸ ਚੀਜ਼ ਦਾ ਇਤਿਹਾਸ ਗਵਾਹ ਹੈ। ਅਸੀਂ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਹਾਂ, ਕੋਈ ਮਨ ਘੜਤ ਗੱਲਾਂ ਨਹੀਂ। ਇਤਿਹਾਸ ਦੇ ਵਿੱਚ ਇਹ ਚੀਜ਼ਾਂ ਦਰਜ ਨੇ। ਸੋ ਸੋਮਨਾਥ ਦੇ ਮੰਦਿਰ ਤੱਕ ਜਦੋਂ ਪਹੁੰਚਦੇ ਰਹੇ ਨੇ, ਜਦੋਂ ਸੋਮਨਾਥ ਦੇ ਮੰਦਿਰ ਦੇ ਦਰਵਾਜ਼ੇ ਉਹਨਾਂ ਧਾੜਵੀਆਂ ਨੇ ਲੈ ਕੇ ਆਉਂਦੇ ਨੇ, ਤਾਂ ਪੰਜਾਬ ਦੇ ਵਿੱਚ ਸਿੰਘਾਂ ਨੇ ਘੇਰ ਕੇ ਉਹ ਦਰਵਾਜ਼ੇ ਖੋਹੇ, ਤੇ ਦਰਵਾਜ਼ੇ ਜਿਹੜੇ ਨੇ ਉਹ ਦਰਸ਼ਨੀ ਡਿਊਟੀ, ਹਰਿਮੰਦਰ ਸਾਹਿਬ ਦੀ ਜਿਹੜੀ ਦਰਸ਼ਨੀ ਡਿਊਟੀ ਆ ਉਹਦੇ ਤੇ ਲੱਗੇ ਹੋਏ ਸਨ। ਇਸ ਚੀਜ਼ ਦਾ ਪ੍ਰਤੀਕ ਸਨ ਕਿ ਸਿੱਖਾਂ ਦੀ ਬਹਾਦਰੀ ਦਾ ਜਿਹੜਾ ਲੋਹਾ ਉਹ ਕਿਸ ਤਰ੍ਹਾਂ ਜਿਹੜਾ ਸਿੱਖਾਂ ਨੇ ਮਨਵਾਇਆ। ਅਫਸੋਸ ਦੀ ਗੱਲ ਹੈ ਕਿ ਅੱਜ ਉਹ ਦਰਵਾਜ਼ੇ ਵੀ ਜਿਹੜੇ ਨੇ, ਜਿਹੜੀ ਇਹ ਖੋਤੀ ਕਾਬਜ ਜਮਾਤ ਹੈ ਸਾਡੇ ਗੁਰਧਾਮਾਂ ਦੇ ਉੱਤੇ, ਸਾਡੀਆਂ ਸੰਸਥਾਵਾਂ ਦੇ ਉੱਤੇ, ਬਾਦਲ ਦਲੀਏ ਨੇ ਜਿਹੜੇ, ਇਹ ਸਾਰਾ ਇਹਨਾਂ ਦਾ ਜਿਹੜਾ ਲਾਣਾ ਇਹ ਹਿੰਦੁਸਤਾਨ ਦੀ ਗੁਲਾਮੀ ਦੇ ਵਿੱਚ ਪੰਥ ਨੂੰ ਬਹੁਤ ਦੇਰ ਤੋਂ ਤਲਾਂਜਲੀ ਦੇ ਚੁੱਕਾ। ਜਿਹੜੇ ਜ਼ਿੰਮੇਵਾਰ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲੇ ਦੇ ਵਿੱਚ, ਉਨੇ ਹੀ ਜ਼ਿੰਮੇਦਾਰ ਨੇ ਜਿੰਨੀ ਭਾਰਤ ਦੀ ਸਟੇਟ ਹੈ। ਇਹ ਸਟੇਟ ਦੇ ਹੱਥ ਠੋਕੇ ਜਿਹੜੇ ਬਣ ਕੇ ਇਹਨਾਂ ਨੇ ਹਮਲਾ ਕਰਾਇਆ। ਸੋ ਮੈਂ ਇਹ ਕਹਿ ਰਿਹਾ ਸੀ ਕਿ ਉਹ ਸੋਮਨਾਥ ਦੇ ਦਰਵਾਜ਼ੇ, ਔਰ ਉਸ ਤੋਂ ਇਲਾਵਾ ਜਿਹੜੀ ਸਿੱਲ ਲਾਲ ਕਿਲੇ ਦੀ, ਜਿਹਦੇ ਉੱਤੇ ਲਾਲ ਕਿਲੇ ਦਾ ਬਾਦਸ਼ਾਹ, ਦਿੱਲੀ ਦਾ ਮੁਗਲ ਬਾਦਸ਼ਾਹ ਬਹਿੰਦਾ ਹੁੰਦਾ ਸੀ, ਉਹ ਵੀ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਉਥੋਂ ਪੱਟ ਕੇ, ਤੇ ਉਹ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਬੁੰਗਾ ਜਿਹੜਾ ਰਾਮਗੜੀਆ ਉਹਦੇ ਵਿੱਚ ਪਿਆ, ਉਹਦੇ ਉੱਤੇ ਹੀ ਜਿਹੜਾ ਮਹਾਰਾਜ ਦਾ ਸਰੂਪ ਆ ਉਹ ਸੁਸ਼ੋਭਿਤ ਹੈ। ਸੋ ਇਹ ਜਿਹੜੀ ਰਾਜ ਦੀ ਗੱਲ ਆ ਸਿੱਖਾਂ ਦੇ ਵਿੱਚ, ਇਹ ਇੱਕ ਅਜਾਏ ਨਹੀਂ ਆਈ। ਇਸ ਦਾ ਜਿਹੜਾ ਸੰਕਲਪ ਹੈ ਉਹ ਬੇਗਮਪੁਰਾ ਖਾਲਸਾ ਰਾਜ ਦੇ ਵਿੱਚ ਹੈ। ਇਸ ਦਾ ਸੰਕਲਪ ਹੈ ਜਦੋਂ ਗੁਰੂ ਨਾਨਕ ਸਾਹਿਬ, ਕਿਉਂਕਿ ਸਿੱਖਾਂ ਨੂੰ ਬਹੁਤ ਲੋਕ ਮਤਾਂ ਦਿੰਦੇ ਨੇ ਕਿ ਇਹਨਾਂ ਨੂੰ ਪੋਲੀਟੀਕਲ ਨਹੀਂ ਹੋਣਾ ਚਾਹੀਦਾ। ਸੋ ਪੋਲਿਟਿਕਸ ਦੀ ਜਿਹੜੀ ਸ਼ੁਰੂਆਤ ਹੈ ਸਾਡੇ ਬਾਬੇ ਗੁਰੂ ਨਾਨਕ ਪਹਿਲੇ ਪਿਤਾ ਨੇ, ਸਿੱਖ ਧਰਮ ਦੇ ਜਿਹੜੇ ਬਾਨੀ ਨੇ, ਸ੍ਰੀ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੇ ਇਹ ਕਹਿ ਕੇ ਰੱਖੀ ਜਦੋਂ ਸਮੇਂ ਦੇ ਬਾਦਸ਼ਾਹ ਨੂੰ ਉਸਦੇ ਘੋੜੇ ਦੀ ਲਗਾਮ ਫੜ ਕੇ ਉਹਨਾਂ ਨੇ ਕਿਹਾ ਕਿ ਪਾਪ ਕੀ ਜਨ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਇਹ ਬਾਬਰ ਨੂੰ ਜਾਬਰ ਕਹਿਣਾ, ਉਸ ਦੀ ਜੰਝ ਨੂੰ ਜਿਹੜਾ ਉਹ ਪਾਪ ਕੀ ਜਨ ਕਹਿ ਕੇ ਸੰਬੋਧਿਤ ਹੋਣਾ, ਇਹ ਬੜੀ ਇਹ ਮੈਂ ਕਹਿੰਦਾ ਇੱਕ ਆਮ ਸ਼ਖਸੀਅਤ ਦੀ ਗੱਲ ਨਹੀਂ ਹੈ। ਕੋਈ ਰੱਬੀ ਨੂਰ ਹੀ ਉਸ ਵਕਤ ਇਹ ਗੱਲ ਕਰ ਸਕਦਾ ਸੀ, ਜਦੋਂ ਸਾਰੇ ਪਾਸੇ ਜਿਹੜਾ ਬੋਲਬਾਲਾ ਸੀ ਉਹ ਉਸ ਬੁਰਸ਼ਾਗਰਦੀ ਦਾ, ਸਰਕਾਰੀ ਤਸ਼ੱਦਦ ਦਾ।
ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਸਾਨੂੰ ਯਾਦ ਕਰਾਉਂਦੀਆਂ ਨੇ। ਉਸ ਤੋਂ ਬਾਅਦ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਸਥਾਪਿਤ ਹੋਣਾ, ਅਕਾਲ ਤਖਤ ਦੀ ਜਿਹੜੀ ਸੁਪਰੀਮ ਅਥਾਰਟੀ ਆ ਉਹਦਾ ਤਖਤ ਸਥਾਪਿਤ ਹੋਣਾ ਉਸ ਖਿੱਤੇ ਦੇ ਵਿੱਚ, ਇਹ ਆਪਣੇ ਆਪ ਦੇ ਵਿੱਚ ਇੱਕ ਰਾਜ ਦੀ ਨਿਸ਼ਾਨੀ ਸੀ। ਇਹ ਜ਼ਿੰਮੇਵਾਰੀ ਸੀ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ, ਮੀਰੀ ਪੀਰੀ ਦੀਆਂ ਦੋ ਤਲਵਾਰਾਂ, ਦੁਮਾਲੇ ਦਾ ਰਿਵਾਜ, ਇਹ ਸਭ ਬਾਦਸ਼ਾਹ ਦੀਆਂ ਨਿਸ਼ਾਨੀਆਂ ਸੀ ਜਿਹੜੀਆਂ ਜਿਹੜੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਬਾਦਸ਼ਾਹਤ ਬਖਸ਼ੀ ਆ। ਸੋ ਉਸ ਤੋਂ ਬਾਅਦ ਜਿਹੜਾ ਰਾਜ ਸੀ ਉਹ ਸਿੱਖਾਂ ਨੇ ਸਥਾਪਿਤ ਕਰਨਾ ਸੀ ਔਰ ਕੀਤਾ। 25 ਵਾਰ ਸਿੱਖਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕੀਤਾ। ਉਹਨਾਂ ਨੂੰ ਅਕਲ ਦੇ ਕੇ ਫਿਰ ਛੱਡ ਕੇ ਆਉਂਦੇ ਰਹੇ ਨੇ ਕਿ ਕੋਈ ਗੱਲ ਨਹੀਂ, ਤੁਹਾਡੇ ਜਿਹੜੇ ਜੁਰਮੋ ਸਤਮ ਨੇ ਖਾਲਸੇ ਨੇ ਬਖਸ਼ਦੇ ਨੇ, ਇੱਕ ਵਾਰ ਫੇਰ ਤੁਹਾਨੂੰ ਮੌਕਾ ਦਿੱਤਾ ਜਾਂਦਾ ਕਿ ਇਹਨੂੰ ਤੁਸੀਂ ਚਲਾ ਲਓ, ਤੁਸੀਂ ਗਰੀਬ ਗੁਰਬੇ ਦੀ ਜਿਹੜੀ ਆ ਉਹ ਜਾਨ ਮਾਲ ਦੀ ਰਾਖੀ ਕਰੋ ਔਰ ਇਹ ਰਾਜ ਚਲਾ ਲਓ। ਪਰ ਉਹਨਾਂ ਦੇ ਨਹੀਂ ਪੱਲੇ ਪੈਂਦੀ ਸੀ ਗੱਲ। ਪਰ 25 ਵਾਰ ਸਿੱਖਾਂ ਨੇ, ਇਹ ਇਤਿਹਾਸ ਗਵਾਹ, 25 ਵਾਰ ਦਿੱਲੀ ਨੂੰ ਜਿਹੜਾ ਉਹਨਾਂ ਨੇ ਸਿੱਖਾਂ ਦੇ ਘੋੜਿਆਂ ਨੇ ਨੱਪਿਆ, ਸਿੱਖ ਰਾਜ ਸਥਾਪਿਤ ਕੀਤਾ। ਔਰ ਜਿਹੜੀ ਗੱਲ ਅਸੀਂ ਕਰ ਰਹੇ ਸੀ ਕਿ ਅੱਜ ਦੁਨੀਆ ਮੰਨਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਦਾ ਇਹ ਤਕਰੀਬਨ 50 ਸਾਲਾਂ ਦਾ ਜਾਂ 5 ਸਦੀਆਂ ਦਾ ਜਿਹੜਾ ਰਾਜ, 5 ਦਹਾਕਿਆਂ ਦਾ ਜਿਹੜਾ ਅਸੀਂ ਰਾਜ ਕਹੀਏ, ਉਸ ਰਾਜ ਦੇ ਵਿੱਚ ਨਾ ਤਾਂ ਕਿਸੇ ਨੂੰ ਫਾਂਸੀ ਹੋਈ, ਨਾ ਕੋਈ ਬਲਾਤਕਾਰ ਹੋਇਆ, ਨਾ ਕੋਈ ਐਸੀ ਘਿਨੌਣੀ ਘਟਨਾ, ਨਾ ਕਿਸੇ ਨੂੰ ਰੰਗ, ਜਾਤ ਜਾਂ ਨਸਲ ਦੇ ਆਧਾਰ ਤੇ ਉੱਥੇ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਨਿਸ਼ਾਨੀਆਂ ਨੇ। ਔਰ ਮੈਂ ਇੱਕ ਹੋਰ ਗੱਲ ਸਾਂਝੀ ਕਰ ਦੇਣੀ ਚਾਹੁੰਦਾ ਕਿ ਜਿਹੜੀ ਸਾਊਥ ਏਸ਼ੀਆ ਦੀ ਸਭ ਤੋਂ ਪਹਿਲੀ ਇਲੈਕਟਡ ਬਾਡੀ ਆ, ਸਾਊਥ ਏਸ਼ੀਆ ਦੀ ਸਭ ਤੋਂ ਪਹਿਲੀ ਇਲੈਕਟਡ ਬਾਡੀ ਆ ਜਿਹੜੀ, ਉਹ ਸ਼੍ਰੋਮਣੀ ਕਮੇਟੀ ਦੇ ਵਜੋਂ ਸਭ ਤੋਂ ਪਹਿਲਾਂ ਹੋਂਦ ਵਿੱਚ ਆਈ ਹੈ। ਉਸ ਤੋਂ ਪਹਿਲਾਂ ਕੋਈ ਵੀ ਇਲੈਕਟਡ ਬਾਡੀ ਜਿਹੜੀ ਆ ਉੱਥੇ ਸਥਾਪਿਤ ਨਹੀਂ ਸੀ ਸਾਊਥ ਏਸ਼ੀਆ ਦੇ ਵਿੱਚ। ਉਸ ਬਾਡੀ ਨੇ ਵੀ 1946 ਦੇ ਵਿੱਚ ਸਾਡੀ ਸ਼੍ਰੋਮਣੀ ਕਮੇਟੀ ਨੇ ਵੀ ਇਹ ਜਿਹੜਾ ਗੁਰਮਤਾ ਸਰਵਸੰਮਤੀ ਨਾਲ ਪਾਸ ਕੀਤਾ ਹੋਇਆ ਕਿ ਸਿੱਖਾਂ ਨੂੰ ਸਿੱਖ ਹੋਮਲੈਂਡ ਦੀ ਜ਼ਰੂਰਤ ਹੈ। ਖਾਲਿਸਤਾਨ ਲਫ਼ਜ਼ ਉੱਥੇ ਨਹੀਂ ਸੀ, ਪਰ ਸਿੱਖ ਹੋਮਲੈਂਡ ਉੱਥੇ ਜਿਹੜਾ ਇਹ ਮਤਾ ਸਿੱਖਾਂ ਦੀ ਜਿਹੜੀ ਸਰਵੋੱਚਮ ਅਦਾਰਾ ਜਿਹੜਾ ਸ਼੍ਰੋਮਣੀ ਕਮੇਟੀ ਹੈ ਉਸਨੇ ਪਾਸ ਕੀਤਾ ਹੋਇਆ। ਸੋ ਇਹ ਗੁੰਮਰਾਹ ਕੂਣ ਟਿੱਪਣੀਆਂ ਨੇ ਕਿ ਸਿਰਫ ਉਹ 84 ਚ ਹੀ ਲੋੜ ਪਈ, ਨਹੀਂ, ਐਸਾ ਨਹੀਂ ਹੈ। ਖਾਲਸੇ ਨੂੰ ਜਿਹੜੀ ਬਾਦਸ਼ਾਹਤ ਹੈ ਉਹ ਸਤਿਗੁਰ ਨੇ ਬਖਸ਼ੀ ਹੈ ਔਰ ਖਾਲਸੇ ਨੇ ਇਸ ਬਾਦਸ਼ਾਹਤ ਨੂੰ ਕਾਇਮ ਕਰਕੇ ਤੇ ਫਿਰ ਅੱਗੇ ਜਿਹੜਾ ਸਿੱਖ ਧਰਮ ਦਾ ਰੋਹ ਰੀਤਾਂ ਦਾ ਪ੍ਰਚਾਰ ਆ ਦੁਨੀਆ ਦੇ ਵਿੱਚ ਪਸਾਰਨਾ। ਸੋ ਸਾਡੇ ਨਾਲ ਜੁੜੇ ਨੇ ਜੀ ਸਰਦਾਰ ਅਵਤਾਰ ਸਿੰਘ ਜੀ ਪੂਨੀਆ, ਜਿਹੜੇ ਐਕਸ ਪ੍ਰੈਜ਼ੀਡੈਂਟ ਨੇ ਓਨਟਾਰੀਓ ਖਾਲਸਾ ਦਰਬਾਰ ਦੇ, ਜਿਸ ਨੂੰ ਡਿਕਸੀ ਰੋਡ ਗੁਰੂ ਘਰ ਵੀ ਕਿਹਾ ਜਾਂਦਾ। ਅਵਤਾਰ ਸਿੰਘ ਪੂਨੀਆ ਵੀ ਕੋਈ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈ। ਖਾਲਿਸਤਾਨ ਦੇ ਲਈ ਇਹਨਾਂ ਨੇ ਜਿਹੜਾ ਸੰਘਰਸ਼ ਹੈ ਤਕਰੀਬਨ ਆਪਣੀ ਸ਼ੁਰੂ ਤੋਂ ਹੀ, ਜਦੋਂ ਦਾ ਇਹ ਸੰਘਰਸ਼ ਚੱਲਿਆ, ਆਪਣੇ ਜੀਵਨ ਦੇ ਜਿਹੜੇ ਕੀਮਤੀ ਪਲ ਨੇ, ਕੀਮਤੀ ਵਰੇ ਨੇ, ਉਹ ਇਸ ਸੰਘਰਸ਼ ਨੂੰ ਸਮਰਪਿਤ ਕੀਤੇ ਨੇ ਔਰ ਲਗਾਤਾਰਤਾ ਦੇ ਨਾਲ ਜਿਹੜੀ ਆ ਨਾਰਥ ਅਮਰੀਕਾ ਦੇ ਵਿੱਚ ਇਹ ਖਾਲਿਸਤਾਨ ਦੀ ਜਿਹੜੀ ਜੰਗੇ ਆਜ਼ਾਦੀ ਹੈ ਉਹਦਾ ਪਰਚਮ ਬੁਲੰਦ ਕਰਦੇ ਆ ਰਹੇ ਨੇ। ਸੋ ਸਰਦਾਰ ਅਵਤਾਰ ਸਿੰਘ ਜੀ ਪੂਨੀਆ ਦੇ ਵਿਚਾਰ ਸੁਣਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸਾਧ ਸੰਗਤ ਜੀ, ਅੱਜ ਜਿਵੇਂ ਆਪ ਨੂੰ ਸਭ ਨੂੰ ਪਤਾ ਹੈ ਕਿ 1986 ਦੇ ਵਿੱਚ ਖਾਲਿਸਤਾਨ ਐਲਾਨਨਾਮਾ ਦਰਬਾਰ ਸਾਹਿਬ ਤੋਂ ਹੋਇਆ ਸੀ, ਜਿਸ ਨੂੰ ਅਸੀਂ ਉਸੇ ਦਿਨ ਤੋਂ ਵੱਧ ਚੜ ਕੇ ਆਪਣੀ ਬਿੱਤ ਮੁਤਾਬਕ ਮਨਾਉਂਦੇ ਆ ਰਹੇ ਹਾਂ, ਅੱਜ ਵੀ ਮਨਾ ਰਹੇ ਹਾਂ। ਜਿਹੜਾ ਐਲਾਨਨਾਮਾ ਦਰਬਾਰ ਸਾਹਿਬ ਤੋਂ ਹੋਇਆ, ਅਸੀਂ ਹਮੇਸ਼ਾ ਉਹਦੇ ਹੱਕ ਵਿੱਚ ਭੁਗਤੇ ਹਾਂ, ਜ਼ਿੰਦਗੀ ਭਰ ਭੁਗਤਾਂਗੇ। ਤੇ ਬਾਕੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਭਾਈ, ਆਪਣੇ ਆਪਣੇ ਢੰਗ ਦੇ ਨਾਲ ਜਿਸਵੇਂ ਵੀ ਪੰਥ ਦੀ ਮਦਦ ਜਿਸ ਤਰੀਕੇ ਨਾਲ ਵੀ ਕੀਤੀ ਜਾ ਸਕਦੀ ਆ ਜ਼ਰੂਰ ਕਰੋ। ਹਮੇਸ਼ਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣਾ ਦੇ ਅਸੀਂ ਆਸ਼ਿਕ ਹਾਂ ਤੇ ਇਹ ਦੇਖਦੇ ਰਹਾਂਗੇ ਤੇ ਜਿੰਨਾ ਆਪਦੀ ਬਿੱਤ ਮੁਤਾਬਕ ਸਾਡੇ ਤੋਂ ਯੋਗਦਾਨ ਪਿਆ ਪਾਉਂਦੇ ਰਹਾਂਗੇ। ਬਾਕੀ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਭਾਈ ਇਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ। ਆਪਣੇ ਰਾਜ ਭਾਗ ਤੋਂ ਬਿਨਾਂ ਕੋਈ ਪੁੱਛਦਾ ਨਹੀਂ। ਜਿਵੇਂ ਕਿ ਤੁਹਾਡੇ ਹੁਣ ਸਾਹਮਣੇ ਹੀ ਹੈ, ਜਿਹੜੇ ਆਪਣਾ ਥੁੱਕਣ ਲਈ ਮੂੰਹ ਅੱਡਦੇ ਸਨ, ਅੱਜ ਉਹ ਕੀ ਹਾਲ ਮਿਨੋਰਟੀ ਦਾ ਕਰ ਰਹੇ ਨੇ, ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ। ਬਸ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਭਾਈ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ, ਪੰਥ ਦੇ ਵਿੱਚ ਏਕਤਾ ਲਿਆ ਕੇ ਕੋਈ ਕਿਸੇ ਤਰੀਕੇ ਨਾਲ ਵੀ ਕਰਦਾ ਹੈ ਕੰਮ ਖਾਲਿਸਤਾਨ ਲਈ, ਉਹਨੂੰ ਕਰਨ ਦਿਓ, ਉਹਦੀ ਮੁਖਾਲਫਤ ਬਿਲਕੁਲ ਨਾ ਕਰੋ। ਬਸ ਇਹੀ ਗੱਲ ਹੈ। ਜੇ ਤੁਸੀਂ ਕੁਛ ਚੰਗਾ ਨਹੀਂ ਕਰ ਸਕਦੇ, ਉਹਨੂੰ ਜੋ ਵੀ ਕਰਦਾ ਉਸ ਨੂੰ ਕਰ ਲੈਣ ਦਿਓ। ਬਾਪ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। वो वक्त भी देखा तारीख की घड़ियों ने जब सदियों ने सजा पाई। वो वक्त भी देखा तारीख की घड़ियों ने जब लम्हों ने खता की सदियों ने सजा पाई। सो ਇਹ ਜਿਹੜਾ ਵਰਤਾਰਾ ਸਿੱਖ ਕੌਮ ਦੇ ਨਾਲ ਵਰਤਿਆ ਕਿ ਜਦੋਂ ਕੁਝ ਲਮਹਿਆਂ ਦੀ ਜਿਹੜੀ ਸਾਡੀ ਗਲਤੀ ਸੀ, ਸਾਡੀ ਲੀਡਰਸ਼ਿਪ ਦੀ ਗਲਤੀ ਸੀ, ਉਹਦੀ ਸਜ਼ਾ ਜਿਹੜੀ ਆ ਸਦੀਆਂ ਅੱਜ ਘੱਟੋ ਘੱਟ ਪੌਣੀ ਸਦੀ ਬੀਤ ਚੁੱਕੀ ਆ ਔਰ ਅੱਜ ਵੀ ਅਸੀਂ ਆਪਣੇ ਖਾਲਿਸਤਾਨ ਦੀ, ਆਪਣੇ ਕੌਮੀ ਘਰ ਦੀ ਜਿਹੜੀ ਆਜ਼ਾਦੀ ਆ ਉਹਨੂੰ ਡਿਕਲੇਅਰ ਕੀਤਿਆਂ ਹੋਇਆਂ ਵੀ ਸਾਨੂੰ 72 ਸਾਲ ਹੋ ਗਏ ਨੇ, ਬਟ ਸਟਿਲ ਸਾਡੇ ਤੇ ਜਿਹੜਾ ਜ਼ੁਲਮੋ ਸਿਤਮ ਹੈ ਉਹ ਜਾਰੀ ਹੈ। ਅਸੀਂ ਇੱਕ ਗੱਲ ਜਿਹੜੀ ਹੈ ਜ਼ਰੂਰ ਇੱਥੇ ਕਰਨੀ ਚਾਹਾਂਗੇ ਕਿ ਦੇਖੋ, ਭਾਰਤ ਦੀ ਸਰਕਾਰ ਨੇ ਜਦੋਂ ਜ਼ੁਲਮੋ ਸਿਤਮ ਕੀਤਾ, ਅਸੀਂ ਆਪਣੀ ਆਜ਼ਾਦੀ ਡਿਕਲੇਅਰ ਕੀਤੀ, ਉਸ ਦੇ ਬਾਵਜੂਦ ਵੀ ਉਹਨਾਂ ਨੂੰ ਇਹ ਅਕਲ ਨਹੀਂ ਆਈ ਕਿ ਇਹ ਖਿੱਤਾ ਸਾਡੇ ਹੱਥੋਂ ਜਾਂ ਸਾਡੇ ਨਾਲ ਇਹਨਾਂ ਨੇ ਰਹਿਣਾ ਪਸੰਦ ਕੀਤਾ ਸੀ। ਸਿੱਖਾਂ ਨੇ ਸਾਡੇ ਕੋਲੋਂ ਖਿੱਚ ਚੁੱਕੇ ਨੇ, ਬਟ ਉਹਨਾਂ ਦੇ ਜਿਹੜੇ ਜ਼ੁਲਮ ਨੇ ਉਹ ਦਿਨ ਬ ਦਿਨ ਵੱਧਦੇ ਜਾ ਰਹੇ ਨੇ। ਘੱਲੂਘਾਰਾ ਜਿਹੜਾ ਸਿੱਖ ਕੌਮ ਦੇ ਉੱਤੇ ਤੀਜਾ ਘੱਲੂਘਾਰਾ ਜਿਹੜਾ ਉਹਨਾਂ ਨੇ 78 ਦੀ ਵਿਸਾਖੀ ਤੋਂ 13 ਅਪ੍ਰੈਲ 1978 ਤੋਂ ਆਰੰਭਿਆ, ਜਿੱਥੇ ਉਹਨਾਂ ਨੇ ਭਾਈ ਫੌਜਾ ਸਿੰਘ ਦੀ ਕਮਾਂਡ ਦੇ ਵਿੱਚ ਜਿਹੜੀਆਂ ਸੰਗਤਾਂ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਨਿਹੱਥਿਆਂ ਬਿਨਾਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਉਸ ਨਰਕਧਾਰੀਏ ਦਾ ਵਿਰੋਧ ਕਰਨ ਜਾ ਰਹੇ ਸੀ ਜਿਹੜਾ ਸਰਕਾਰ ਵੱਲੋਂ ਸਿੱਖਾਂ ਦੇ ਉੱਤੇ ਥੋਪਿਆ ਗਿਆ ਸੀ। ਉੱਥੇ ਇਹ ਜਿਹੜਾ ਨਸਲ ਘਾਤ ਸ਼ੁਰੂ ਕੀਤਾ ਔਰ ਅੱਜ ਤੱਕ ਬਾਦਸਤੂਰ ਜਾਰੀ ਹੈ। ਭਾਵੇਂ ਉਹ ਭਾਈ ਜਸਪਾਲ ਸਿੰਘ ਜੀ ਹੋਣ, ਉਹਨਾਂ ਨੂੰ ਗੋਲੀ ਮਾਰੀ ਜਾਂਦੀ ਹੈ ਔਰ ਉਸ ਤੋਂ ਇਲਾਵਾ ਜਿਹੜੀ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ਦੇ ਵਿੱਚ ਜਿਹੜੇ ਮੋਰਚੇ ਬਹਿਬਲ ਕਲਾਂ ਤੇ ਬਰਗਾੜੀ ਲੱਗਦੇ ਨੇ, ਉਹਨਾਂ ਸ਼ਾਂਤਮਈ ਮੋਰਚਿਆਂ ਦੇ ਉੱਤੇ ਵੀ ਇਸ ਪੁਲਿਸ ਨੇ ਜਿਹੜੀ ਆ ਗੋਲੀ ਚਲਾਈ ਆ ਔਰ ਪੁਲਿਸ ਵੀ ਅਣਪਛਾਤੀ ਕਰਾਰ ਦਿੱਤੀ ਗਈ ਹੈ। ਔਰ ਕੀ ਕਾਰਨ ਆ ਕਿ ਇੰਨੇ ਦਿਨਾਂ ਇੰਨਾ ਜਿਹੜਾ ਜ਼ੁਲਮੋ ਸਿਤਮ ਦੀ ਹੱਦ ਹੋ ਜਾਣ ਤੋਂ ਬਾਅਦ ਵੀ ਤੇ ਇੱਕ ਉਮਰਾ ਨੰਗਲ ਨਾਂ ਦੇ ਜਿਹਦਾ ਵੱਡਾ ਜਿਹਦਾ ਖਾਨਦਾਨੀ ਪਿਛੋਕੜ ਆ ਗੱਦਾਰੀਆਂ ਦਾ, ਜਿਹਦੇ ਦਾਦੇ ਨੇ ਉੱਥੇ ਉਸ ਵਕਤ ਜੀਵਨ ਸਿੰਘ ਉਮਰਾ ਨੰਗਲ ਨੇ ਉਸ ਨਰਕਧਾਰੀਏ ਦੀ ਫੌਜ ਨੂੰ ਤੇ ਨਰਕਧਾਰੀਏ ਨੂੰ ਪੰਜਾਬ ਦੀ ਹਦੂਦ ਤੋਂ ਆਪਣੀ ਸਰਕਾਰੀ ਗੱਡੀ ਦੇ ਵਿੱਚ ਬਿਠਾ ਕੇ ਜਿਹੜਾ ਉਹ ਪੰਜਾਬ ਦੀ ਹਦੂਦ ਤੋਂ ਬਾਹਰ ਕੀਤਾ, ਜਿਨ੍ਹਾਂ ਨੇ ਸਿੱਖਾਂ ਦਾ ਇਹ ਨਸਲ ਘਾਤ ਕੀਤਾ ਸੀ। ਉਸੇ ਉਮਰਾ ਨੰਗਲ ਦੇ ਪੋਤੇ ਨੂੰ ਅੱਜ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਸਰੋਪੇ ਦੇ ਕੇ ਵੀ ਨਵਾਜਦੀ ਆ, ਕਿਉਂਕਿ ਗਲਤੀਆਂ ਦੇ ਉੱਤੇ ਆਪਣੇ ਪਰਦੇ ਪਾਉਣ ਦੇ ਲਈ। ਸੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਦਾ ਅਸੀਂ ਜਿਹੜੀ ਆ ਉਹ ਗੱਲਬਾਤ ਜਾਰੀ ਰੱਖਾਂਗੇ। ਔਰ ਸਾਡੇ ਨਾਲ ਜੁੜੇ ਨੇ ਸਰਦਾਰ ਰਣਜੀਤ ਸਿੰਘ ਜੀ ਮਾਨ। ਸਰਦਾਰ ਰਣਜੀਤ ਸਿੰਘ ਜੀ ਮਾਨ ਉਹ ਉੱਗੇ ਖਾਲਿਸਤਾਨੀ ਐਕਟਿਵਿਸਟ ਨੇ ਜਿਹੜੇ ਨਾਰਥ ਅਮਰੀਕਾ ਦੇ ਵਿੱਚ, ਹੋਰ ਮੈਂ ਜਿਹੜੀਆਂ ਈਵਨ ਯੂਰਪ ਦੇ ਵਿੱਚ ਐਸੀਆਂ ਸੇਵਾਵਾਂ ਇਹ ਨਿਭਾਉਂਦੇ ਰਹੇ ਨੇ। ਕੋਈ ਵੀ ਐਸੀ ਖਾਲਿਸਤਾਨੀ ਕਾਨਫਰੰਸ ਜਾਂ ਖਾਲਿਸਤਾਨੀ ਕੋਈ ਰੈਲੀ ਕੁਝ ਵੀ ਐਸਾ ਨਹੀਂ ਹੈ ਜਿੱਥੇ ਸਰਦਾਰ ਰਣਜੀਤ ਸਿੰਘ ਮਾਨ ਉਹਨਾਂ ਦੀ ਪਾਰਟਿਸਪੇਸ਼ਨ ਨਾ ਹੋਵੇ। ਇੰਨਾ ਹੀ ਨਹੀਂ, ਹਮੇਸ਼ਾ ਬੜੇ ਲੰਮੇ ਸਮੇਂ ਤੋਂ ਇਹ ਜਿਹੜੇ ਘੱਟੋ ਘੱਟ 30-35 ਸਾਲ ਤੋਂ ਇਸ ਜੱਦੋ-ਜਹਿਦ ਦੇ ਜਿਹੜੇ ਨੇ ਉਹ ਚਸ਼ਮਦੀਦ ਗਵਾਹ ਵੀ ਨੇ। ਤਕਰੀਬਨ ਹਰੇਕ ਪਾਰਟੀ ਦੀ ਹਰੇਕ ਲੀਡਰਸ਼ਿਪ ਨੂੰ ਪਤਾ ਕਿ ਸਰਦਾਰ ਰਣਜੀਤ ਸਿੰਘ ਮਾਨ ਨੇ ਜਿਹੜੇ ਉਹਨਾਂ ਦੀ ਜਿਹੜੀ ਸੇਵਾ ਉਹ ਅਣਥੱਕ ਹੈ ਔਰ ਕੌਮੀ ਜਿਹੜੀ ਆਜ਼ਾਦੀ ਹੈ ਉਹਦੇ ਪ੍ਰਵਾਨੇ ਨੇ। ਸਰਦਾਰ ਰਣਜੀਤ ਸਿੰਘ ਮਾਨ ਹੁਣਾਂ ਦੀ ਖਾਸ ਕਰਕੇ ਕੈਨੇਡਾ ਦੇ ਵਿੱਚ ਵਲੰਟੀਅਰ ਜੌਬ ਜਿਹੜੀ ਆ ਉਹਦਾ ਕੋਈ ਸਾਨੀ ਨਹੀਂ ਹੈ। ਕਿਸ ਸ਼ਿੱਦਤ ਦੇ ਨਾਲ ਕਈ ਵਾਰ ਲੋਕਾਂ ਨੂੰ ਹੁੰਦਾ ਕਿ ਸਾਨੂੰ ਮਾਈਕ ਮਿਲ ਜੇ ਜਾਂ ਅਸੀਂ ਟੀਵੀ ਤੇ ਇੰਟਰਵਿਊ ਜਾਣਾ, ਨਹੀਂ, ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਇੱਕੋ ਹੀ ਲਾਲਚ ਹੈ ਕਿ ਮੇਰੀ ਜਿਹੜੀ ਕੌਮ ਹੈ ਉਹਨੂੰ ਕੌਮੀ ਘਰ ਆ ਜਿਹੜਾ ਉਹ ਜਲਦ ਤੋਂ ਜਲਦ ਉਹਦੀ ਪ੍ਰਾਪਤੀ ਹੋਵੇ। ਕੌਮ ਜਿਹੜੀ ਆ, ਕੌਮੀ ਘਰ ਸਾਡਾ ਜਿਹੜਾ ਖਾਲਿਸਤਾਨ ਆ ਉਹ ਦੁਸ਼ਮਣ ਦੇ ਸ਼ਿਕੰਜੇ ਦੇ ਵਿੱਚੋਂ ਨਿਕਲ ਕੇ ਆਜ਼ਾਦ ਹੋਵੇ। ਸੋ ਸਰਦਾਰ ਰਣਜੀਤ ਸਿੰਘ ਮਾਨ ਹੁਣੀ ਕੀ ਕਹਿਣਾ ਚਾਹੁੰਦੇ ਨੇ ਇਸ ਦਿਹਾੜੀ ਦੇ ਉੱਤੇ, ਆਓ ਸੁਣਦੇ ਆ। ਸਰਦਾਰ ਰਣਜੀਤ ਸਿੰਘ ਮਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਖਾਲਸਾ ਪੰਥ ਨੂੰ ਮੇਰੇ ਵੱਲੋਂ ਫਤਿਹ ਪ੍ਰਵਾਨ ਹੋਵੇ। ਅੱਜ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਜਿਹੜਾ 1986 ਦੇ ਵਿੱਚ ਪੰਥ ਕਮੇਟੀ ਵੱਲੋਂ ਸਾਰੀ ਸਿੱਖ 2 ਲੱਖ ਬੰਦਾ ਇਕੱਠਾ ਹੋਇਆ ਸੀ ਹਰਿਮੰਦਰ ਸਾਹਿਬ ਅਕਾਲ ਤਖਤ ਤੇ, ਜਦੋਂ ਖਾਲਸਾ ਰਾਜ ਦੀਆਂ ਗੱਲਾਂ ਕਰਕੇ ਪੰਥ ਕਮੇਟੀ ਬਣਾਈ ਗਈ। ਉਦੋਂ ਉਹਨਾਂ ਨੇ ਐਲਾਨਨਾਮਾ ਕੀਤਾ ਸੀ ਬਈ ਅਸੀਂ ਖਾਲਸਾ ਰਾਜ ਦੀ ਪ੍ਰਾਪਤੀ ਤੱਕ ਆਪਾਂ ਜਦੋਜਹਿਦ ਕਰਾਂਗੇ, ਜਿਹਦੇ 'ਚ ਅਸੀਂ ਉੱਥੇ ਹੈ ਨਹੀਂ ਸੀ, ਪਰ ਅਸੀਂ ਇਹ ਬਾਹਰਲੇ ਕੰਟਰੀਆਂ ਸੀ, ਪਰ ਅਸੀਂ ਉਦੋਂ ਦੇ ਜਦੋਜਹਿਦ ਕਰਦੇ ਆ ਰਹੇ ਹਾਂ ਉਸ ਚੀਜ਼ ਨੂੰ। ਅਸੀਂ ਸਾਡੇ ਸਾਹ ਜਿੰਨਾ ਚਿਰ ਅਸੀਂ ਖਾਲਸਾ ਰਾਜ ਦੀ ਪ੍ਰਾਪਤੀ ਲਈ ਜੂਝਾਂਗੇ। ਦੂਜੀ ਗੱਲ ਇਹ ਆ ਵੀਰੋ, ਕੋਈ ਕੁਐਸਚਨ ਕਿਸੇ ਨੂੰ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਖਾਲਸਾ ਰਾਜ ਨੇੜੇ ਆਪਾਂ ਫਿਰਦੇ ਹਾਂ। ਕਈ ਬੰਦੇ ਕਹਿੰਦੇ ਆ ਕਿ ਜਦੋਂ ਕਾਲਾ ਦੌਰ ਆਇਆ ਜੀ, ਅੱਤਵਾਦੀ ਦੌਰ ਆਇਆ ਜੀ, ਇਹ ਹੋਇਆ,
ਤੁਸੀਂ ਅੱਜ ਤੱਕ ਦੇਖੋ ਅਸੀਂ ਬਾਹਰਲੇ ਕੰਟਰੀਆਂ 'ਚ ਰਹਿ ਕੇ ਤੁਹਾਡੀ ਹੈਲਪ ਕਰਨ ਆਏ। ਕਈ ਬੰਦੇ ਕੁਐਸਚਨ ਕਰਦੇ ਜੀ ਉੱਥੇ ਜਾ ਕੇ ਲੜੋ। ਉੱਥੇ ਜਾ ਕੇ ਤਾਂ ਜਦੋਂ ਇੰਡੀਆ ਆਜ਼ਾਦ ਹੋਇਆ ਉਦੋਂ ਵੀ ਨਹੀਂ ਕੋਈ ਲੜਿਆ, ਬਾਹਰੋਂ ਹੀ ਗਏ ਆ। ਜਿਹਦੇ ਸਾਡੇ ਬਜ਼ੁਰਗ ਵੀ ਗਏ ਆ ਛੱਡ ਕੇ ਬਾਹਰਲੇ ਕੰਟਰੀ, ਵਧੀਆ ਕੰਟਰੀਆਂ 'ਚ ਰਹਿੰਦੇ ਸੀ, ਉਹ ਛੱਡ ਕੇ ਗਏ ਆਜ਼ਾਦੀ ਦੀ। ਕਦੇ ਉਸ ਕੰਟਰੀ 'ਚ ਰਹਿ ਕੇ ਲੜਾਈ ਨਹੀਂ ਲੜੀ ਜਾਂਦੀ ਹੁੰਦੀ। ਪਰ ਟਾਈਮ ਆਊਗਾ ਜਿੱਦਣ ਉੱਥੇ ਵਾਲੇ ਵੀ ਇਸ ਗੱਲ ਤੇ ਲੜਾਈ ਲੜਨਗੇ। ਅਸੀਂ ਬਾਹਰੋਂ ਪੀਸਫੁਲ ਲੜਾਈ ਲੜ ਰਹੇ ਹਾਂ। ਅੱਜ ਅਸੀਂ ਦੁਨੀਆ 'ਚ, ਜੇ ਕਿਸੇ ਦੇ ਦਿਲ 'ਚ ਭੁਲੇਖਾ ਵੀ ਅਸੀਂ ਦੁਨੀਆ ਦੇ ਵਿੱਚ ਅਸੀਂ ਸਿੱਖਾਂ ਨੇ ਕੁਝ ਨਹੀਂ ਕੀਤਾ, ਅੱਜ ਦੁਨੀਆ 'ਚ ਸਿੱਖਾਂ ਬਾਰੇ ਜਾਣਿਆ ਜਾਂਦਾ। 84 ਤੋਂ ਪਹਿਲਾਂ ਤੁਸੀਂ ਕੋਈ ਬੰਦਾ ਬਾਹਰ ਘੱਟ, ਬਹੁਤ ਸਿੰਘ ਘੱਟ ਸੀ, ਸਿੰਘ ਨਹੀਂ ਸੀ ਦਿਸਦਾ ਹੁੰਦਾ। 2 ਟੋਰਾਂਟੋ ਦੇ ਵਿੱਚ ਸੀ, 2 ਵੈਨਕੂਵਰ ਸੀ, 1-2 ਇੱਥੇ ਸੀਗੇ ਮੌਂਟਰੀਅਲ ਦੇ ਵਿੱਚ। ਬਾਹਰਲੇ ਕੰਟਰੀਆਂ 'ਚ ਉਦੋਂ ਹੈ ਨਹੀਂ ਸੀ। ਜੇ 84 ਦੀ ਦੇਣ ਦੇਖੀਏ, ਆਪਾਂ ਸਿੱਖ ਕੌਮ ਅੱਜ ਬਚ ਗਏ ਹਾਂ, ਕਿਉਂਕਿ 84 ਨਾ ਹੁੰਦਾ ਤੇ ਆਪਣੇ ਲੋਕਾਂ ਨੇ ਬਾਹਰ ਨਹੀਂ ਸੀ ਆਉਣਾ, ਤੇ ਨਾ ਤੁਹਾਨੂੰ ਬਾਹਰਲੀਆਂ ਗੌਰਮੈਂਟਾਂ ਨੇ ਐਕਸੈਪਟ ਕਰਨਾ ਸੀ ਵੀ ਤੁਹਾਨੂੰ ਕੋਈ ਪ੍ਰੋਬਲਮ ਆ। ਉਦੋਂ ਅਸੀਂ ਪੋਲੀਟੀਕਲ ਅਸਾਈਲਮ ਸਾਰੇ ਲੋਕਾਂ ਨੂੰ ਕਰਵਾ ਕੇ ਅਸੀਂ, ਚਲੋ ਕਈ ਵਾਰ ਹੁੰਦਾ ਵੀ ਬੰਦੇ ਬਹੁਤ ਆ, ਸਾਨੂੰ ਬਹੁਤ ਬਾਹਰੋਂ ਵੀ ਬੰਦਿਆਂ ਤੇ ਪ੍ਰਮਾਣ ਆ ਕਿ ਜਿਹੜੇ ਬਾਹਰਲੇ ਬੰਦੇ ਆ ਉਹ ਇੱਥੇ ਆ ਕੇ ਸੋਚਣ ਲੱਗਦੇ ਵੀ ਸਾਨੂੰ ਕੰਟਰੀ ਦੀ ਲੋੜ ਆ। ਠੀਕ ਹੈ, ਇਸ ਕਰਕੇ ਜਿਹੜੇ ਬੰਦੇ ਕੁਐਸਚਨ ਕਰਦੇ ਆ ਕਹੇ ਜਾਂ ਚਲੋ, ਅਸੀਂ ਬਾਹਰ ਰਹਿ ਕੇ ਅਸੀਂ ਇਹ ਬਾਹਰਲੀਆਂ ਕੰਟਰੀਆਂ ਦੇਖੀਆਂ। ਅਸੀਂ ਚਾਹੁੰਦੇ ਆ ਕਿ ਇੱਥੇ ਨਾਲੋਂ ਵੀ ਵਧੀਆ ਉੱਥੇ ਅਸੀਂ ਸਿਸਟਮ ਕਰਾਂਗੇ ਐਜੂਕੇਸ਼ਨ ਦਾ। ਸਾਡੇ ਪਾਣੀ ਲੁੱਟ ਕੇ ਲੈ ਗਏ, ਸਾਡੀ ਬਿਜਲੀ ਲੈ ਗਏ। ਜਦੋਂ ਅਸੀਂ ਸਾਰਾ ਇਹ ਆਪਦਾ ਜਿੰਨਾ ਸਾਡਾ ਪੈਸੇ ਜਾ ਰਹੇ ਆ ਉਧਰ ਨੂੰ ਲੁੱਟ ਕੇ, ਦਿੰਦਾ ਹੀ ਨਹੀਂ ਕੋਈ ਕੁਛ ਸਾਨੂੰ। ਇਹ ਤਾਂ ਗੋਰਿਆਂ ਵੇਲੇ ਵੀ ਸਾਨੂੰ ਪੈਸੇ ਮਿਲਦੇ ਸੀ ਪੰਜਾਬ ਨੂੰ, ਪਾਣੀਆਂ ਦੇ ਤੇ ਬਿਜਲੀ ਦੇ। ਸਾਡੀ ਬਿਜਲੀ ਦਿੱਲੀ ਜਾਂਦੀ ਮੁਫਤ, ਤੇ ਕਹਿੰਦੇ ਆ ਜੀ ਕੇਜਰੀਵਾਲ ਨੇ ਦਿੱਲੀ ਨੂੰ ਮੁਫਤ ਬਿਜਲੀ ਕਰਤੀ, ਪਾਣੀ ਮੁਫਤ ਕਰਤਾ। ਉਹ ਹੈ ਕਿਹਦਾ? ਉਹ ਤਾਂ ਸਾਡਾ ਲੁੱਟਿਆ ਹੋਇਆ। ਇੱਕ ਡਾਕੂ ਨੇ ਆ ਕੇ ਪਿੰਡ 'ਚ ਆਪਦੇ ਵੰਡਤਾ, ਤੇ ਉਹ ਵੰਡ ਕੇ ਉਹਨਾਂ ਨੂੰ ਕਹਿਤਾ ਜੀ ਮੈਂ ਮੁਫਤ ਰੋਟੀ ਦਿੰਦਾ। ਪਿੰਡ ਵਾਲੇ ਤਾਂ ਭਾਈ ਉਹਦੀ ਜਾਇਜ਼ਾ ਕਰਨਗੇ। ਜਿਹਦਾ ਲੁੱਟਿਆ ਗਿਆ ਘਰ ਉਹ ਕੀ ਕਰੂਗਾ? ਉਹ ਸਾਡੇ ਵਾਂਗੂ ਰੌਲਾ ਪਾਊਗਾ, ਲੜੂਗਾ, UNO 'ਚ ਜਾਊਗਾ। ਅਸੀਂ UNO ਦੇ ਵਿੱਚ ਜਾਣ ਨੂੰ ਤਿਆਰ ਬੈਠੇ ਹਾਂ। 2020 UNO 'ਚ ਜਾ ਕੇ ਸਾਡੀ ਫਾਈਲ ਰੈਡੀ ਟੂ ਗੋ ਟੂ ਅਦਰ ਕੰਟਰੀ ਟੂ ਐਕਸਪਲੇਨ ਕਰਾਂਗੇ ਅਸੀਂ UNO ਨੂੰ ਵੀ ਸਾਡੇ ਨਾਲ ਧੱਕਾ ਹੋਇਆ ਵੀ ਆ। ਦੂਜੀ ਗੱਲ ਜਿਹੜੀ ਕਹਿੰਦੇ ਅਸੀਂ ਪ੍ਰੋਗਰੈਸ ਨਹੀਂ ਕੀਤੀ। ਈਵਨ ਸਾਡੀਆਂ ਪੋਲੀਟੀਕਲ ਜਥੇਬੰਦੀ ਉੱਥੇ ਚਾਹੀਦੀਆਂ, ਉਹ ਸਾਡੀਆਂ ਹੈਗੀਆਂ ਨੇ ਆਲਰੇਡੀ। ਅਕਾਲੀ ਦਲ ਅੰਮ੍ਰਿਤਸਰ ਹੈਗਾ ਵਾ, ਨਾਲ ਦਲ ਖਾਲਸਾ ਹੈਗਾ। ਸਾਡੇ ਕੋਲ ਅਨਾਫ ਜਥੇਬੰਦੀਆਂ 2 ਹੈਗੀਆਂ ਜਿਹੜੀਆਂ ਕਿ ਸਾਡੇ ਨਾਲ ਖੜਨਗੀਆਂ। ਸਾਨੂੰ ਪਤਾ ਉਹ ਸਾਡੇ ਨਾਲ ਦੇ ਖੜੇ ਆ, ਉਦੋਂ ਦੇ ਖੜੇ ਆ, 84 88 ਤੋਂ ਹੀ ਖੜੇ ਆ ਉਦੋਂ ਦੇ ਸਾਡੇ ਨਾਲ। ਸੋ ਇਸ ਕਰਕੇ ਤੁਹਾਨੂੰ ਡਰਨ ਦੀ ਲੋੜ ਨਹੀਂ। ਜਦੋਂ ਆਊਗਾ ਅਸੀਂ ਭੁੱਖਾ ਨਹੀਂ ਮਰਨ ਦਿਆਂਗੇ। ਅਸੀਂ ਲੋਕ ਵੀਕ ਦੀ ਰੋਟੀ ਵੀ ਮੰਗਣੇ, ਜੇ ਲੋੜ ਪਈ ਹੈ ਡਿਜ਼ਾਸਟਰ 'ਚ ਸਾਨੂੰ ਕਿਆ ਕਰਨਗੇ, ਭਾਜੀ ਸਾਨੂੰ ਮਹੀਨੇ ਦੀ ਰੋਟੀ ਭੇਜ ਦਿਓ। ਅਸੀਂ ਮਹੀਨੇ ਦੀ ਦੇਵਾਂਗੇ, ਮਹੀਨੇ ਬਾਅਦ ਡੋਰ ਦੇ ਮੂਹਰੇ ਰਾਸ਼ਨ ਪਿਆ ਹੋਇਆ ਕਰੂਗਾ। ਉਹੀ ਸਾਰਾ ਕੁਛ, ਇਹ ਨਹੀਂ ਬਈ 1 ਤੋਲਾ ਦਾ ਸਬਜ਼ੀ ਦੇ ਹਲਦੀ ਦੇਤੀ। ਅਸੀਂ ਉਹਨਾਂ ਨੂੰ ਹਰ ਚੀਜ਼ ਪ੍ਰੋਵਾਈਡ ਕਰਾਂਗੇ। ਸਾਡੇ ਉਹੀ ਬੰਦੇ ਡਿਲੀਵਰੀਆਂ ਕਰਨਗੇ ਉਹਨਾਂ ਨੂੰ। ਇਹ ਨਹੀਂ ਕਿ ਆਪਦਾ ਫੋਟੋ ਖਿਚਾ ਲਈ। ਅਸੀਂ ਪੰਜਾਬ ਨੂੰ ਸੁਰਗ ਦੇਖਣਾ ਚਾਹੁੰਦੇ ਆ, ਕਿਉਂਕਿ ਅਸੀਂ ਸੁਰਗ 'ਚ ਆ ਕੇ ਦੇਖਿਆ, ਅਸੀਂ ਆਜ਼ਾਦੀ ਫੀਲ ਕੀਤੀ ਆ। ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ ਪੰਜਾਬ ਆ ਸਾਡਾ, ਉਹ ਇੱਥੇ ਬਾਹਰਲੇ ਕੰਟਰੀਆਂ ਨੂੰ ਹੋ ਗਏ। ਅਸੀਂ ਵੀ ਛੱਡ ਕੇ ਉੱਥੇ ਆਉਣ ਨੂੰ ਤਿਆਰ ਆ, ਕਿਉਂਕਿ ਇਹ ਕੋਈ ਕਹਿੰਦਾ ਜੀ ਤੁਸੀਂ ਉੱਥੇ, ਅਸੀਂ ਉੱਥੇ ਆਵਾਂਗੇ। ਅਸੀਂ ਫੈਕਟਰੀਆਂ ਖੋਲਾਂਗੇ ਜਦੋਂ ਸਾਨੂੰ ਖਤਰਾ ਨਹੀਂ ਹੈ। ਅਸੀਂ ਉੱਥੇ ਇੱਕ ਫਲੋਰ ਦੇ 6 ਫਲੋਰ ਬਣਾ ਦਾਂਗੇ। ਕਿਸੇ ਤੇ ਫੁੱਲ ਬੀਜਿਆ, 1 ਕਿੱਲੇ ਵਾਲਾ 6 ਕਿੱਲੇ ਬੀਜੂਗਾ। ਸਾਰਾ ਕੁਝ ਤੁਹਾਡਾ, ਅਸੀਂ ਹਰ ਇੱਕ ਬੰਦੇ ਕੋਲ ਗੱਡੀ ਹੋਊਗੀ ਤਾਂ ਹਰ ਇੱਕ ਹੀ ਗੱਡੀ ਦੇ ਝੂਟਣਗੇ। ਇਹ ਨਹੀਂ ਹੋਊਗਾ ਕਿ ਅਸੀਂ ਮਰ ਜਾਾਂਗੇ, ਅਸੀਂ ਹਿੰਮਤੀ ਹੋਵਾਂਗੇ। ਅਸੀਂ ਵੀ ਦੇਖ ਕੇ ਜਾਣਾ ਚਾਹੁੰਦੇ ਆ। ਸਾਨੂੰ ਵੀ 35 ਸਾਲ ਹੋ ਗਏ ਲੱਗਿਆਂ ਨੂੰ ਇਸ ਪਾਸੇ, ਅਸੀਂ ਪਿੱਛੇ ਨੂੰ ਨਹੀਂ ਹਟਿਆ ਕੋਈ। ਸਾਨੂੰ ਪਤਾ ਵਾ ਸਾਰੇ ਕੰਟਰੀਆਂ 'ਚ ਅਸੀਂ ਹੈਲਪ ਕਰਦੇ ਆ। ਤੁਸੀਂ ਦੱਸੋ ਸਾਡੇ ਕੋਲੇ ਕੀ ਘਾਟਾ? ਅਸੀਂ ਤੁਹਾਡੇ ਕਰਕੇ ਲੜ ਰਹੇ ਹਾਂ। ਸਾਰੇ ਪੰਜਾਬ ਨੂੰ ਅਸੀਂ ਕੈਨੇਡਾ ਵਾਂਗੂ ਦੇਖਣਾ ਚਾਹੁੰਦੇ ਆ। ਇਸ ਕਰਕੇ ਮੈਂ ਸਾਰੀ ਸਾਧ ਸੰਗਤ ਨੂੰ ਕਹਿਣਾ, ਆਪਾਂ ਨੇੜੇ ਫਿਰਦੇ ਆ। ਆਪਣੀ ਦੁਨੀਆ 'ਚ ਪਛਾਣ ਬਹੁਤ ਹੋ ਗਈ ਆ। ਅਸੀਂ ਜਿਹੜਾ ਲੰਗਰ ਵੀ ਛਕਾਉਂਦੇ ਆ ਉਹਨਾਂ ਦਾ ਵੀ ਥੈਂਕ ਯੂ ਕਰਦੇ ਆ, ਕਿਉਂਕਿ ਅਸੀਂ ਦੁਨੀਆ 'ਚ, ਸਾਡੀ ਹਰ ਕੰਟਰੀ ਕਹਿੰਦਾ ਵੀ ਕੋਈ ਸਿੱਖ ਕੌਮ ਆ। ਵਰਨਾ ਤਾਂ ਸਾਨੂੰ ਇਹ ਨਹੀਂ ਸੀ, ਰੈਕੋਨਾਈਜ਼ ਕਰਨ ਨੂੰ ਤਿਆਰ ਨਹੀਂ ਸੀ। ਅੱਜ ਸਾਡੇ ਕੋਲੇ ਅਸੀਂ ਇੱਕ ਕੰਟਰੀ ਤੋਂ ਰੈਕੋਨਾਈਜ਼ ਕਰਾਇਆ, ਇਕਾਡੋਰ ਤੋਂ। ਉਦੋਂ ਉਹ ਵੀ ਡਾਕਟਰ ਚੌਹਾਨ ਸਾਹਿਬ ਨੇ, ਅਸੀਂ ਰੈਕੋਨਾਈਜ਼ ਹੋ ਗਏ ਸੀ। ਉਹਦੀ ਮੈਸੇਜ ਚੁਕਾਈ ਗਈ ਰਾਤ ਦੇ 12 ਵਜੇ ਇੰਡੀਆ ਤੋਂ, ਦਿੱਲੀ ਤੋਂ, ਇਕਾਡੋਰ ਦੀ। ਇਸ ਕਰਕੇ ਸਾਡੇ ਕੋਲੇ ਅੱਜ ਹਰ ਕੰਟਰੀ 'ਚ ਜਿਹਦੀ ਅਸੀਂ ਹੈਲਪ ਕਰਦੇ ਹਾਂ। ਇੰਡੀਆ ਨਹੀਂ ਚਾਹੁੰਦਾ ਸਾਡੀ ਹੈਲਪ, ਉਹ ਦੇਖੇ ਵੀ ਲੋਕਾਂ ਨੇ ਸਾਡੇ ਲੰਗਰ ਛਕਾਉਂਦੇ ਆ, ਜਾਂ ਸਾਡੇ ਬਾਹਰਲੇ ਕੰਟਰੀਆਂ 'ਚ ਸਾਡੇ ਲਿੰਕ ਬਣਦੇ ਆ। ਅੱਜ ਸਾਨੂੰ ਪ੍ਰਮਾਤਮਾ ਨੇ, ਗੁਰੂ ਸਾਹਿਬ ਨੇ, ਉਹ ਰਾਜ ਦੇ ਨੇੜੇ ਲੈ ਗਿਆ। ਅੱਜ ਸਾਨੂੰ ਐਡੇ ਸਾਡੇ ਅਫੀਸਰਾਂ ਜੋਬਾਂ ਤੇ ਚਲੇ ਗਏ। ਸਾਡੇ ਵੱਡੇ ਗਵਰਨਰ ਤੱਕ ਜਾਣੀ ਬਣ ਗਏ, ਲਾਰਡ ਬਣ ਗਏ, ਸਾਰੇ ਥਾਈਂ ਆਪਣੇ MP ਬਣ ਗਏ, ਮਿਨਿਸਟਰ ਬਣ ਗਏ। ਅੱਜ ਅਸੀਂ ਇਹ ਨਾ ਸੋਚੋ ਬੋਲਦੇ ਨਹੀਂ ਹੈ, ਉਹਨਾਂ ਨੇ ਉਹ ਕੰਟਰੀ ਚਲਾਉਣੀ ਆ। ਉਹ ਸਾਡੇ ਹੀ ਆ, ਸਾਡੇ ਹੀ ਰਹਿਣੇ ਆ। ਠੀਕ ਹੈ, ਇੱਕ ਬੋਲੂਗਾ ਦੂਆ ਬੋਲੂਗਾ, ਤੁਸੀਂ ਵਰੀ ਨਾ ਕਰੋ। ਅਸੀਂ ਤੁਹਾਡਾ ਇਹੋ ਜਿਹਾ ਦੇਖ ਕੇ ਜਾਣਾ ਚਾਹੁੰਦੇ ਆ। ਅੱਜ ਨਵੀਂ ਪੀੜ੍ਹੀ ਵੀ ਸਾਡੀ ਇਹ ਮੰਗਦੀ ਆ। ਅਸੀਂ ਚਾਹੁੰਦੇ ਆ ਛੇਤੀ ਤੋਂ ਛੇਤੀ ਖਾਲਿਸਤਾਨ ਬਣੇ। ਅਸੀਂ ਕਹਿੰਦੇ ਆ ਇੰਡੀਆ ਵਾਲੇ ਸਾਡੀ ਜਿਹੜੀਆਂ ਜਥੇਬੰਦੀਆਂ ਉਹ ਤਿਆਰੀ ਕਰਨ, ਕਿਉਂਕਿ ਅਸੀਂ ਬਣਾ ਕੇ ਉਹਨਾਂ ਨੂੰ ਹੀ ਦੇਣਾ। ਅਸੀਂ ਥੋੜਾ ਚਿਰ ਕੱਟ ਸਕਦੇ, 4 ਮਹੀਨੇ, ਸਾਲ ਮਹੀਨੇ। ਸਾਡੀਆਂ ਜਿਹੜੀਆਂ ਇੱਥੋਂ ਦੀਆਂ ਪਨੀਰੀਆਂ ਪੜ੍ਹੀਆਂ ਲਿਖੀਆਂ ਟ੍ਰੇਨਡ ਹੋ ਕੇ ਜਾਣਗੀਆਂ, ਉਹ ਸਾਰੇ। ਇਹ ਤਾਂ ਰਾਤੋਂ ਰਾਤ ਕਰਪਸ਼ਨ ਨਹੀਂ ਰਹਿਣੀ ਉੱਥੇ, ਰਾਤੋਂ ਰਾਤ ਉੱਥੇ ਬੰਦੇ ਨਹੀਂ। ਪਹਿਲਾਂ ਦੱਸੋ ਜਦੋਂ ਖਾੜਕੂ ਜਥੇ ਮੂਵਮੈਂਟ ਸੀ, ਉਦੋਂ ਕਦੋਂ ਸੀ ਕਿੱਥੇ ਰੇਪ ਹੁੰਦੇ?
ਕਦੋਂ ਸੀ ਡਰੱਗ ਵਿਕਦੀ, ਕਦੋਂ ਸੀ ਕਿਸੇ ਨਾਲ ਧੱਕਾ ਹੁੰਦਾ ਗਰੀਬ ਨਾਲ। ਅਸੀਂ ਸਾਰਾ ਕੁਝ ਦੇਖਿਆ। ਅਸੀਂ ਇਹ ਕਹਿੰਦੇ ਵੀ ਇੱਕ ਬੰਦਾ, ਗੌਰਮੈਂਟ ਨੇ ਵਿੱਚ ਬੰਦੇ ਬਾੜ ਕੇ ਸਾਨੂੰ ਬਦਨਾਮ ਕਰਤਾ ਸਾਡੀਆਂ ਮੂਵਮੈਂਟਾਂ ਨੂੰ। ਇਸ ਕਰਕੇ ਗੌਰਮੈਂਟਾਂ ਕਰਦੀਆਂ ਹੀ ਹੁੰਦੀਆਂ, ਡਰਨ ਦੀ ਲੋੜ ਨਹੀਂ ਹੈ। ਹਰ ਬੰਦੇ ਨਾਲ ਹੁੰਦਾ, ਸਾਰੀਆਂ ਕੰਟਰੀਆਂ ਨਾਲ ਹੋਇਆ। ਜਿਵੇਂ ਹੁਣ ਕਹਿੰਦੇ ਲੋਕ ਪੁੱਛਦੇ ਆ ਵੀ ਹਾਂ ਜੀ 2020 ਕੀ ਹੋਊਗਾ। ਮੈਂ ਤੁਹਾਨੂੰ ਸਹੀ ਗੱਲ ਕਹਿਣਾ, ਆਮ ਬੰਦੇ ਕੁਐਸਚਨ ਕਰਦੇ ਆ। ਮੈਂ ਉਦੋਂ ਦਾ 84 ਵੇਲੇ ਦਾ ਦੇਖਦਾ, ਮੈਨੂੰ ਪਤਾ ਵੀ 2020 'ਚ ਸਾਡੇ ਕੋਲੇ ਰਾਹ ਹੋ ਜਾਣਾ ਕਿ ਅਸੀਂ UNO 'ਚ ਗੱਲ ਕਰ ਲੈਣੀ ਹੈ, ਕਿਉਂਕਿ ਸਾਡੀ UNO ਤੋਂ ਪਹਿਲੀ ਡੋਰ ਖੋਲਣ ਦੀ ਗੱਲ ਆ। ਜਦੋਂ ਸਾਡੀ ਡੋਰ ਖੁੱਲ ਗਈ ਤੇ ਫਿਰ ਅਸੀਂ ਕੰਟਰੀਆਂ ਦੀ ਲੌਬੀ ਕਰਦੇ ਹਾਂ ਨਾਲ ਦੀ ਨਾਲ, ਸਾਨੂੰ ਅਗਲਿਆਂ ਨੇ ਰੈਕੋਗਨਾਈਜ਼ ਕਰ ਦੇਣਾ, ਦੈਨ ਵੀ ਕੈਨ ਟਾਕ। ਜਿਹੜੀ ਹੁਣ ਟੇਬਲ ਦੀ ਗੱਲ ਕਰਦੇ, ਕੋਈ ਟੇਬਲ ਨਹੀਂ ਦਿੰਦਾ ਹੁੰਦਾ। ਦੁਸ਼ਮਣ ਜਿਹੜਾ ਆਪਣਾ ਦੁਸ਼ਮਣ ਆ, ਉਹ ਤਾਂ ਅਸੀਂ ਜਾਣਦੇ ਆ ਕਿ ਸਾਡਾ ਦੁਸ਼ਮਣ ਤਾਂ ਔਰੰਗਜ਼ੇਬ ਨਾਲ ਭੈੜਾ। ਸਾਡੇ ਜਿਹੜੇ ਵਿੱਚ ਲੀਡਰ ਖਰੀਦੇ ਆ ਉਹ ਔਰੰਗਜ਼ੇਬ ਨਾਲ ਭੈੜੇ ਆ। ਮੈਚ ਕਰਕੇ ਦੇਖ ਲਓ, ਔਰੰਗਜ਼ੇਬ ਨੇ ਤਾਂ ਇੱਕੋ ਕੰਮ ਕੀਤਾ, ਥੋੜਾ ਜਿਹਾ ਕੀਤਾ, ਲੜਾਈ ਲੜੀ ਆ। ਇਹ ਤਾਂ ਸਾਲੇ ਸਾਡੀ ਗੁਰੂ ਗ੍ਰੰਥ ਸਾਹਿਬ ਵੀ ਖਾ ਗਏ, ਉਹਨੂੰ ਵੀ ਰੋਲਤਾ। ਇਹਨਾਂ ਨੇ ਤਾਂ ਸਾਡਾ ਪਾਣੀ ਵੀ ਵੇਚਤਾ, ਇਹਨਾਂ ਨੇ ਸਾਡੀ ਬਿਜਲੀ ਵੇਚਤੀ, ਇਹਨਾਂ ਨੇ ਸਾਡੇ ਜਵਾਕਾਂ ਨੂੰ ਡਰੱਗ ਤੇ ਲਾਤਾ। ਕੀ ਆਪ ਬਚਿਆ? ਜੇ ਬਾਹਰਲੇ ਸਿੱਖ ਨਾ ਹੋਣ, ਜੇ ਖਾਲਿਸਤਾਨ ਦੀ ਗੱਲ ਨਾ ਹੋਵੇ, ਔਰ ਇਹਨਾਂ ਦੇ ਵੀ ਕੁੱਟ ਪੈਂਦੀ ਦੇਖ ਲਿਓ ਆਉਣ ਵਾਲੇ 2-3 ਸਾਲਾਂ 'ਚ। ਇਹਨਾਂ ਨੂੰ ਵੀ ਕੁੱਟਣਗੇ, ਕੋਈ ਨਹੀਂ ਛੱਡਦਾ ਹੁੰਦਾ। ਇਹਨਾਂ ਦੇ ਮੂੰਹ 'ਚ ਥੁੱਕਣਗੇ ਜਿਹੜੇ ਆ ਫਿਰਦੇ ਆ ਤੁਹਾਡੇ ਬਾਦਲ ਬੁਦਲ ਹੋਰ ਰੱਖੇ ਹੋਏ ਸਾਰੇ ਜਿੰਨੇ ਪੋਲੀਟੀਕਲ ਆ। ਕਿਸੇ ਨੂੰ ਕੁਝ ਨਹੀਂ ਮਿਲਣਾ। ਇੱਕੋ ਹੀ ਗੱਲ ਆ, ਜੇ ਪੰਜਾਬ ਸੇਵ ਕਰਨਾ, ਪੰਜਾਬ ਨੂੰ ਹਰਾ ਭਰਾ ਦੇਖਣਾ ਚਾਹੁੰਦੇ ਅੱਗੇ ਵਾਂਗੂ, ਤੇ ਤੁਹਾਨੂੰ ਖਾਲਿਸਤਾਨ ਤੋਂ ਬਿਨਾਂ ਤੁਹਾਡੇ ਕੋਲੇ ਕੋਈ ਚਾਰਾ ਨਹੀਂ। ਕਿਉਂਕਿ ਅੱਜ ਬਾਹਰ ਸਾਡੇ ਡਰਾਈਵਰ ਜਾਂਦੇ ਆ, ਉਹ ਵਿਚਾਰੇ ਉੱਥੇ ਪਾਣੀ ਨਹੀਂ ਮਿਲ ਰਿਹਾ। ਜੇ ਸਾਡਾ ਕੰਟਰੀ ਹੋਊ, ਜੇ ਅਸੀਂ ਉਹਨਾਂ ਨੂੰ ਦੇਵਾਂਗੇ, ਸਾਡੇ ਬੰਦਿਆਂ ਨੂੰ ਵੀ ਉਵੇਂ ਮੋੜਨਗੇ। ਉਹਨਾਂ ਨੂੰ ਪਤਾ ਹੋਊ ਬੈਠੇ ਆ ਮਗਰ, ਜਿਹਦੇ ਮਗਰ ਕੋਈ ਨਹੀਂ ਹੁੰਦਾ, ਉਹ ਜਿਹੜੇ ਗੁਲਾਮ ਹੁੰਦੇ ਉਹਨਾਂ ਦਾ ਆਹੀ ਹਾਲ ਹੁੰਦਾ। ਸਾਨੂੰ ਕੋਈ ਬਰੀ ਨਹੀਂ ਹੈ। ਅਸੀਂ ਸਾਰੇ ਜਿੰਨੇ ਬੰਦੇ ਜੂਝ ਰਹੇ ਆ, ਅਸੀਂ ਉਹਨਾਂ ਨੂੰ ਪੈਨਸ਼ਨਾਂ ਵੀ ਲਾਵਾਂਗੇ, ਉਹਨਾਂ ਨੂੰ ਘਰ ਵੀ ਬਣਾ ਕੇ ਦੇਵਾਂਗੇ। ਸਾਡਾ ਬਣਤਾ ਜਾਣ ਦਿਓ, ਕਿਉਂਕਿ ਸਾਡੇ ਖਰਚੇ ਹੀ ਇੰਨੇ ਆ। ਲੋਕਾਂ ਦੇ ਖਾ ਗਏ, ਫਲਾਨਾ ਖਾ ਗਿਆ, ਫਲਾਨਾ ਖਾ ਗਿਆ। ਕੋਈ ਇੱਕ ਖਾਲਿਸਤਾਨੀ ਬੰਦਾ 1 ਰੁਪਈਆ ਨਹੀਂ ਖਾਂਦਾ। ਠੀਕ ਆ, ਜੇ ਕਿਸੇ ਦੇ ਘਰੇ ਰੱਖਤੇ ਤਾਂ ਦੱਬ ਗਿਆ ਹੋ ਜਾਂ ਬੰਦਾ ਮਰ ਗਿਆ, ਉਹ ਕਿੱਥੋਂ ਲੱਭੇ ਬੰਦੇ ਪੈਸੇ? ਹੋ ਸਕਦਾ ਲਾਲਚ ਹੋ ਗਿਆ ਹੋਵੇ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ, ਖਾਲਿਸਤਾਨੀ ਬੰਦੇ ਨੇ ਕਦੇ 1 ਪੈਸਾ ਨਹੀਂ ਖਾਦਾ। ਜਿਹੜਾ ਖਾਲਿਸਤਾਨ ਤੱਕ ਅੱਜ ਤੱਕ ਖੜਾ, ਕੋਈ ਬੰਦਾ ਲੈ ਆਓ, ਈਵਨ ਮਾਨ ਦਲ ਲੈ ਆਓ, ਉਹਨਾਂ ਦੇ ਬੰਦੇ ਅੰਮ੍ਰਿਤਸਰ ਅਕਾਲੀ ਦਲ ਦੇ ਬੰਦੇ ਲੈ ਆਓ, ਚਾਹੇ ਉਹ ਬਿੱਟੂ ਹੁਣੀ ਲੈ ਆਓ, ਚਾਹੇ ਉਹ ਦਲ ਖਾਲਸਾ ਲੈ ਆਓ, 5 ਪ੍ਰਧਾਨੀ ਲੈ ਆਓ, ਸਾਰੇ ਨੂੰ ਲੈ ਆਓ। ਇਹਦੇ ਯਾਰ ਕੋਈ 1 ਪੈਸਾ ਖਾ ਗਿਆ ਹੋਵੇ, ਸਾਨੂੰ ਪ੍ਰੂਫ ਦੇ ਦਿਓ ਆ ਕੇ। ਮੈਂ ਤੁਹਾਨੂੰ ਇਹ ਕਹਿਣਾ ਵੀ ਕੋਈ 1 ਪੈਸਾ ਨਹੀਂ ਖਾਂਦਾ। ਇਹ ਵਹਿਮ, ਖਰਚੇ ਵੀ ਹੁੰਦੇ ਆ ਵੀਰੋ। ਆਪਾਂ ਘਰੋਂ ਸ਼ਹਿਰ ਜਾਂਦੇ ਆ, ਘਰ ਦੇ ਕਿਤੇ ਦਾਲ ਮਸਰੀ ਲੈਣ ਜਾਂਦੇ, ਉੱਥੇ ਚਾਹ ਵੀ ਪੀਤੀ ਜਾਂਦੀ ਹੈ, ਡਾਲਰ ਇੰਨਾ ਖਰਚਾ ਹੋ ਜਾਂਦਾ, ਗੱਲ ਹੀ ਛੱਡੋ। ਹੁਣ ਤੁਹਾਨੂੰ ਤਾਂ ਪਤਾ ਹੀ ਨਹੀਂ, ਛੱਡ ਕੇ ਭੱਜਣਾ ਪੈਂਦਾ। ਕੋਠੀ ਲਈ ਛੱਡ ਕੇ ਭੱਜਣੀ ਪਈ ਹੈ, ਕਿੰਨੀਆਂ ਕੋਠੀਆਂ ਲੈਣੀਆਂ ਪੈਂਦੀਆਂ, ਘਰ ਲੈਣੇ ਪਏ ਰੈਂਟਾਂ ਤੇ, ਛੱਡ ਕੇ ਭੱਜਣੇ ਪੈਂਦੇ ਆ। ਸਣੇ ਜਿਹੜੀਆਂ ਕਨਵੈਂਸ ਕਾਰਾਂ ਵੀ ਛੱਡ ਕੇ ਭੱਜਣੀਆਂ ਪੈਂਦੀਆਂ। ਸੋ ਇਹ ਜਿਹੜੇ ਕੰਮ ਆ, ਏਡੇ ਕੰਮ ਹੁੰਦੇ ਆ, ਐਵੇਂ ਨਹੀਂ ਹੁੰਦੇ। ਤੁਸੀਂ ਵਰੀ ਨਾ ਕਰੋ, ਕੋਈ ਨਹੀਂ। ਜੇ ਇੱਕ ਦਾ ਵਿੱਚ ਖਾਂਦਾ, ਸਾਰੇ ਕੰਟਰੀਆਂ 'ਚ ਇਹੋ ਜਿਹੇ। ਇਹ ਆਪਾਂ ਨਹੀਂ ਕੱਲੀ, ਆਪਾਂ ਆਪ ਨੂੰ ਨਾ ਮਾੜਾ ਕਹੋ, ਆਪਾਂ ਕਦੇ ਵੀ ਆਪਾਂ ਨੂੰ ਮਾੜਾ ਨਾ ਕਹੋ। ਸਿੱਖ ਕੌਮ 99% ਚੰਗੀ ਆ ਲੋਕਾਂ ਨਾਲੋਂ। ਲੋਕਾਂ ਦੇ ਵਿੱਚ ਵੜ ਕੇ ਦੇਖੋ ਤੁਸੀਂ। ਅਸੀਂ ਬਾਹਰਲੇ ਕੰਟਰੀਆਂ 'ਚ ਸਾਰਿਆਂ 'ਚ ਵੜ ਕੇ ਦੇਖਿਆ, ਤੇ ਅਸੀਂ ਤੁਹਾਨੂੰ ਕੰਟਰੀ ਦੀ ਗੱਲ ਦੱਸੀਏ, ਛੋਟੇ ਛੋਟੇ ਕੰਟਰੀ ਵੀ ਹੈਗੇ ਆ, ਆਪਾਂ ਤਾਂ ਬਹੁਤ ਵੱਡੇ ਆ। ਫਿਰ ਵੀ ਉਹ ਤਾਂ ਬਾਕੀ ਲੈ ਲਾਂਗੇ ਨਾ। ਸਾਡੇ ਅਗਲੇ ਆ ਕੇ ਸਾਈਨ ਕਰਨਗੇ ਵੀ ਸਾਨੂੰ ਨਾਲ ਲਾ ਲਓ, ਜਿਵੇਂ ਅਮਰੀਕਾ ਨਾਲ ਲੋਕ ਰਲ ਨੂੰ ਫਿਰਦੇ ਆ। ਕਿਉਂਕਿ ਤੁਸੀਂ ਉਹਨਾਂ ਨੂੰ ਐਜੂਕੇਸ਼ਨ ਬੱਚਿਆਂ ਨੂੰ, ਯੂਨੀਫਾਰਮਾਂ ਬੱਚਿਆਂ ਨੂੰ, ਫੂਡ ਬੱਚਿਆਂ ਨੂੰ, ਸਾਰਾ ਕੁਝ ਅਫੋਰਡ ਕਰਨਾ, ਕਿਵੇਂ ਆਰਗੇਨਾਈਜ਼ ਕਰਨਾ। ਇਹ ਭੁਲੇਖਾ ਕੱਢ ਦਿਓ, ਸਿੱਖਾਂ ਕੋਲੇ ਹੈ ਨਹੀਂ ਕੁਛ, ਸਿੱਖਾਂ ਦਾ ਦਿਮਾਗ ਨਹੀਂ, ਸਿੱਖ ਚੱਲਦੇ ਨਹੀਂ। ਸਿੱਖ ਕੰਮ ਕਰੀ ਜਾਂਦੇ ਆ। ਅੱਜ ਦੁਨੀਆ ਦੇ ਉੱਤੇ ਤੁਹਾਡੇ ਝੰਡੇ ਝੂਲਦੇ ਆ। ਅੱਜ ਦੁਨੀਆ ਦੇ ਉੱਤੇ ਤੁਹਾਡੇ ਹਰ ਸਿਟੀ ਦੇ ਵਿੱਚ ਝੰਡਾ ਝੂਲ ਰਿਹਾ। ਅੱਜ ਤੁਹਾਨੂੰ ਸਾਰਾ ਕੁਝ ਸਿਟੀਆਂ 'ਚ ਪਾਸ ਕੀਤਾ। ਸਿੱਖ ਵੱਖਰੀ ਕੌਮ ਆ, ਉੱਥੇ ਮਰ ਗਏ ਆਪਾਂ ਸਿੱਖ ਵੱਖਰੀ ਕੌਮ ਕਰਦੇ। ਸਾਨੂੰ ਵੱਖਰੀ ਕੌਮ ਤਾਂ ਹਜੇ ਤੱਕ ਨਹੀਂ ਮੰਨਣ ਡਏ। ਆਨੰਦ ਕਾਰਜ ਐਕਟ ਨਹੀਂ ਹਜੇ ਤੱਕ ਬਣਾਇਆ ਗਿਆ, ਪਾਕਿਸਤਾਨ ਵਾਲਿਆਂ ਨੇ ਬਣਾਤਾ, ਸਾਡਾ ਹੋਰ ਥਾਂ ਬਣਾ ਗਿਆ। ਇਹ ਕਿਉਂ ਨਹੀਂ ਬਣਾਉਂਦੇ ਬਈ? ਓਕੇ, ਇਹ ਤਾਂ ਸਾਡਾ ਸਾਰਾ ਤੋੜ ਦਿੰਦੇ ਆ। ਇਹਨਾਂ ਨੇ ਤਾਂ ਸਾਡੀ ਸਿੱਖ ਰਾਜਮੈਂਟ ਤੋੜਤੀ, ਅਗਲਿਆਂ ਨੇ ਬਣਾਤੀ। ਇਹ ਚੀਜ਼ਾਂ ਦੇਖਣ ਵਾਲੀਆਂ ਵੀਰੋ, ਜਿੰਨਾ ਚਿਰ ਤੁਹਾਡਾ ਬੈਕ ਘਰ ਨਹੀਂ ਹੈਗਾ, ਤੁਹਾਡਾ ਕੁਛ ਨਹੀਂ। ਆ ਸਫਾਈ ਵੀ ਹੋ ਜੂਗੀ, ਜਿਹੜੀ ਕਹਿੰਦੇ ਗੰਦ ਪੈਂਦਾ, ਸਫਾਈ ਵੀ ਹੋ ਜਾਣੀ ਆ। ਜਦੋਂ ਘਰ ਆਪਦਾ ਹੁੰਦਾ ਹਰ ਇੱਕ ਸਾਫ਼ ਕਰਦਾ, ਜਦੋਂ ਕਿਸੇ ਦਾ ਘਰ ਹੁੰਦਾ ਕੋਈ ਸਾਫ਼ ਨਹੀਂ ਕਰਦਾ ਵੀਰੋ। ਉਹਨਾਂ ਨੂੰ ਇਹ ਲੱਗਦਾ ਵੀ ਸਾਡਾ ਨਹੀਂ ਹੈਗਾ ਕੁਛ, ਚਲੋ ਛੱਡੋ। ਪਰ ਜਿੱਦਣ ਤੁਹਾਡਾ ਘਰ ਬਣ ਗਿਆ, ਤੁਸੀਂ ਦੇਖੋ ਕਿਸ ਤਰ੍ਹਾਂ ਰਹਿਣਾ। ਤੁਸੀਂ ਸਵੇਰਾਂ ਵਾਂਗੂ ਰਹੋਗੇ, ਤੁਹਾਡੇ ਕੋਲ ਸਾਰਾ ਕੁਛ ਆ, ਤੁਹਾਨੂੰ ਸਭ ਕੁਝ ਲੈ ਕੇ ਦੇਵਾਂਗੇ। ਜਿੰਨਾ ਚਿਰ ਸਾਡੇ 'ਚ ਦਮ ਆ, ਸਾਰਾ ਕੁਝ ਲੈ ਕੇ ਦੇਵਾਂਗੇ। ਵਰੀ ਨਾ ਕਰੋ। ਕਿਉਂਕਿ ਜਿਹੜੀ ਇੱਕ ਗੱਲ ਹੋਰ ਮੈਂ ਬਹੁਤ ਜ਼ਿਆਦਾ ਸੁਣਦਾ ਲੋਕਾਂ ਤੋਂ, ਜਿਹੜੀ ਕਹਿੰਦੇ ਆ ਜੀ ਫਲਾਣੇ ਨੂੰ ਮਦਦ ਨਹੀਂ ਪਹੁੰਚੀ। ਜੇ ਉਹ ਦੱਸਣਗੇ ਕਿਸੇ ਦਾ ਨਾਂ, ਉਹਨਾਂ ਤੇ ਕੇਸ ਦਰਜ ਹੋ ਜਾਂਦਾ। ਪੁਲਿਸ ਦਾ ਡਰ ਬਹੁਤ ਆ। ਬਾਹਰੋਂ ਜਿਹੜੇ ਬੰਦੇ ਹੈਲਪ ਕਰਦੇ ਆ, ਹੁੰਦੀ ਆ ਹੈਲਪ, ਪਰ ਉਹਨਾਂ ਨੂੰ ਕਿਵੇਂ ਸਮਝਾਈਏ ਕਿ ਬਾਹਰਿਆਂ ਤੇ ਕੇਸ ਵੀ ਪਾਉਂਦੇ ਆ, ਪੈਸੇ ਭੇਜਣ ਦੇ, ਚਾਹੇ ਲੰਗਰ ਵਾਸਤੇ ਭੇਜੀਏ, ਚਾਹੇ ਉਹ ਜਿਹੜੇ ਉੱਥੇ ਵਾਲੇ ਆ, ਉਹਨਾਂ ਤੋਂ ਵਿਚਾਰਿਆਂ ਨੂੰ ਡਰ ਹੈਗਾ ਹੀ ਆ। ਉਹ ਜੇ ਕੋਈ ਪੁੱਛਣ ਜਾਂਦਾ, ਉਹ ਏਜੰਸੀ ਵਾਲਾ ਸਮਝ ਕੇ ਕਹਿੰਦੇ ਜੀ ਸਾਨੂੰ ਤਾਂ ਕੁਛ ਆਇਆ ਨਹੀਂ, ਅਸੀਂ ਤਾਂ ਮਰਦੇ ਆ ਜੀ, ਭੁੱਖੇ ਸੀ, ਫਲਾਣਾ ਸੀ। ਉਹਨੂੰ ਕੱਟ ਕੇ ਮੂਵੀਆਂ ਬਣਾ ਕੇ ਬਾਹਰ ਭੇਜਦੇ ਆ, ਜਿਹੜੇ ਪੈਸੇ ਬਣਾਉਣ ਵਾਲੀਆਂ ਜਥੇਬੰਦੀਆਂ ਬਣਾਈ ਬੈਠੇ ਆ।
ਇਸ ਕਰਕੇ ਤੁਸੀਂ ਬਰੀ ਨਾ ਕਰੋ। ਸਾਨੂੰ ਘਰ ਘਰ ਦਾ ਫਿਕਰਾ ਵੀਰੋ, ਅਸੀਂ ਵੀ ਤਾਂ ਆਪਦੇ ਜਵਾਕ ਛੱਡ ਕੇ ਬਾਹਰ ਜੰਮੇ ਹੋਏ ਛੱਡ ਕੇ ਤੁਰੇ ਫਿਰਦੇ ਆ। ਅਸੀਂ ਤੁਹਾਡਾ ਸਭ ਕੁਝ ਕੈਨੇਡਾ ਨੂੰ ਅਸੀਂ ਵੀ ਚਾਹੁੰਦੇ ਆ ਦੇਖਣਾ, ਸਾਡੇ ਭੈਣ ਭਰਾ ਕੈਨੇਡਾ ਨੂੰ ਫਿਰਨ, ਇਹਨਾਂ ਕੋਲੇ ਵੀ ਗੱਡੀਆਂ ਹੋਵੇ, ਇਹ ਵੀ ਨਾ ਤੁਰੇ ਫਿਰਨ ਸੜਕਾਂ ਤੇ ਮੰਗਦੇ, ਇਹਨਾਂ ਸਿਰ ਵੀ ਘਰ ਜਾਣਾ ਹੋਵੇ। ਸੋ ਇਸ ਕਰਕੇ ਅਸੀਂ ਤੁਹਾਨੂੰ ਦੇਖਣਾ ਚਾਹੁੰਦੇ ਹਾਂ। ਬਾਕੀ ਸਾਰੀ ਸਾਧ ਸੰਗਤ ਨੂੰ ਦਿਲ ਰੱਖੋ, ਡੋਲੋ ਨਾ, ਬਣੂਗਾ ਤੁਹਾਡਾ ਵੀ ਘਰ ਬਣੂਗਾ, ਔਰ ਇੰਨਾ ਵਧੀਆ ਬਣੂਗਾ, ਤੁਹਾਡਾ ਸਾਰਾ ਕੁਝ ਹੋਊਗਾ। ਤੁਸੀਂ ਜਿਹੜਾ ਕੁਝ ਕਹੋਗੇ, ਅੱਜ ਕੱਲ ਉਹ ਜ਼ਮਾਨੇ ਸੀ ਜਦੋਂ 30 ਮੀਲ ਦੀ ਕਿਲੋਮੀਟਰ ਦੀ ਸਪੀਡ ਨਾਲ ਸ਼ਿਪ ਜਾਂਦੇ ਸੀ। ਸਾਨੂੰ ਸ਼ਿਪਾਂ ਦੀ ਲੋੜ ਨਹੀਂ ਹੈ, ਸਾਡੇ ਕੋਲ ਹਾਈਵੇ ਹੈਗੇ ਯੂਰਪ ਤੱਕ ਜਾਣ ਨੂੰ, ਸਾਡੇ ਕੋਲ ਜਹਾਜ਼ ਹੋਣਗੇ, ਜਹਾਜ਼ ਜਾਇਆ ਕਰਨਗੇ। ਜਿਹੜਾ ਅਸੀਂ ਮਹੀਨੇ 'ਚ ਸਮਾਨ ਲੈ ਜਾਣਾ, ਸਾਡੀਆਂ ਸਬਜ਼ੀਆਂ ਸਾਡੀਆਂ ਫਰੈਸ਼ ਅਰਬ ਤੱਕ ਜਾਣਗੀਆਂ। ਤੁਸੀਂ ਦੇਖੋ ਸਾਡੇ ਰਿਲੇਸ਼ਨ ਕਿਵੇਂ ਬਣ ਰਹੇ ਆ ਅਰਬ ਕੰਟਰੀਆਂ ਨਾਲ, ਹੋਰਨਾਂ ਨਾਲ। ਹਰ ਬੰਦਾ ਜਿਹੜਾ ਵੀ ਕੰਮ ਕਰ ਰਿਹਾ, ਈਵਨ ਲੰਗਰ ਦਾ ਕਰ ਰਿਹਾ, ਈਵਨ ਉਹ ਹੈਲਪ ਕਰ ਰਿਹਾ, ਸਾਡਾ ਹਰ ਬੰਦਾ, ਅਸੀਂ ਉਹਨਾਂ ਦਾ ਬਹੁਤ ਥੈਂਕ ਯੂ ਕਰਦੇ ਹਾਂ ਕਿ ਸਾਨੂੰ ਤਾਂ ਉੱਪਰ ਤੱਕ ਲੈ ਗਏ ਆ। ਅਸੀਂ ਬਹੁਤ ਨੇੜੇ ਜਾ ਵੜੇ ਆ। ਹੁਣ ਸਾਰੀ ਸਾਧ ਸੰਗਤ ਨੂੰ ਇਸ ਕਰਕੇ ਹਰ ਸਾਲ ਡੈਕਲਾਰੇਸ਼ਨ ਮਨਾਉਣਾ ਚਾਹੀਦਾ, ਖਾਲਿਸਤਾਨ ਡੈਕਲਾਰੇਸ਼ਨ ਹਰ ਸਾਲ ਸਾਰੀਆਂ ਜਥੇਬੰਦੀਆਂ ਮਨਾਓ। ਇਹ ਬਹੁਤ ਵਧੀਆ, ਕਿਉਂਕਿ ਸਾਨੂੰ ਜਿੰਨਾ ਚਿਰ ਅਸੀਂ ਲੋਕਾਂ ਨੂੰ ਇਹਦੇ 'ਚ ਵਗਦੀ ਚੀਜ਼ ਰੱਖਣੀ ਪੈਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੱਲ ਅਸੀਂ ਕਰ ਰਹੇ ਹਾਂ ਜੀ 34 ਸਾਲਾਂ ਦੇ ਇਸ ਲੇਖੇ ਜੋਖੇ ਦੀ। ਉਸ ਤੋਂ ਪਹਿਲਾਂ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਕੀ ਲੋੜ ਪਈ ਸਿੱਖ ਕੌਮ ਨੂੰ, ਜਿਨ੍ਹਾਂ ਨੇ ਆਪਣੀ ਜਿਹੜੀ ਕਿਸਮਤ ਆ ਉਹਦਾ ਫੈਸਲਾ ਜਦੋਂ ਸਨ 1947 ਦੇ ਵਿੱਚ ਕਰਨਾ ਸੀ, ਉਦੋਂ ਉਹਨਾਂ ਨੇ ਇੱਕ ਖਿੱਤੇ ਨੂੰ ਚੂਜ਼ ਕੀਤਾ, ਜਿਹੜੀ ਪਾਕਿਸਤਾਨ ਦੇ ਨਾਲ ਨਾ ਜਾਂਦੇ ਹੋਏ, ਜਾਂ ਆਪਣੀ ਜਿਹੜੀ ਅਡੜੀ ਹੋਂਦ ਹੈ ਉਹਨੂੰ ਨਾ ਆਪਣੇ ਮੁਲਕ ਵਜੋਂ ਜਦਕਿ ਜਿਹੜਾ ਪਹਿਲਾ ਹੱਕ ਸੀ ਉਹ ਸਿੱਖਾਂ ਦਾ ਹੀ ਬਣਦਾ ਸੀ, ਕਿਉਂਕਿ ਬਾਕੀ ਸਾਰੀਆਂ ਛੋਟੀਆਂ ਰਿਆਸਤਾਂ ਸਨ, ਇੱਕ ਸਿੱਖ ਰਾਜ ਹੀ ਸੀ ਜਿਹੜੀਆਂ ਹੱਦਾਂ ਕਾਬੁਲ, ਕੰਧਾਰ, ਚਾਈਨਾ ਤੇ ਉਧਰੋਂ ਗੁਜਰਾਤ ਵਗੈਰਾ ਵਿੱਚ ਲੱਗਦੀਆਂ ਸਨ। ਸੋ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਰਾਜ ਸੀ ਉਹ ਸਰਕਾਰੇ ਖਾਲਸਾ ਰਾਜ ਸੀ। ਕੀ ਕਾਰਨ ਆ ਕਿ ਆਪਣਾ ਇੰਨਾ ਵੱਡਾ ਜਿਹੜਾ ਸਾਡਾ ਉਹ ਕਲੇਮ ਬਣਦਾ ਸੀ ਉਸ ਖਿੱਤੇ ਦੇ ਉੱਤੇ, ਉਹਨੂੰ ਅਸੀਂ ਨਜ਼ਰਅੰਦਾਜ਼ ਕਰਕੇ ਫਿਰ ਵੀ ਆਪਣੀ ਜਿਹੜੀ ਕਿਸਮਤ ਹੈ, ਆਪਣੇ 9 ਮਾਸ ਦਾ ਜਿਹੜਾ ਰਿਸ਼ਤਾ ਦੱਸਣ ਵਾਲੇ ਭਰਾਵਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਇਹਨੂੰ ਤੁਸੀਂ ਇਤਿਹਾਸਕ ਭੁੱਲ ਕਹਿ ਸਕਦੇ ਹੋ, ਗਲਤੀ ਕਹਿ ਸਕਦੇ ਹੋ, ਜਾਂ ਫਿਰ ਇੱਕ ਵਾਰ ਫੇਰ ਕੀਤਾ ਗਿਆ ਜਿਹੜਾ ਵਿਸ਼ਵਾਸ ਹੈ। ਇਤਿਹਾਸ ਤੋਂ ਸਾਡੇ ਲੀਡਰ ਸਾਹਿਬਾਨਾਂ ਨੇ ਕੰਮ ਨਹੀਂ ਲਿਆ, ਇਤਿਹਾਸ ਤੋਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਬਾਰੇ ਨਹੀਂ ਸੋਚਿਆ। ਕਿਵੇਂ ਇਹ ਜਿਹੜੀ ਇੱਕ ਹਿੰਦੂਤਵਾ ਦਾ ਇਹ ਗਲਵਾ ਸਿੱਖਾਂ ਦੇ ਸਿਰ ਸ਼ੁਰੂ ਤੋਂ ਜਿਹੜਾ ਮੰਡਰਾਉਂਦਾ ਆ ਰਿਹਾ, ਸਿੱਖ ਰਾਜ ਦਾ ਜਿਹੜਾ ਜਾਣ ਦਾ ਵੱਡਾ ਕਾਰਨ ਸੀ ਉਹ ਵੀ ਡੋਗਰਿਆਂ ਦੀ ਜਿਹੜੀ ਕੀਤੀ ਹੋਈ ਗੱਦਾਰੀ ਸੀ। ਸੋ ਇਹ ਸਾਰੀਆਂ ਗੱਲਾਂ ਨਜ਼ਰਅੰਦਾਜ਼ ਕਰਦੇ ਹੋਏ ਕਿਵੇਂ ਜਿਹੜੀ ਸਾਡੀ ਕਿਸਮਤ ਹੈ, ਸਾਡੇ ਕੁਝ ਲੀਡਰਾਂ ਨੇ ਫੇਰ ਉਸੇ ਜਿਹੜੀ ਆ ਧਾਰਾ ਦੇ ਨਾਲ ਜੋੜ ਦਿੱਤੀ। ਸੋ ਇਹ ਗੱਲਾਂ ਕਰਨੀਆਂ ਬਣਦੀਆਂ ਨੇ। ਬਟ ਸਾਡੇ ਨਾਲ ਸਰਦਾਰ ਭਗਤ ਸਿੰਘ ਬਰਾੜ ਵੀ ਜੁੜੇ ਨੇ ontario ਗੁਰਦੁਆਰਾ ਕਮੇਟੀਜ਼ ਤੋਂ। ਉਹ ਵੀ ਸਾਨੂੰ ਜਿਹੜਾ ਆਪਣਾ ਮੈਸੇਜ ਦੇਣਗੇ। ਅਸੀਂ ਉਹਨਾਂ ਬਾਰੇ ਜਿਹੜਾ ਉਹਨਾਂ ਦਾ ਮੈਸੇਜ ਸੁਣੀਏ ਤੇ ਗੱਲਬਾਤ ਇਸੇ ਤਰ੍ਹਾਂ ਜਿਹੜੀ ਆ ਉਹ ਜਾਰੀ ਰਹੇਗੀ। ਔਰ ਆਪਾਂ ਅੱਜ ਇਸ ਖੁੱਲੇ ਟਾਈਮ ਦੇ ਵਿੱਚ, ਕਿਉਂਕਿ ਇੱਕ ਦੂਜੇ ਦੇ ਨਾਲ ਆਪਾਂ ਰੂਬਰੂ ਹੋਏ ਆ, ਤੁਹਾਡੇ ਸਵਾਲ ਵੀ ਅਸੀਂ ਲਵਾਂਗੇ। ਸੋ ਇਸ ਵਕਤ ਜਿਹੜਾ ਸਾਡੇ ਮਹਿਮਾਨ ਕੁਝ ਸਾਡੇ ਨਾਲ ਜੁੜੇ ਨੇ, ਅਸੀਂ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਉਹ ਜਾਰੀ ਰੱਖਦੇ ਆ। ਔਰ ਉਸ ਤੋਂ ਬਾਅਦ ਆਪਾਂ ਫਿਰ ਜੁੜਦੇ ਆ ਜੀ। ਸਰਦਾਰ ਭਗਤ ਸਿੰਘ ਬਰਾੜ ਜੁੜੇ ਨੇ ਸਾਡੇ ਨਾਲ, ontario ਗੁਰਦੁਆਰਾ ਕਮੇਟੀਜ਼ ਦੇ ਇਹ ਨੁਮਾਇੰਦੇ ਨੇ, ਔਰ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਡਾਇਸਪੋਰਾ ਸਿੱਖਸ ਵੱਲੋਂ। ਜਿੰਨਾ ਵੀ ਕੰਮ ਜਿਹੜਾ ਕੈਨੇਡਾ ਦੇ ਵਿੱਚ ਖਾਸ ਕਰ ਕੀਤਾ ਜਾਂਦਾ, ਸਰਦਾਰ ਬਰਾੜ ਸਾਹਿਬ ਜਿਹੜੇ ਨੇ ਇਹ ਬਹੁਤ ਅਹਿਮ ਭੂਮਿਕਾ ਉਹਦੇ ਵਿੱਚ ਨਿਭਾਉਂਦੇ ਆ ਰਹੇ ਨੇ। ਸੋ ਅਸੀਂ ਇਹਨਾਂ ਦੇ ਵਿਚਾਰ ਸੁਣਦੇ ਹਾਂ ਜੀ ਬਰਾੜ ਸਾਹਿਬ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20ਵੀਂ ਸਦੀ ਦੇ ਮਹਾਨ ਸਿੱਖ, ਮਹਾਨ ਸੂਰਬੀਰ ਯੋਧੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਬਚਨ ਸਨ ਕਿ ਜਿਸ ਦਿਨ ਹਿੰਦੁਸਤਾਨ ਦੀ ਗਵਰਨਮੈਂਟ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰੇਗੀ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਆਪ ਸਭ ਨੂੰ ਪਤਾ ਹੈ 1984 ਦੇ ਵਿੱਚ ਜੋ ਹੋਇਆ, ਉਸ ਤੋਂ ਉਪਰੰਤ 29 ਅਪ੍ਰੈਲ 1986 ਨੂੰ ਸਰਬੱਤ ਖਾਲਸਾ ਦੀ ਇਕੱਤਰਤਾ ਜੋ ਅਕਾਲ ਤਖ਼ਤ ਸਾਹਿਬ ਵਿਖੇ ਹੋਈ, ਉਸ ਦੇ ਵਿੱਚ ਖਾਲਿਸਤਾਨ ਐਲਾਨਨਾਮਾ ਕੀਤਾ ਗਿਆ। ਅੱਜ ਉਸ ਦੀ ਵਰ੍ਹੇਗੰਢ ਹੈ। ਦਾਸ ਆਪਣੇ ਵੱਲੋਂ ontario ਗੁਰਦੁਆਰਾ ਕਮੇਟੀ ਵੱਲੋਂ ਆਪ ਸਮੂਹ ਸੰਗਤਾਂ ਨੂੰ ਖਾਲਿਸਤਾਨ ਐਲਾਨਨਾਮੇ ਦੀ ਵਰ੍ਹੇਗੰਢ ਤੇ ਲੱਖ ਲੱਖ ਵਧਾਈਆਂ ਦਿੰਦਾ ਹੈ। ਅਤੇ ਨਾਲ ਹੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਸਤਿਗੁਰੂ ਜੀ ਆਪ ਸਹਾਈ ਹੋਣ, ਖਾਲਸਾ ਪੰਥ ਦੀ ਬਾਹ ਫੜ ਕੇ ਖਾਲਸਾ ਪੰਥ ਦੀ ਮੰਜ਼ਿਲੇ ਮਕਸੂਦ
ਖਾਲਿਸਤਾਨ ਪ੍ਰਾਪਤ ਕਰਨ ਲਈ ਸਹਾਈ ਹੋਣ। ਗੁਰੂ ਸਾਹਿਬ ਆਪ ਅਗਵਾਈ ਕਰਨ ਔਰ ਇਸ ਮੰਜ਼ਿਲ ਪ੍ਰਾਪਤੀ ਦੇ ਵਿੱਚ ਸਾਨੂੰ ਸਫਲਤਾ ਮਿਲੇ। ਇਸ ਦੇ ਨਾਲ ਨਾਲ ਹੀ ਦਾਸ ਸਮੂਹ ਅੰਟੇਰੀਓ ਗੁਰਦੁਆਰਾ ਕਮੇਟੀ ਦੇ ਜਿੰਨੇ ਵੀ ਮੈਂਬਰ ਹਨ, ਉਹਨਾਂ ਦੇ ਵਰਕਰ ਹਨ, ਦਾਸ ਆਪਣੇ ਵੱਲੋਂ ਵੀ ਇਹ ਵੀ ਵਚਨਬੱਧਤਾ ਦੁਹਰਾਉਂਦਾ ਹੈ ਕਿ ਜਿੰਨਾ ਚਿਰ ਖਾਲਸੇ ਨੂੰ ਆਪਣੀ ਮੰਜ਼ਿਲ ਖਾਲਿਸਤਾਨ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਜੋ ਸੰਘਰਸ਼ 1984 ਤੋਂ ਵਿੱਢਿਆ ਗਿਆ ਸੀ ਅਤੇ ਜਿਸ ਦੇ ਵਿੱਚ ਹਜ਼ਾਰਾਂ ਹੀ ਲੱਖਾਂ ਹੀ ਸ਼ਹੀਦੀਆਂ ਹੋਈਆਂ, ਕੁਰਬਾਨੀਆਂ ਹੋਈਆਂ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਸਮੂਹ ਸਿੱਖਾਂ ਨੂੰ ਇਸ ਉੱਤੇ ਪਹਿਰਾ ਦੇਣ ਅਤੇ ਆਪਣੀ ਮੰਜ਼ਿਲ ਪ੍ਰਾਪਤ ਕਰਨ ਦੇ ਵਿੱਚ ਸਫਲਤਾ ਬਖਸ਼ਣ। ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਦਾਸ ਆਪ ਜੀ ਨੂੰ ਇੱਕ ਦਫਾ ਫਿਰ ਖਾਲਿਸਤਾਨ ਐਲਾਨਨਾਮੇ ਦੀ ਲੱਖ ਲੱਖ ਵਧਾਈ ਦਿੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਾਫੀ ਲੰਮੇ ਸਮੇਂ ਤੋਂ ਵਿਚਾਰ ਚਰਚਾ ਜਿਹੜੀ ਹੈ ਆਪਣੀ ਖਾਲਿਸਤਾਨ ਐਲਾਨਨਾਮੇ ਦੇ ਸੰਬੰਧ ਦੇ ਵਿੱਚ ਚੱਲ ਰਹੀ ਹੈ ਔਰ ਆਖੀਰ ਦੇ ਵਿੱਚ ਸਾਡੇ ਕੋਲ ਜਿੰਨਾ ਟਾਈਮ ਬਚਦਾ, ਹੁਣ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਸਾਡੇ ਨਾਲ ਜੁੜਨਗੇ। ਸਰਦਾਰ ਸੁਖਵਿੰਦਰ ਸਿੰਘ ਜੀ ਹੰਸਰਾ ਜਿਹੜੇ ਸੀਨੀਅਰ ਮੈਂਬਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਦੇ ਔਰ ਕੋਆਰਡੀਨੇਟਰ ਨੇ WSO ਦੇ ਭਾਵ ਕਿ ਸੌਰੀ ਜਿਹੜੇ ਇਹ ਕੋਆਰਡੀਨੇਟਰ ਨੇ ਯੂਨਾਈਟਿਡ ਫਰੰਟ ਆਫ ਸਿੱਖਸ ਕੈਨੇਡਾ ਦੇ। ਤੋ ਸਰਦਾਰ ਹੰਸਰਾ ਦੀ ਜਿਹੜੀ ਲੰਮੇ ਸਮੇਂ ਤੋਂ ਕੌਮ ਦੇ ਵਿੱਚ, ਕੌਮ ਦੀ ਆਜ਼ਾਦੀ ਦੇ ਸੰਦਰਭ ਦੇ ਵਿੱਚ ਇੱਕ ਲੰਮਾ ਯੋਗਦਾਨ ਹੈ। ਕਾਫੀ ਲੰਮੇ ਸਮੇਂ ਤੋਂ ਨਾਲ ਇਹ ਮੀਡੀਆ ਦੇ ਵਿੱਚ ਵੀ ਜੁੜੇ ਹੋਏ ਨੇ ਔਰ ਨਾਲ ਦੀ ਨਾਲ ਪੋਲੀਟੀਕਲ ਜਿਹੜੀਆਂ ਗਤੀਵਿਧੀਆਂ ਨੇ ਕੈਨੇਡਾ ਭਰ ਦੀਆਂ ਜਾਂ ਦੁਨੀਆ ਭਰ ਦੀਆਂ ਜਿਹੜੀਆਂ ਵੀ ਚੀਜ਼ਾਂ ਸਾਡੇ ਜੰਗੇ ਆਜ਼ਾਦੀ ਦੇ ਸੰਘਰਸ਼ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ, ਉਸ ਦੇ ਵਿੱਚ ਇਹ ਬਾਜ਼ ਅੱਖ ਰੱਖ ਕੇ ਕੌਮ ਨੂੰ ਜਿਹੜਾ ਇਹ ਸਿਹਤ ਸਿਰਾ ਵੀ ਬਣ ਰਹੇ ਨੇ। ਸੋ ਆਪ ਜੀ ਦਾ ਜ਼ਿਆਦਾ ਵਕਤ ਨਾ ਲੈਂਦਾ ਹੋਇਆ ਪਹਿਲਾਂ ਆਪਾਂ ਜੀ ਆਇਆ ਆਖਾਂਗੇ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਨੂੰ। ਹੰਸਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੰਸਰਾ ਸਾਹਿਬ, ਸਭ ਤੋਂ ਪਹਿਲਾਂ ਤਾਂ ਅੱਜ ਦੇ ਸ਼ੁਭ ਦਿਹਾੜੇ ਤੇ ਅਸੀਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਔਰ ਖਾਲਿਸਤਾਨ ਐਲਾਨਨਾਮੇ ਦੀ ਜਿਹੜੀ ਅੱਜ 34ਵੀਂ ਵਰ੍ਹੇਗੰਢ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਮੁੱਢਲੇ ਤੌਰ ਦੇ ਉੱਤੇ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਇਸ ਸਾਰੀ ਘਟਨਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ। ਸ਼ੁਰੂ ਦੇ ਵਿੱਚ ਤਾਂ ਮੈਂ ਇਹ ਖੁਸ਼ੀ ਲਵਾਂਗਾ ਕਿ ਮੈਂ ਸਮੁੱਚੇ ਸਿੱਖ ਜਗਤ ਨੂੰ ਖਾਲਸਾ ਪੰਥ ਦੇ ਇਸ ਮੁਕੱਦਸ ਦਿਹਾੜੇ ਉੱਤੇ, ਜਿਹਨੂੰ ਅਸੀਂ ਖਾਲਿਸਤਾਨ ਐਲਾਨਨਾਮਾ ਦਿਵਸ ਦੇ ਨਾਂ ਦੇ ਨਾਲ ਜਾਣਦੇ ਹਾਂ ਤੇ ਪਿਛਲੇ ਕੁਝ ਕੁ ਦਿਨਾਂ ਤੋਂ ਇਹਨੂੰ ਬਾਰ-ਬਾਰ ਇਹਦੀ ਚਰਚਾ ਕਰ ਰਹੇ ਆ, ਇਸ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣੀਆਂ ਚਾਹੁੰਦਾ। ਕਿਉਂਕਿ ਜਿਹੜੀਆਂ ਕੌਮਾਂ ਦੇ ਕੋਲ ਨਾਅਰੇ ਹੁੰਦੇ ਨੇ, ਜਿਹੜੀਆਂ ਕੌਮਾਂ ਦੇ ਕੋਲ ਐਲਾਨਨਾਮੇ ਹੁੰਦੇ ਨੇ, ਜਿਨ੍ਹਾਂ ਕੌਮਾਂ ਦੇ ਕੋਲ ਡੈਕਲਰੇਸ਼ਨਸ ਹੁੰਦੀਆਂ ਨੇ, ਇਹਦਾ ਮਤਲਬ ਹੈ ਕਿ ਉਹ ਕੌਮਾਂ ਜਿਹੜੀਆਂ ਆਪਣੇ ਭਵਿੱਖ ਪ੍ਰਤੀ ਚਿੰਤਤ ਹੀ ਨਹੀਂ ਬਲਕਿ ਭਵਿੱਖ ਸਵਾਰਨ ਦੇ ਲਈ ਪੂਰੀਆਂ ਯਤਨਸ਼ੀਲ ਨੇ। ਸੋ ਮੈਨੂੰ ਇਸ ਚੀਜ਼ ਦਾ ਬੜਾ ਮਾਣ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਸ ਪਨੀਰੀ ਉਸ ਪਰਿਵਾਰ ਦੇ ਪੁੱਤਰ ਹਾਂ ਜਿਹਨੇ ਇੱਕ ਜਫਰਨਾਮਾ ਲਿਖ ਕੇ ਆਪਣੀ ਕਲਮ ਦੀ ਨੋਕ ਦੇ ਨਾਲ ਔਰੰਗਜ਼ੇਬ ਵਰਗਿਆਂ ਨੂੰ ਚਿੱਤ ਕਰ ਦਿੱਤਾ ਸੀ। ਇਸੇ ਕਰਕੇ ਸਾਨੂੰ ਕਈ ਵਾਰ ਮਾਣ ਹੁੰਦਾ ਹੈ, ਕਈ ਵਾਰ ਅਸੀਂ ਡਿੱਗੇ ਪਏ ਮਰੇ ਪਏ ਵੀ ਉੱਠ ਕੇ ਖੜੇ ਹੋ ਜਾਂਦੇ ਹਾਂ ਕਿਉਂਕਿ ਅਸੀਂ ਇਹੋ ਜਿਹੇ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ। ਇਸ ਦਸ਼ਮੇਸ਼ ਪਿਤਾ ਦੇ ਪੁੱਤਰਾਂ ਦਾ ਇੱਕ ਕਾਫਲਾ, ਜਿਸ ਨੂੰ ਮੈਂ ਕਹਿੰਦਾ ਹੁੰਦਾ ਕਿ ਉੱਚੇ ਮਰਤਬੇ ਵਾਲੇ ਸਿੰਘ, ਭਾਈ ਅਰੂਰ ਸਿੰਘ ਹੋਣ, ਭਾਈ ਗੁਰਦੇਵ ਸਿੰਘ ਅਸਮਾਨ ਵਾਲਾ ਹੋਣ, ਵਸੜ ਸਿੰਘ ਜਫਰਵਾਲ ਉਸ ਵੇਲੇ, ਭਾਈ ਗੁਰਬਚਨ ਸਿੰਘ ਮਾਨੋਚਾਲ ਅਤੇ ਭਾਈ ਧੰਨਾ ਸਿੰਘ, ਇਹ 5 ਮੈਂਬਰ ਜਿਹੜੇ ਹਨ ਜਿਹਨੂੰ ਸਰਬੱਤ ਖਾਲਸਾ ਨੇ 26 ਜਨਵਰੀ 1986 ਨੂੰ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਜ਼ ਮੈਟਰ ਆਫ ਫੈਕਟ, ਉਹਨਾਂ ਦੀ ਇੱਕ ਗ੍ਰੈਂਡ ਫੇਲੀਅਰ ਕਰਕੇ ਉਸ ਨੂੰ ਡਿਸਬੈਂਡ ਕਰਕੇ ਸਾਰੇ ਪੰਥ ਦਾ ਜਿਹੜਾ ਦੀ ਜ਼ਿੰਮੇਵਾਰੀ ਸੀ ਇਹਨਾਂ 5 ਸਿੰਘਾਂ ਨੂੰ ਇੱਕ ਪੰਥਕ ਕਮੇਟੀ ਦੇ ਰੂਪ ਦੇ ਵਿੱਚ ਨਾਮਜ਼ਦ ਕਰਕੇ ਸੌਂਪੀ ਸੀ। ਤੇ ਇਸ 5 ਮੈਂਬਰੀ ਉੱਚੇ ਮਰਤਬੇ ਵਾਲੇ ਸਿੰਘ ਜਿਹੜੇ ਮੈਂ ਕਹਿੰਦਾ ਹਾਂ, ਜਿਨ੍ਹਾਂ ਦੇ ਉੱਤੇ ਗੁਰੂ ਦੀ ਬਖਸ਼ਿਸ਼ ਸੀ, ਭਾਵੇਂ ਕਿ ਉਹਨਾਂ ਦੇ ਵਿੱਚੋਂ ਅੱਜ 2 ਸਿੰਘ ਆ ਜਿਹੜੇ ਉਹਨਾਂ ਦੇ ਬਾਰੇ ਲੋਕਾਂ ਦੇ ਕੁਝ ਵੱਖਰੇ ਵਿਚਾਰ ਨੇ। 3 ਸਿੰਘ ਤਾਂ ਉਹਨਾਂ ਦੇ ਵਿੱਚੋਂ ਸ਼ਹਾਦਤ ਦਾ ਜਾਮ ਪੀ ਕੇ ਗੁਰੂ ਅਰਜਨ ਪਾਤਸ਼ਾਹ ਦੀ ਗੋਦੀ ਦੇ ਵਿੱਚ ਬਿਰਾਜਮਾਨ ਨੇ ਇਸ ਵਕਤ, ਅਤੇ ਸਾਡੇ ਲਈ ਉਹ ਚਾਨਣ ਮੁਨਾਰਾ ਨੇ, ਸਾਡੇ ਲਈ ਉਹ ਸਤਿਕਾਰ ਦੇ ਪਾਤਰ ਨੇ। ਪਰ ਗੁਰੂ ਨੇ ਇਹਨਾਂ ਤੇ ਇਹੋ ਜਿਹੀ ਬਖਸ਼ਿਸ਼ ਕੀਤੀ ਕਿ ਇਹਨਾਂ ਨੇ 2-3 ਮਹੀਨੇ ਦਾ ਜਿਹੜਾ ਹੋਮਵਰਕ ਕਰਕੇ, ਡਿਊ ਡਿਲੀਜੈਂਟ ਕਰਕੇ, ਕੋਈ ਇਹਨਾਂ ਕੋਲੇ ਰਿਸਰਚ ਟੀਮ ਨਹੀਂ ਸੀਗੀ, ਕੋਈ ਇਹਨਾਂ ਕੋਲੇ ਕੋਈ ਡਿਪਾਰਟਮੈਂਟਸ ਨਹੀਂ ਸਨ ਜਿਨ੍ਹਾਂ ਤੋਂ ਇਹ ਰਿਸਰਚ ਕਰਵਾ ਸਕਦੇ,
ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਖੇਤਾਂ ਦੇ ਵਿੱਚ ਕਮਾਦਾਂ ਦੇ ਵਿੱਚ ਇਹਨਾਂ ਦੀਆਂ ਮੀਟਿੰਗਸ ਹੁੰਦੀਆਂ ਸਨ, ਪਰ ਫਿਰ ਵੀ ਇਹਨਾਂ ਨੇ 29 ਅਪ੍ਰੈਲ 1986 ਨੂੰ ਪੰਥ ਨੂੰ ਅਤੇ ਦੁਨੀਆ ਭਰ ਨੂੰ ਸਮਰਪਿਤ ਹੋ ਕੇ ਦੁਨੀਆ ਭਰ ਨੂੰ ਮੁਖਾਤਬ ਹੁੰਦਿਆਂ ਖਾਲਿਸਤਾਨ ਦਾ ਐਲਾਨਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਗਲਿਆਰਿਆਂ ਤੋਂ ਐਲਾਨਿਆ ਅਤੇ ਉਸ ਤੋਂ ਬਾਅਦ ਉਹ ਰੂਪੋਸ਼ ਹੋ ਗਏ। ਸੋ ਮੈਂ ਸਮਝਦਾ ਹਾਂ ਕਿ ਅਸੀਂ ਇਸ ਮੁਕੱਦਸ ਜਿਹੜੇ ਘੜੀਆਂ ਸਨ ਉਹਨਾਂ ਨੂੰ ਸਮਰਪਿਤ ਹਾਂ 34 ਸਾਲ ਬਾਅਦ ਵੀ, ਅਤੇ ਇਸ ਐਲਾਨਨਾਮੇ ਦੇ ਸਦਕਾ, ਇਸ ਐਲਾਨਨਾਮੇ ਦੀ ਮਿਹਰਬਾਨੀ ਸਦਕਾ, ਜਾਂ ਇਸ ਐਲਾਨਨਾਮਾ ਇਜ਼ ਦ ਰੀਜ਼ਨ ਟੂ ਕਾਜ਼ ਕਿ ਅੱਜ ਦੁਨੀਆ ਭਰ ਦੇ ਵਿੱਚ ਖਾਲਿਸਤਾਨੀ ਸੋਚ ਲਗਾਤਾਰ ਪਣਪ ਰਹੀ ਹੈ। ਭਾਵੇਂ ਕਿ IB ਅਤੇ ਰਾਹ ਦੇ ਮੈਂਬਰ ਇੱਥੇ ਬੋਰੀਆਂ ਭਰ ਕੇ ਪੈਸੇ ਲਿਆਉਂਦੇ ਨੇ ਡੀਸਟੇਬਲਾਈਜ਼ ਕਰਨ ਦੀ ਖਾਤਰ, ਪਰ ਹਰ ਵਾਰ ਉਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਸੋ ਓਪਨਿੰਗ ਸਟੇਟ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਇਸ ਮੁਕੱਦਸ ਦਿਹਾੜੇ ਉੱਤੇ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਤੋ ਹੰਸਰਾਜ ਸਾਹਿਬ, ਜਦੋਂ ਅਸੀਂ ਖਾਲਿਸਤਾਨ ਦੇ ਐਲਾਨ ਦੀ ਗੱਲ ਕਰਦੇ ਹਾਂ, ਕੀ ਉਹ ਵਜ੍ਹਾਤ ਨੇ, ਕੀ ਉਹ ਐਸੇ ਸਰਕਮਟੈਂਸਿਸ ਨੇ ਜਿਹੜਾ ਕੌਮ ਨੂੰ ਇਸ ਰਾਹ ਦੇ ਉੱਤੇ ਤੋਰਿਆ ਕਿ ਕੌਮ ਨੇ ਜਿਹੜਾ ਆਪਣੀ ਆਜ਼ਾਦੀ ਦੀ ਜਿਹੜੀ ਹੈ ਉਹ ਐਲਾਨ ਜਿਹੜਾ ਆਜ਼ਾਦੀ ਦਾ ਕੀਤਾ? ਔਰ ਉਸ ਤੋਂ ਪਹਿਲਾਂ ਜੇ ਅਸੀਂ ਵੇਖਦੇ ਹਾਂ ਕਿ 1947 ਦੇ ਵਿੱਚ, ਹਾਲਾਂਕਿ ਜੇ ਅਸੀਂ ਸਮੁੱਚੇ ਭਾਰਤ ਦੀ ਜਿਹੜੀ ਸਾਊਥ ਏਸ਼ੀਆ ਦੇ ਖਿੱਤੇ ਦੀ ਗੁਲਾਮੀ ਦੀ ਗੱਲ ਕਰਨੀ ਹੋਵੇ ਤੇ ਵੈਸੇ ਤਾਂ ਉਹ ਤਕਰੀਬਨ ਪਿਛਲੇ 1000 ਸਾਲ ਤੋਂ ਧਾੜਵੀਆਂ ਦਾ ਗੁਲਾਮ ਹੀ ਰਿਹਾ, ਪਰ ਪੰਜਾਬ ਨੇ ਜਿਹੜੀ ਆਪਣੀ ਬਾਦਸ਼ਾਹ, ਸਿੱਖ ਬਾਦਸ਼ਾਹ ਸਰਕਾਰੇ ਖਾਲਸਾ ਕਾਇਮ ਕੀਤੀ, ਉਹ ਬਾਕੀ ਭਾਰਤ ਦੇ ਜਿਹੜੇ ਸੋ ਕਾਲਡ ਜਿਹੜੀ ਐਡਮਿਨਿਸਟ੍ਰੇਸ਼ਨ ਯੂਨਿਟ ਸੀ ਜਿਹੜਾ ਅੰਗਰੇਜ਼ਾਂ ਦਾ, ਉਸਦੇ 200 ਸਾਲ ਤੋਂ ਗੁਲਾਮ ਰਹੀ। ਔਰ ਪੰਜਾਬ ਜਿਹੜਾ ਉਹ 100 ਸਾਲ ਦੇ ਵਿੱਚ ਹੀ ਐਸੀ ਲਹਿਰ ਤੇ ਐਸੀ ਟੱਕਰ ਪੰਜਾਬੀਆਂ ਨੇ ਜਿਹੜੀ ਖਾਸ ਕਰਕੇ ਸਿੱਖ ਪੰਥ ਨੇ ਜਿਹੜੀ ਅੰਗਰੇਜ਼ਾਂ ਨੂੰ ਦਿੱਤੀ ਹੈ ਕਿ 100 ਸਾਲ ਦੇ ਬਾਅਦ ਹੀ ਹਿੰਦੁਸਤਾਨ ਨੂੰ ਜਿਹੜਾ ਆਜ਼ਾਦੀ ਦਾ ਮੂੰਹ ਵਿਖਾਇਆ। ਔਰ ਕਿੱਥੇ ਚੂਕ ਰਹਿ ਗਈ ਕਿ ਅਸੀਂ ਉਸ ਵੇਲੇ ਜਿਹੜਾ ਆਪਣੀ ਤਕਦੀਰ ਹੈ ਜਿਹੜੀ ਉਹ ਹਿੰਦੂਆਂ ਦੇ ਨਾਲ ਅਸੀਂ ਘੜ ਲਈ। ਅਸੀਂ ਉਦੋਂ ਕਿਉਂ ਨਹੀਂ ਸਾਡੇ ਲੀਡਰ ਸਾਹਿਬਾਨ ਨੇ ਸੋਚਿਆ ਕਿ ਇਹ ਉਹਨਾਂ ਦੀ ਵੱਜਰ ਗਲਤੀ ਸੀ, ਭੁਲੇਖਾ ਸੀ, ਜਾਂ ਫਿਰ ਅੰਨਾ ਵਿਸ਼ਵਾਸ ਸੀ ਉਸ ਵਕਤ ਦੀ ਲੀਡਰਸ਼ਿਪ ਦਾ ਕਿ ਅਸੀਂ ਬਾਹਮਣ ਦੇ ਨਾਲ ਹੀ ਰਹਿ ਕੇ ਜਿਹੜਾ ਉਹ ਸਰਵਾਈਵ ਕਰ ਸਕਦੇ ਹਾਂ? ਤੁਸੀਂ ਕੀ ਸਮਝਦੇ ਹੋ ਇਸ ਬਾਰੇ? 1947 ਤੋਂ ਪਹਿਲਾਂ ਤਾਂ ਖਾਲਸਾ ਪੰਥ, ਮੈਂ ਸਮਝਦਾ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਖਾਲਸਾ ਪੰਥ ਇੱਕ ਬਹੁਤ ਵੱਡੇ ਜੰਗ ਦੇ ਦੌਰ ਦੇ ਵਿੱਚੋਂ ਦੀ ਗੁਜ਼ਰਿਆ, ਅਤੇ ਜਦੋਂ ਖਾਲਸਾ ਰਾਜ ਸਥਾਪਿਤ ਹੋ ਗਿਆ, ਫਿਰ ਖਾਲਸਾ ਰਾਜ ਦੇ ਖੁੱਸਣ ਦੇ ਇਹ ਬੜੇ ਵੱਡੇ ਇਤਿਹਾਸਕ ਵਿਚਾਰ ਇਹਨਾਂ ਤੇ ਹੋ ਸਕਦੇ ਨੇ। ਪਰ ਆਪਾਂ ਫਾਸਟ ਫਾਰਵਰਡ ਕਰ ਲਈਏ ਕਿ ਅਸੀਂ ਗੁਲਾਮ ਹੋ ਗਏ ਗੋਰਿਆਂ ਦੇ, ਉਸ ਤੋਂ ਬਾਅਦ ਇੱਕ ਆਜ਼ਾਦੀ ਦਾ ਸੰਗਰਾਮ ਚੱਲਿਆ, ਅਤੇ ਅਸੀਂ ਬੜੀ ਇਮਾਨਦਾਰੀ ਦੇ ਨਾਲ, ਬੜੀ ਸ਼ਿੱਦਤ ਦੇ ਨਾਲ ਗੋਰਿਆਂ ਨੂੰ ਉਸ ਮੁਲਕ ਦੇ ਵਿੱਚੋਂ ਕੱਢਣ ਦੇ ਲਈ, ਕਿਉਂਕਿ ਸਾਨੂੰ ਤਾਂ ਆਪਣਾ ਸੀ ਕਿ ਸਾਡਾ ਆਪਣਾ ਰਾਜ ਸੀ, ਅਸੀਂ ਉਹ ਰਾਜ ਖੋਇਆ ਹੈ ਤੇ ਰਾਜ ਨੂੰ ਵਾਪਸ ਹਾਸਲ ਕਰਨਾ ਹੈ। ਪਰ 1947 ਦਾ ਜਦੋਂ ਸਮਾਂ ਆਇਆ, ਅਸੀਂ ਬੜੇ ਗੁੱਡ ਫੇਥ ਦੇ ਨਾਲ ਇਸ ਬ੍ਰਾਹਮਣਾਂ ਦੇ ਨਾਲ ਆਪਣਾ ਜੀਵਨ, ਆਪਣੀ ਜ਼ਿੰਦਗੀ ਜੋੜੀ। ਇਹ ਅਨਫੋਰਚੂਨੇਟ ਆ, ਭਾਵੇਂ ਕਿ ਇਹਦੇ ਉੱਤੇ ਵੀ ਬਹੁਤ ਵਿਚਾਰ ਹੋ ਸਕਦੇ ਆ, ਪਰ ਮੈਂ ਉਧਰ ਨਾ ਜਾਵਾਂ ਕਿ ਗਲਤੀਆਂ ਕਿਹਦੀਆਂ ਸਨ। ਦਰਅਸਲ ਜਿਹੜੀ ਸਭ ਤੋਂ ਵੱਡੀ ਗ੍ਰੈਂਡ ਗਲਤੀ ਸੀ ਸਾਡੇ ਨਾਲ, ਉਹ ਉਹਨਾਂ 3 ਸ਼ਖਸਾਂ ਨੇ ਕੀਤੀ, ਭਾਵੇਂ ਉਹ ਪਟੇਲ ਸੀ, ਨਹਿਰੂ ਸੀ, ਗਾਂਧੀ ਸੀ, ਜਿਨ੍ਹਾਂ ਨੇ ਵਿਸ਼ਵਾਸ ਦਿਵਾ ਕੇ ਵਿਸ਼ਵਾਸਘਾਤ ਕੀਤਾ। ਭਾਵੇਂ ਕਿ ਉਹਨਾਂ ਦੇ ਮਨਾਂ ਦੇ ਅੰਦਰ ਸਭ ਤੋਂ ਪਹਿਲਾਂ ਹੀ ਸਿੱਖਾਂ ਦੇ ਨਾਲ ਧੋਖਾ ਕਰਨਾ ਸੀ, ਕਿਉਂਕਿ ਉਹ ਬਹੁਤ ਜਲਦੀ ਬਾਹਰ ਆ ਗਿਆ ਸੀਗਾ। ਸੋ ਮੈਂ ਸਮਝਦਾ ਕਿ ਇਹ ਜਿਹੜੇ ਧੋਖਾ ਕਰਕੇ ਸਾਡੇ ਤੇ ਕਾਬਜ਼ ਹੋਏ ਹਨ, ਇਹਨਾਂ ਨੂੰ ਕਦੇ ਮਾਫ ਨਹੀਂ ਕਰਨਾ ਚਾਹੀਦਾ। ਇਹ ਕਦੇ ਵੀ ਕਾਬਲੇ ਮਾਫੀ ਨਹੀਂ ਹਨ। ਭਾਵੇਂ ਕਿ ਸਾਡੇ ਕੁਝ ਜਿਹੜੇ ਲੀਡਰ ਸਾਹਿਬਾਨ ਨੇ, ਅਸੀਂ ਉਹਨਾਂ ਨੂੰ ਵੀ ਸਵੇਰੇ ਸ਼ਾਮ ਕੋਸਦੇ ਰਹਿੰਦੇ ਹਾਂ। ਠੀਕ ਆ, ਉਹ ਸਾਡੇ ਘਰ ਦਾ ਮਾਮਲਾ ਹੈ ਕਿ ਮਾਸਟਰ ਤਾਰਾ ਸਿੰਘ ਹੋਏ ਦਾ, ਜਾਂ ਫਿਰ ਬਲਦੇਵ ਸਿੰਘ ਹੋਣ, ਉਹਨਾਂ ਨੇ ਉਸ ਵਕਤ ਉਸ ਲਿਆਕਤ ਦਾ ਮੁਜ਼ਾਹਰਾ ਨਹੀਂ ਕੀਤਾ ਜਿਹੜਾ ਕਿ ਉਹਨਾਂ ਨੂੰ ਕਰਨਾ ਚਾਹੀਦਾ ਸੀ। ਉਹ ਕਿਹੜੀਆਂ ਗੱਲਾਂ ਵਿੱਚ ਆ ਗਏ, ਉਹਨਾਂ ਕਿਹੜੇ ਲਾਲਚ ਵਿੱਚ ਆ ਗਏ, ਇਹ ਇਨਮਟੀਰੀਅਲ ਆ, ਕਿਉਂਕਿ ਧੋਖਾ ਕਰਨ ਵਾਲਾ ਜਿਹੜਾ ਉਹ ਭਾਰੂ ਹੋ ਗਿਆ। ਉਹਨਾਂ ਨੇ ਧੋਖਾ ਕੀਤਾ, ਅਤੇ ਉਹ ਇਹ ਕਹਿ ਲਓ ਕਿ ਉਹ ਧੋਖਾ ਜਿਹੜਾ ਅਗਸਤ ਤੋਂ ਲੈ ਕੇ ਅਕਤੂਬਰ ਤੱਕ ਹੀ ਬਾਹਰ ਆ ਗਿਆ। ਅਕਤੂਬਰ ਦੇ ਵਿੱਚ ਹੀ ਉਹ ਸਰਕੂਲੇਸ਼ਨ ਆ, ਜਿਹੜਾ ਸਰਕੂਲੇਟਰ, ਉਹ ਬਾਹਰ ਆ ਗਿਆ ਕਿ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਰਾਰ ਦੇ ਦਿੱਤਾ ਗਿਆ। ਸੋ ਇਹ ਜਿਹੜਾ ਸਿੱਖਾਂ ਨੂੰ ਦਬਾਉਣ ਦਾ ਸ਼ਾਮ ਦਾਮ ਦੰਡ ਭੇਦ, ਇਹ ਜਿਹੜਾ ਚਾਰੇ ਸਿਧਾਂਤ ਨੇ, ਇਹ ਚਾਣਕਿਆ ਨੀਤੀ ਦੇ ਅਧੀਨ ਇਹਨਾਂ ਨੇ ਸਿੱਖਾਂ ਦੇ ਖਿਲਾਫ ਵਰਤੇ, ਕਿਉਂਕਿ ਪਹਿਲਾਂ ਗੋਰਿਆਂ ਨੂੰ ਪਤਾ ਸੀ ਕਿ ਸਿੱਖਾਂ ਨੂੰ
ਕੰਟਰੋਲ ਕਰਨਾ ਜ਼ਰੂਰੀ ਹੈ, ਨਹੀਂ ਤਾਂ ਰਾਜ ਨਹੀਂ ਕੀਤਾ ਜਾ ਸਕਦਾ। ਗੋਰਿਆਂ ਦੇ ਅਕਸਰ ਅਖਾਣ ਇਹ ਮਸ਼ਹੂਰ ਨੇ ਕਿ ਅਗਰ ਤੁਸੀਂ ਭਾਰਤ ਤੇ ਰਾਜ ਕਰਨਾ ਹੈ ਤਾਂ ਸਿੱਖਾਂ ਦੇ ਸਿੰਘਾਂ ਦੇ ਸਿਰਾਂ ਨੂੰ ਘੋੜਿਆਂ ਦੇ ਸੁੰਬਾਂ ਹੇਠ ਲਤਾੜ ਦਿੱਤਾ ਜਾਏ ਤਾਂ ਹੀ ਕਰ ਸਕਦੇ ਹੋ, ਅਗਰ ਇਹ ਜਿਉਂਦੇ ਰਹਿਣਗੇ ਤਾਂ ਰਾਜ ਨਹੀਂ ਕੀਤਾ ਜਾਣਾ। ਉਸ ਤੋਂ ਬਾਅਦ ਫਿਰ ਭਾਰਤ ਵਾਲਿਆਂ ਨੇ ਵੀ, ਇਸ ਹਿੰਦੂ ਤਵੀਆਂ ਨੇ ਵੀ ਇਹੀ ਸੋਚ ਅਪਣਾਈ ਰੱਖੀ ਕਿ ਸ਼ਾਮ, ਦਾਮ, ਦੰਡ, ਭੇਦ ਇਸਤੇਮਾਲ ਕਰਕੇ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਬਾਈ ਰੱਖਿਆ ਜਾਵੇ। ਤੇ ਸਾਡੀ ਜ਼ਰਖਰੀਜ਼ ਜ਼ਮੀਰ ਫਰੈਸ਼ ਬਹਿਰੂਪੀ ਆਗੂ ਜਿਹੜੇ ਹਨ ਉਹ ਇਹਨਾਂ ਗੱਲਾਂ ਨੂੰ ਸਮਝ ਨਾ ਸਕੇ ਤੇ ਅਨਫੋਰਚੂਨੇਟਲੀ ਅਸੀਂ 1984 ਦੇ ਵਾਕਿਆਤ ਵੇਖੇ ਅਤੇ 1984 ਦਾ ਵਾਕਿਆਤ ਦਰਬਾਰ ਸਾਹਿਬ ਦੇ ਉੱਤੇ ਅਟੈਕ, ਅਕਾਲ ਤਖਤ ਸਾਹਿਬ ਉੱਤੇ ਅਟੈਕ, ਅਨੇਕਾਂ ਹੀ ਜਿਹੜੀਆਂ ਸੰਗਤਾਂ ਨੇ ਉਹਨਾਂ ਦਾ ਸ਼ਹੀਦ ਹੋ ਜਾਣਾ ਉੱਥੇ। ਤੇ ਉਸ ਤੋਂ ਬਾਅਦ ਜਿਹੜਾ ਨਵੰਬਰ ਦੇ ਵਿੱਚ ਸਿੱਖਾਂ ਦਾ ਘਾਣ ਹੋਣਾ, ਸਿੱਖਾਂ ਦੀ ਜੈਨੋਸਾਈਡ ਹੋਣੀ, ਉਹ ਆਪਣੇ ਆਪ ਦੇ ਵਿੱਚ ਸਿੱਖਾਂ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਵਾਲੀ ਗੱਲ ਸੀ। ਤੇ ਉਸ ਸਾਰੇ ਕਾਸੇ ਦੇ ਵਿੱਚੋਂ ਪੰਜਾਬ ਦੇ ਨੌਜਵਾਨਾਂ ਨੇ ਇਹ ਜਿਹੜਾ ਸਾਡੇ ਸਾਹਮਣੇ ਹੈ ਕਿ ਸਰਬੱਤ ਖਾਲਸਾ ਦਮਦਮੀ ਟਕਸਾਲ, ਉਸ ਵਕਤ ਕਿਉਂਕਿ ਦਮਦਮੀ ਟਕਸਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਦੇ ਵਿੱਚੋਂ ਉੱਭਰ ਕੇ ਸਾਹਮਣੇ ਆਈ ਸੀ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਕਾਰਨ ਦਮਦਮੀ ਟਕਸਾਲ ਦੇ ਵਿੱਚ ਉਭਾਰ ਆਇਆ। ਅਤੇ ਇਸ ਉਭਾਰ ਨੇ ਫਿਰ ਕੀ ਕੀਤਾ, ਸਰਬੱਤ ਖਾਲਸਾ 26 ਜਨਵਰੀ 1986 ਨੂੰ ਹੋਇਆ ਤੇ ਉਸ ਤੋਂ ਬਾਅਦ ਤਾਂ ਫਿਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਐਲਾਨਨਾਮਾ ਸਾਹਮਣੇ ਆਇਆ ਅਤੇ ਇੱਕ ਖਾਲਿਸਤਾਨ ਦਾ ਲੰਮਾ ਸੰਘਰਸ਼ ਵਿੱਢਿਆ ਗਿਆ। ਮੈਂ ਇਹ ਵੀ ਗੱਲ ਸਪਸ਼ਟ ਕਰਦਿਆਂ, ਮੈਂ ਕੱਲ ਵੀ ਇੱਕ ਰੇਡੀਓ ਤੇ ਬੋਲਦਿਆਂ ਕਹੀ ਸੀ ਕਿ ਸਿੱਖਾਂ ਨੂੰ ਕੋਈ ਸ਼ੌਕ ਨਹੀਂ ਸੀ ਖਾੜਕੂ ਮੂਵਮੈਂਟ ਹਥਿਆਰ ਚੱਕ ਕੇ ਆਪਣੇ ਅਨੇਕਾਂ ਨੌਜਵਾਨਾਂ ਨੂੰ ਮਰਵਾਉਣ ਦਾ। ਇਹ ਕੋਈ ਸ਼ੌਕ ਕਿਸੇ ਕੌਮ ਨੂੰ ਵੀ ਐਸਾ ਸ਼ੌਕ ਨਹੀਂ ਹੁੰਦਾ। ਜਦੋਂ ਸਿੱਖਾਂ ਨੇ ਇੱਕ ਨੇਸ਼ਨ ਦੇ ਤੌਰ ਤੇ ਅਕਾਲ ਤਖਤ ਸਾਹਿਬ ਤੇ ਆ ਕੇ ਐਲਾਨਨਾਮਾ ਕਰ ਦਿੱਤਾ, ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਖਾਲਸੇ ਦਾ ਘਰ ਖਾਲਿਸਤਾਨ ਹੈ, ਤੇ ਦੁਨੀਆ ਦੇ ਲੋਕਾਂ ਨੂੰ ਮੁਖਾਤਬ ਹੋ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਹੁਣ ਤੁਸੀਂ ਪੋਲੀਟੀਕਲ ਰੈਕਗਨੀਸ਼ਨਸ ਦਿਓ, ਤਾਂ ਫਿਰ ਭਾਰਤ ਸਰਕਾਰ ਨੇ ਫਿਰ ਉਹੀ ਆਪਣੀ ਨੀਤੀ ਸ਼ਾਮ, ਦਾਮ, ਦੰਡ, ਭੇਦ ਵਾਲੀ ਇਸਤੇਮਾਲ ਜਦੋਂ ਕੀਤੀ, ਜਦੋਂ ਉਹਨਾਂ ਨੇ ਅਗਰੈਸ਼ਨ ਅਤੇ ਸਪਰੈਸ਼ਨ ਵਰਗੇ ਜਿਹੜੇ ਡੰਡਾ ਤੰਤਰ ਨੇ ਉਹਨਾਂ ਨੂੰ ਇਸਤੇਮਾਲ ਕੀਤਾ, ਤਾਂ ਫਿਰ ਉਹਦੇ ਜਵਾਬ ਦੇ ਵਿੱਚ ਸਿੱਖ ਕੌਮ ਦੇ ਨੌਜਵਾਨਾਂ ਨੇ ਹਥਿਆਰ ਚੱਕੇ ਅਤੇ ਫਿਰ ਭਾਰਤ ਸਰਕਾਰ ਦੇ ਦੰਦ ਖੱਟੇ ਕੀਤੇ। ਇਹ ਜਿਹੜੀਆਂ ਜਿਹੜੇ ਇਤਿਹਾਸਕ ਅਧਿਆਇਸ ਨੇ, ਇਹ ਮੈਂ ਸਮਝਦਾ ਹਾਂ ਕਿ ਸਮੁੱਚਾ ਸਿੱਖ ਜਗਤ ਜਾਣਦਾ ਹੈ। ਇਹਦੇ ਬਾਰੇ ਆਪਾਂ ਨੂੰ ਡਿਸਕਸ਼ਨ ਕਿਤੇ ਲੰਬੀ ਤੱਕ ਕੀਤੀ ਜਾ ਸਕਦੀ ਹੈ ਤੇ ਉਹ ਐਕਸਪਰਟਸ ਵੀ ਅੱਜ ਮੌਜੂਦ ਨੇ ਜਿਹੜੇ ਉਸ ਸੰਘਰਸ਼ ਦੇ ਵਿੱਚ ਉਦੋਂ ਸ਼ਾਮਲ ਸਨ। ਪਰ ਗੱਲ ਬੜੀ ਸਪਸ਼ਟ ਹੈ ਕਿ ਕੈ ਰਾਜ ਕਰੇ ਹੈ, ਕੈ ਲੜ ਮਰੇ ਹੈ। ਇਸ ਸਿਧਾਂਤ ਦੇ ਉੱਤੇ ਖਾਲਸਾ ਚੱਲਿਆ ਹੈ, ਚਾਹੇ ਉਹ ਪੁਰਾਤਨ ਸਿੰਘ ਹੋਣ, ਚਾਹੇ ਉਹ ਨਵੀਨ ਸਿੰਘ ਹੋਣ। ਅਤੇ ਇਹ ਐਲਾਨਨਾਮਾ ਜਿਹੜਾ 29 ਅਪ੍ਰੈਲ 1986 ਨੂੰ ਹੋਇਆ, ਅੱਜ 29 ਅਪ੍ਰੈਲ 1986 ਦਾ ਮੁਕੱਦਸ ਦਿਹਾੜਾ ਹੈ, ਅਸੀਂ ਉਸ ਨੂੰ ਸੈਲੀਬ੍ਰੇਟ, ਕੋਮੈਮੋਰੇਟ ਕਰ ਰਹੇ ਹਾਂ 34 ਸਾਲਾਂ ਤੋਂ। ਅਤੇ ਅਸੀਂ ਨਾਲ ਨਾਲ ਇਸ ਚੀਜ਼ ਦਾ ਵੀ ਐਨਾਲਿਸਿਸ ਕਰ ਰਹੇ ਹਾਂ, ਮੁਲਾਂਕਣ ਕਰ ਰਹੇ ਹਾਂ ਕਿ ਸਾਡੀਆਂ ਪ੍ਰਾਪਤੀਆਂ ਕੀ ਨੇ ਤੇ ਇਹਦੇ ਉੱਤੇ ਇੱਕ ਵੱਡੀ ਵਿਚਾਰ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਜੀ ਹੰਸਰਾਜ ਸਾਹਿਬ, ਨਾਲ ਦੀ ਨਾਲ ਜਿਹੜੇ ਫੈਕਟਸ ਆ ਅਸੀਂ ਉਹ ਵੀ ਜ਼ਰੂਰ ਜਿਹੜੇ ਕਲੀਅਰ ਕਰਨੇ ਚਾਹੁੰਦੇ ਆ, ਕਿਉਂਕਿ ਬਹੁਤ ਸਾਰੇ ਵੀਰਾਂ ਨੂੰ ਭੁਲੇਖਾ ਕਿ ਸ਼ਾਇਦ ਪੰਜਾਬ ਇੱਕ ਭਾਰਤ ਦੀ ਸਟੇਟ ਹੈ ਜਿਹਨੇ ਅਚਨਚੇਤ ਉੱਠ ਕੇ ਜਿਹੜਾ ਇੱਕਦਮ ਹੀ ਆਪਣਾ ਰਾਜ ਲਾਉਣ ਦਿੱਤਾ, ਅਜਿਹਾ ਨਹੀਂ ਹੋ ਸਕਦਾ। ਸੋ ਮੈਂ ਉਹਨਾਂ ਵੀਰਾਂ ਲਈ ਇਹ ਜ਼ਰੂਰ ਅਪਡੇਟ ਕਰਨੀ ਚਾਹੁੰਦਾ, ਜਿਵੇਂ ਤੁਸੀਂ ਗੋਰਿਆਂ ਦੀ ਗੱਲ ਕੀਤੀ ਹੈ ਕਿ ਗੋਰਿਆਂ ਨੇ ਕਿਹਾ ਕਿ ਜੇ ਭਾਰਤ ਤੇ ਰਾਜ ਕਰਨਾ ਤਾਂ ਸਿੱਖਾਂ ਨੂੰ ਕੁਚਲਣਾ ਪਏਗਾ, ਪਰ ਇਹ ਕਹਿਣ ਦੇ ਬਾਵਜੂਦ ਵੀ ਮੈਂ ਇਹ ਦੱਸਣਾ ਚਾਹੁੰਦਾ ਕਿ ਗੋਰਿਆਂ ਦੀ ਹਿੰਮਤ ਨਹੀਂ ਪਈ ਕਿ ਸਿੱਧੀ ਟੱਕਰ ਆ ਜਿਹੜੀ ਸਿੱਖਾਂ ਨਾਲ ਲਈ ਜਾ ਸਕੇ। ਸੋ 1849 ਦੇ ਵਿੱਚ ਜਦੋਂ ਸਿੱਖ ਰਾਜ ਜਾਂਦਾ, ਉਹ ਇਹ ਕਹਿ ਕੇ ਗੋਰਿਆਂ ਨੇ ਜਿਹੜਾ ਸਿੱਖ ਰਾਜ ਹੈ ਉਹ ਸਿੱਧਾ ਉਹਦੇ ਕੈਪਚਰ ਕਰਨ ਦੀ ਹਿੰਮਤ ਉਹਨਾਂ ਨੇ ਨਹੀਂ ਰੱਖੀ, ਕਿਉਂਕਿ ਉਹਨਾਂ ਨੂੰ ਭਰੋਸਾ ਸੀ ਪੰਜਾਬ ਦੇ ਸਿੱਖਾਂ ਦੀਆਂ ਤੇਗਾਂ ਦੇ ਉੱਤੇ। ਸੋ ਇਸ ਦਾ ਉਹਨਾਂ ਨੇ ਜਿਹੜਾ ਬਦਲਵਾਂ ਰੂਪ ਲੱਭਿਆ ਉਹ ਇਹ ਲੱਭਿਆ ਕਿ ਸਿੱਖ ਰਾਜ ਸਸਪੈਂਡ ਕਰਕੇ ਜਿਹੜੇ ਸਾਡੇ ਆਖਰੀ ਮਹਾਰਾਜਾ ਸਨ, ਜਿਹੜੇ ਸਰਕਾਰੇ ਖਾਲਸਾ ਦੇ ਮਹਾਰਾਜਾ ਦਲੀਪ ਸਿੰਘ, ਉਹਨਾਂ ਨੂੰ ਆਪਣੀ ਜਿਹੜੀ ਆ ਉਹ ਹਿਫਾਜ਼ਤ ਦੇ ਵਿੱਚ ਲਿਆ, ਆਪਣੀ ਗਾਈਡੈਂਸ ਦੇ ਵਿੱਚ ਲਿਆ। ਸੋ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਸਿੱਖਾਂ ਨੂੰ ਇਹ ਕਹਿ ਕੇ ਕਿ ਅਸੀਂ ਤੁਹਾਡਾ ਰਾਜ ਹੈ ਜਿਹੜਾ ਉਹ ਸਸਪੈਂਡ ਕਰਦੇ ਆ, ਤੇ ਇਹ ਜਦੋਂ ਮਹਾਰਾਜਾ ਦਲੀਪ ਸਿੰਘ 18 ਸਾਲ ਦੇ ਹੋ ਜਾਣਗੇ, ਬਾਲਗ ਹੋ ਜਾਣਗੇ, ਤੁਹਾਡਾ ਰਾਜ ਅਸੀਂ ਜਿਹੜਾ ਉਹ ਤੁਹਾਨੂੰ ਵਾਪਸ ਕਰ ਦਿਆਂਗੇ। ਔਰ ਇਸੇ ਭੁਲੇਖੇ ਦੇ ਵਿੱਚ ਉਹ ਜਿਹੜਾ ਪੰਜਾਬ ਦੇ ਉੱਤੇ ਜਿਹੜਾ ਆਪਣਾ ਸਿੱਧੇ ਤੌਰ ਤੇ ਧੋਖੇ ਦੇ ਨਾਲ ਕਬਜ਼ਾ ਕਰਨ ਦੇ ਵਿੱਚ ਕਾਮਯਾਬ ਹੋਏ। ਔਰ ਉਸ ਤੋਂ ਬਾਅਦ ਜਦੋਂ ਆਪਾਂ 47 ਦੀ ਵੀ ਗੱਲ ਕਰਦੇ ਆ
ਜਦੋਂ ਇਹ ਜਿਹੜੀ ਸਾਰੀ ਇੱਕ ਸੰਘੀ ਢਾਂਚਾ ਬਣਦਾ ਅੰਗਰੇਜ਼ਾਂ ਦੀ ਬਣਾਈ ਹੋਈ ਐਡਮਿਨਿਸਟ੍ਰੇਟਿਵ ਯੂਨਿਟ ਦਾ, ਜਦੋਂ ਪੰਜਾਬ ਦੀ ਵਾਰੀ ਆਉਂਦੀ ਹੈ ਤਾਂ ਪੰਜਾਬ ਨੂੰ ਬਹੁਤ ਸਾਰੇ ਜਿਹੜੇ ਨੇ ਉਹ ਵਾਅਦੇ ਕੀਤੇ ਗਏ। ਇਹ ਉੱਥੇ ਮੁਲਕ ਦੇ ਜਿਹੜੇ ਘਾੜੇ ਸਨ, ਨਹਿਰੂ ਹੋ ਗਿਆ, ਗਾਂਧੀ ਹੋ ਗਿਆ, ਪਟੇਲ ਹੋ ਗਿਆ, ਇਹਨਾਂ ਨੇ ਬੜੇ ਲੁਭਾਵਣੇ ਖੁਆਬ ਖਾਲਸੇ ਨੂੰ ਦਿੱਤੇ ਸੀ, ਧੋਖੇ ਦਿੱਤੇ ਸੀ। ਉਹਨਾਂ ਨੇ ਕਿਹਾ ਸੀ ਕਿ ਨਾਰਥ ਇੰਡੀਆ ਦੇ ਵਿੱਚ ਇੱਕ ਐਸਾ ਖਿੱਤਾ ਹੋਵੇ ਜਿੱਥੇ ਸਿੱਖ ਵੀ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣ ਤੇ ਸਾਨੂੰ ਉਸ ਦੇ ਵਿੱਚ ਕੋਈ ਇਤਰਾਜ਼ ਨਹੀਂ ਹੋਏਗਾ। ਭਾਵ ਕਿ ਸਿੱਖਾਂ ਨੂੰ ਇੱਕ ਜਿਹੜਾ ਵਾਅਦਾ ਕੀਤਾ ਗਿਆ ਸੀ ਸਿੱਧੇ ਤੌਰ ਤੇ ਵੀ ਤੁਹਾਨੂੰ ਵੀ ਇੱਕ ਆਜ਼ਾਦ ਖਿੱਤਾ ਦੇਵਾਂਗੇ। ਉਸ ਤੋਂ ਬਾਅਦ ਜਦੋਂ ਭਾਰਤ ਦਾ ਸੰਵਿਧਾਨ ਹੋਣ ਦੇ ਵਿੱਚ ਆਉਂਦਾ, ਜਦੋਂ ਉਸ ਦੀਆਂ ਬੈਠਕ ਹੁੰਦੀਆਂ ਨੇ ਤੇ ਉਦੋਂ ਪੰਜਾਬ ਦੇ ਜਿਹੜੇ ਸਿੱਖ ਕੌਮ ਦੇ ਦੋ ਨੁਮਾਇੰਦੇ ਸਨ, ਸਰਦਾਰ ਜੋਗਿੰਦਰ ਸਿੰਘ ਮਾਨ ਔਰ ਸਰਦਾਰ ਹੁਕਮ ਸਿੰਘ, ਉਹਨਾਂ ਨੇ ਉਸ ਸੰਵਿਧਾਨ ਨੂੰ ਜਦੋਂ ਪੜ੍ਹਿਆ, ਘੋਖਿਆ ਤੇ ਉਹਦੇ ਉੱਤੇ ਸਿਗਨੇਚਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਜਿਹੜਾ ਸੰਵਿਧਾਨ ਆ ਇਹ ਸਿੱਖਾਂ ਦੇ ਨਾਲ ਧੋਖਾ, ਸਾਨੂੰ ਜੋ ਕਹਿ ਕੇ ਤੁਸੀਂ ਨਾਲ ਰਲਣ ਦੇ ਲਈ ਜਿਹੜੀ ਤਜਵੀਜ਼ ਰੱਖੀ ਸੀ, ਇਹ ਜਿਹੜੀ ਸੰਵਿਧਾਨ ਉਸ ਤਜਵੀਜ਼ ਦੀ 100% ਉਲੰਘਣਾ ਕਰਦਾ, ਸਾਨੂੰ ਇਹ ਮਨਜ਼ੂਰ ਨਹੀਂ। ਸੋ ਇਹ ਜਿਹੜਾ ਜੁਡੀਸ਼ਰੀ ਵੀ ਜੇ ਅਸੀਂ ਬਾਏ ਲਾ ਜਾਣਾ ਹੋਵੇ ਫਿਰ ਵੀ ਅਸੀਂ ਇਹ ਬੌਂਡ ਨਹੀਂ ਆ ਹਿੰਦੁਸਤਾਨ ਦੇ ਨਾਲ ਰਹਿਣ ਦੇ। ਪਰ ਉਹਦੇ ਬਾਵਜੂਦ ਵੀ ਸਿੱਖਾਂ ਨੇ ਟਰਾਈ ਜ਼ਰੂਰ ਕੀਤੀ ਹੈ, ਚਾਹੇ ਉਹ ਧਰਮ ਯੁੱਧ ਮੋਰਚੇ ਦੇ ਰੂਪ ਦੇ ਵਿੱਚ ਹੋਵੇ ਜਾਂ ਆਪਣੀ ਕਿਸਮਤ ਉਹਨਾਂ ਨਾਲ ਘੜੀ ਆ, ਫਿਰ ਵੀ ਉਹਨੂੰ ਕਿਹਾ ਹਜੇ ਵੀ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਸਾਰੇ ਭਾਰਤ ਦੀਆਂ ਜਿਹੜੀਆਂ ਆਜ਼ਾਦ ਸਟੇਟ ਸੀਗੀਆਂ ਉਹਨਾਂ ਦੇ ਉੱਤੇ ਕਬਜ਼ਾ ਕਰਕੇ ਜਿਹੜਾ ਇਹਨੂੰ ਸੈਂਟਰਲਾਈਜ਼ ਕੀਤਾ, ਇਹਨੂੰ ਖੋਲੋ, ਇਹਨੂੰ ਫੈਡਰਲਾਈਜ਼ਡ ਸਿਸਟਮ ਜਿਹੜਾ ਅਮਰੀਕਾ, ਕੈਨੇਡਾ ਜਾਂ ਹੋਰ ਦੁਨੀਆ ਦੇ ਜਿਹੜੇ ਚੰਗੇ ਅਗਾਂਹ-ਵਧੂ ਮੁਲਕ ਨੇ ਉਹਨਾਂ ਦੇ ਵਿੱਚ ਚੱਲਦਾ, ਉਹਨੂੰ ਲੈ ਕੇ ਆਓ। ਉਹਨੂੰ ਮੰਨਣ ਦੀ ਬਜਾਏ, ਕਿਉਂਕਿ ਇਹ ਸਿੱਖਾਂ ਦਾ ਕੋਈ ਪਰਸਨਲ ਮੁੱਦਾ ਨਹੀਂ ਸੀ, ਉਹਨੂੰ ਮੰਨਣ ਦੀ ਬਜਾਏ ਫਿਰ ਵੀ ਉਹਨਾਂ ਨੇ ਜਿਹੜਾ ਹਥਿਆਰਾਂ ਦਾ ਰਾਹ ਉਹ ਚੁਣਿਆ। ਸੋ ਹੰਸਰਾਜ ਸਾਹਿਬ, ਜੇ ਅਸੀਂ ਅੱਜ ਡਾਇਸਪੋਰਾ ਸਿੱਖਾਂ ਦਾ ਜਿਹੜਾ ਰੋਲ ਆ ਉਹਨੂੰ ਡਿਫਾਈਨ ਕਰਨਾ ਹੋਵੇ ਤੇ ਇਹ ਜਿਹੜੀਆਂ ਸਾਡੇ ਕੋਲ ਲੂਪ ਹੋਲਸ ਨੇ, ਕਿਵੇਂ ਜਿਹੜਾ ਪੰਜਾਬ ਨੂੰ ਧੋਖੇ ਦੇ ਨਾਲ ਕੈਪਚਰ ਕੀਤਾ ਗਿਆ, ਸੋ ਇਹ ਕਿਸ ਤਰ੍ਹਾਂ ਦੇ ਕੇਸ ਜਿਹੜੇ ਨੇ ਉਹ ਬਣਦੇ ਨੇ ਕਿ ਅਸੀਂ ਦੁਨੀਆ ਦੀ ਕਚਹਿਰੀ ਨੂੰ ਇਹ ਦੱਸ ਸਕੀਏ ਕਿ ਬਾਏ ਡਿਫਾਲਟ ਹੀ ਅਸੀਂ ਇਹਨਾਂ ਦਾ ਹਿੱਸਾ ਨਹੀਂ ਹੈ। ਜੀ, ਉਹ ਕਿਸੇ ਸ਼ਾਇਰ ਨੇ ਲਿਖਿਆ ਨਾ ਮਨਵੀਰ ਸਿੰਘ ਜੀ ਕਿ ਆਪਣੀ ਤਬਾही की दास्तां क्या लिखूं, अपनी तबाही की दास्तां क्या लिखूं, दुश्मन की साजिश में अपनों की साजिश का जिक्र है। वाह जी। जो कुछ तुसी बयान किया है बड़े हिस्टोरिकल दुखदाई अध्याय ने कि सिक्खां दे नाल किस तरह पैर पैर दे उत्ते जिहड़ी धोखाधड़ी हुई है। साडा जो राज है डेमोक्रेसी का, ਉਹਦੀਆਂ ਤਾਂ ਦੁਨੀਆ ਦੇ ਉੱਤੇ ਮਿਸਾਲਾਂ ਹਨ। ਹੁਣ ਤਾਂ ਦੁਨੀਆ ਦੇ ਲੋਕ ਵੀ ਮੰਨ ਗਏ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਹੜਾ ਸ਼ਾਇਦ ਉਹਦੇ ਵਰਗਾ ਰਾਜ ਕੋਈ ਨਹੀਂ ਨੰਬਰ 1 ਤੇ ਆਇਆ ਪਿਛਲੇ ਸਰਵੇਖਣ ਦੇ ਵਿੱਚ। ਸੋ ਮੈਂ ਸਮਝਦਾ ਹਾਂ ਕਿ ਜਿਹੜੇ ਡਾਇਸਪੋਰ ਸਿੱਖ ਨੇ ਸਾਰੀ ਇਸ ਗੱਲ ਨੂੰ ਸਮਝਦੇ ਨੇ। ਇਸੇ ਕਰਕੇ ਹੀ ਸਾਡਾ ਜਿਹੜਾ ਲੌਬੀਇੰਗ ਦਾ ਪ੍ਰੋਸੈਸ ਹੈ ਇਹ ਭਾਰਤ ਦੇ ਲਈ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। 34 ਸਾਲ ਬਾਅਦ ਜਦੋਂ ਅਸੀਂ ਫਿਰ ਇਸ ਗੱਲ ਦਾ ਮੁਲਾਂਕਣ ਕਰਾਂਗੇ ਕਿ ਕਿਸ ਤਰ੍ਹਾਂ ਇੰਗਲੈਂਡ ਦੇ ਵਿੱਚ, ਕਿਸ ਤਰ੍ਹਾਂ ਅਮਰੀਕਾ ਦੇ ਵਿੱਚ, ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਜਾਂ ਜਰਮਨੀ ਦੇ ਵਿੱਚ ਭਾਰਤ ਸਰਕਾਰ ਦੇ ਪੋਲ ਖੁੱਲ ਰਹੇ ਹਨ, ਕਿਉਂਕਿ ਸਾਡਾ ਜਿਹੜਾ ਪਿਛਲੇ 1.5-2 ਦਹਾਕਿਆਂ ਦਾ ਲੌਬੀਇਸਟ ਦਾ ਕੰਮ ਹੈ, ਕਿਉਂਕਿ ਪਹਿਲੇ ਤਾਂ 1 ਦਹਾਕੇ ਦੇ ਵਿੱਚ ਅਸੀਂ ਮਸਾਂ ਆਰਗੇਨਾਈਜ਼ ਹੀ ਹੋਏ ਆ, ਜਥੇਬੰਦ ਕੀ ਹੋਏ ਆ, ਤੇ ਉਸ ਤੋਂ ਬਾਅਦ ਫਿਰ ਅਸੀਂ 15-20 ਸਾਲ ਲਗਾਤਾਰ ਲੌਬੀ ਕੀਤੀ ਹੈ, ਜਿਸ ਨੂੰ ਭਾਵੇਂ ਕਈ ਵਾਰ ਮਹਿਸੂਸ ਹੁੰਦਾ ਕਿ ਸਾਡੀ ਗੱਲ ਨੂੰ ਯਾਰ ਇੱਥੋਂ ਦੇ ਪੋਲੀਟੀਸ਼ੀਅਨਸ ਜਿਹੜੇ ਹਨ ਉਹ ਨਜ਼ਰਅੰਦਾਜ਼ ਕਰਦੇ ਹਨ, ਪਰ ਦਰਅਸਲ ਨਜ਼ਰਅੰਦਾਜ਼ ਨਹੀਂ ਕਰਦੇ। ਉਸ ਗੱਲ ਨੂੰ ਸਿੰਕ ਹੋਣ ਦੀ ਖਾਤਰ ਜਿਹੜਾ ਵਕਤ ਲੱਗਦਾ ਹੈ, ਹੁਣ ਜਿਹੜਾ ਸਮਾਂ ਹੈ ਉਹ ਸਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਇਹਨਾਂ ਦੇ IB ਦੇ ਰਾਹ ਦੇ ਮੈਂਬਰਸ, ਚਾਹੇ ਉਹ ਜਰਮਨ ਦੇ ਵਿੱਚ ਐਸਪਨਾਜ ਐਕਟ ਦੇ ਥੱਲੇ ਜਿਹੜਾ ਦੀ ਹਵਾ ਖਾ ਰਹੇ ਨੇ, ਚਾਹੇ ਉਹ ਕੈਨੇਡਾ ਦੇ ਵਿੱਚ ਉਹਨਾਂ ਨੂੰ ਲੈਵਲ ਤੇ ਆ ਕੇ ਸਿੱਖ ਆ ਜਿਹੜੇ ਇਸ ਗੱਲ ਦੇ ਵਿੱਚ ਸਮਰੱਥ ਹੋ ਚੁੱਕੇ ਹਨ ਕਿ ਹੁਣ ਅਸੀਂ ਇਹਨਾਂ ਦੇ ਨਾਲ ਬੈਠ ਕੇ ਇਹਨਾਂ ਦੇ ਵੱਲੋਂ ਕਰ। ਹੈਲੋ ਜੀ, ਤੁਹਾਡੀ ਵੀਡੀਓ ਪੌਜ਼ ਹੋ ਰਹੀ ਸੀ, ਮੇਰੇ ਤੱਕ ਆਵਾਜ਼ ਨਹੀਂ ਸੀ ਪਹੁੰਚ ਰਹੀ ਜੀ, ਲਾਈਨ ਕੱਟੀ ਗਈ ਸੀ। ਚਲੋ ਹਾਂਜੀ, ਬੋਲੋ ਜੀ। ਜੀ, ਸੋ ਹੰਸਰਾਜ ਸਾਹਿਬ, ਅੱਜ ਤੁਸੀਂ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਰੋਲ ਦੇਖਣਾ ਹੋਵੇ ਸਾਰੇ ਘਟਨਾਕ੍ਰਮ ਦੇ ਵਿੱਚ, ਪਿਛਲੇ 35 ਸਾਲਾਂ ਤੋਂ ਅਕਾਲ ਤਖਤ ਸਾਹਿਬ ਤੋਂ ਗਠਿਤ ਕੀਤੀ ਗਈ ਇਹ ਇੱਕੋ ਇੱਕ ਸਿੱਖਾਂ ਦੀ ਪੋਲੀਟੀਕਲ ਜਮਾਤ ਹੈ।
ਸੋ ਇਸ ਦਾ ਰੋਲ ਹੈ ਜਿਹੜਾ ਪੰਜਾਬ ਦੇ ਵਿੱਚ ਤੇ ਡਾਇਸਪੋਰਾ ਦੇ ਵਿੱਚ ਕਿਸ ਤਰ੍ਹਾਂ ਦਾ ਦੇਖਦੇ ਹੋ ਜੀ? 1994 ਦੇ ਵਿੱਚ ਜੀ 1 ਮਈ 1994 ਨੂੰ ਅਕਾਲ ਤਖਤ ਸਾਹਿਬ ਤੋਂ ਉਸ ਵੇਲੇ ਦੇ ਐਕਟਿੰਗ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੇ ਅਤੇ ਗੁਰਚਰਨ ਸਿੰਘ ਮਾਨੋਚਾਲ ਗੁਰਚਰਨ ਸਿੰਘ ਟੌੜਾ ਉਹਨਾਂ ਦੀ ਰਹਿਨਮਾਈ ਵਿੱਚ ਜਿਹੜਾ ਇਕੱਠ ਹੋਇਆ ਤੇ ਉਹਨਾਂ ਨੇ ਸਾਰੇ ਦਲ ਭੰਨ ਕੇ ਤੋੜ ਕੇ ਇੱਕ ਦਲ ਬਣਾਉਣ ਦੀ ਜਿਹੜੀ ਵਕਾਲਤ ਕੀਤੀ ਹੈ ਤੇ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਗਠਿਤ ਕੀਤਾ ਗਿਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਦੇ ਪਹਿਲੇ ਫਾਊਂਡਿੰਗ ਪ੍ਰੈਜ਼ੀਡੈਂਟ ਥਾਪਿਆ ਗਿਆ। ਉਦੋਂ ਤੋਂ ਲੈ ਕੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਐਲਾਨਨਾਮੇ ਦੇ ਵਿੱਚ ਖਾਲਿਸਤਾਨ ਦੀ ਜਿਹੜੀ ਪ੍ਰਾਪਤੀ ਹੈ, ਖਾਲਿਸਤਾਨ ਦੀ ਜਿਹੜੀ ਲਿਬਰੇਸ਼ਨ ਹੈ, ਉਸ ਨੂੰ ਲੈ ਕੇ ਲਗਾਤਾਰ ਪੋਲੀਟੀਕਲ ਫਰੰਟ ਤੇ ਇੱਕ ਸੰਘਰਸ਼ ਲੜਦੇ ਆ ਰਹੇ ਹਨ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਦੀਆਂ ਯੂਨਿਟਸ ਨੇ ਅਤੇ ਇਹ ਸਾਰੀਆਂ ਯੂਨਿਟਸ ਜਿਹੜੀਆਂ ਹਨ ਆਪਣੇ ਆਪਣੇ ਮੁਲਕਾਂ ਦੇ ਵਿੱਚ ਬੜੀ ਬਾਖੂਬੀ ਦੇ ਨਾਲ ਕੰਮ ਕਰ ਰਹੀਆਂ ਨੇ। ਇਹ ਇੱਕ ਬਹੁਤ ਵੱਡੀ ਗੱਲਬਾਤ ਹੋ ਸਕਦੀ ਹੈ ਜੇ ਮੈਨੂੰ ਇਕੱਲੇ ਮੁਲਕ ਦੇ ਵਿੱਚ ਕੀ ਹੋ ਰਿਹਾ ਉਹ ਸਾਰਾ ਕੁਝ ਦੱਸਣਾ ਪਏ, ਪਰ ਡੈਫੀਨਿਟਲੀ ਕੈਨੇਡਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਨੇ ਜੋ ਕੰਮ ਕੀਤੇ ਨੇ, ਸੋ ਇੱਥੋਂ ਦੀ ਸੰਗਤ ਤਕਰੀਬਨ ਉਹਨੂੰ ਸੋਸ਼ਲ ਮੀਡੀਆ ਰਾਹੀਂ ਹਰ ਕੰਮ ਨੂੰ ਕਿਸ ਤਰ੍ਹਾਂ ਅਸੀਂ WhatsApp ਕਾਨਫਰੰਸਿਸ ਕੀਤੀਆਂ 2 ਵਾਰ, ਡਾਕਟਰ ਇਕਤਦਾਰ ਚੀਮਾ ਨੂੰ ਅਸੀਂ ਸੰਗਤ ਦੇ ਸਾਹਮਣੇ ਪੇਸ਼ ਕੀਤਾ, ਅਸੀਂ ਖਾਲਿਸਤਾਨ ਦਾ ਨਕਸ਼ਾ ਇੱਥੇ ਜਾਰੀ ਕੀਤਾ, ਇਸ ਤੋਂ ਇਲਾਵਾ ਖਾਲਿਸਤਾਨ ਦਾ ਝੰਡਾ ਜਿਹੜਾ ਹੈ ਉਹ ਇੱਥੋਂ ਸਾਡੇ ਲੋਕਲ ਸੱਜਣਾਂ ਦੇ ਸਰਦਾਰ ਰਣਜੀਤ ਸਿੰਘ ਮਾਨ ਅਤੇ ਦੂਸਰੇ ਸੱਜਣਾਂ ਦੇ ਸਹਿਯੋਗ ਦੇ ਨਾਲ ਉਹ ਤਿਆਰ ਕਰਕੇ, ਕਿਉਂਕਿ ਹੁਣ ਤੱਕ ਅਸੀਂ ਨਿਸ਼ਾਨ ਸਾਹਿਬ ਦੇ ਉੱਤੇ ਖਾਲਿਸਤਾਨ ਲਿਖ ਕੇ ਹੀ ਆਪਣਾ ਡੰਗ ਟਪਾਉਂਦੇ ਰਹੇ ਹਾਂ, ਪਰ ਅਸੀਂ ਸਾਨੂੰ ਜਦੋਂ ਅਸੀਂ ਫ੍ਰੀ ਖਾਲਿਸਤਾਨ ਦਾ ਪ੍ਰੋਜੈਕਟ ਬਣਾਇਆ ਤਾਂ ਸਾਨੂੰ ਅਹਿਸਾਸ ਹੋਇਆ ਕਿ ਜਿਹੜਾ ਸਾਡਾ ਰਾਜਸੀ ਭਾਵ ਪੋਲੀਟੀਕਲ ਫਲੈਗ ਹੈ ਉਹ ਤਿਕੋਨਾ ਨਹੀਂ ਹੋ ਸਕਦਾ। ਫਿਰ ਅਸੀਂ ਉਸ ਨੂੰ ਚੌਰਸ ਕਰਕੇ ਉਹਨੂੰ ਪਛਾਣ ਦੀ ਖਾਤਰ ਉੱਤੇ ਖਾਲਿਸਤਾਨ ਲਿਖਣਾ ਪਿਆ। ਸੋ ਉਹ ਇਹ ਚੀਜ਼ਾਂ ਜਿਹੜੀਆਂ ਹਨ ਉਹ ਅਸੀਂ ਸਾਰੀਆਂ ਹਨ ਉਹ ਇਸ ਐਲਾਨਨਾਮੇ ਦੇ ਉੱਤੇ ਅਮਲ ਕਰਦੇ ਹਾਂ। ਅਸੀਂ ਇਹਨਾਂ ਦਾ ਯਾਦ ਕੀਤਾ ਹੈ, ਇਹਨਾਂ ਨੂੰ ਜਾਰੀ ਕੀਤਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਖਾਲਿਸਤਾਨ ਦੇ ਕਨਸਟੀਟਿਊਸ਼ਨ ਦੀ ਆਊਟਲਾਈਨ ਅਸੀਂ ਉਹ ਵੀ ਤਿਆਰ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਅਸੀਂ ਬਿਲਕੁਲ ਪ੍ਰੋਪਰ ਤੌਰ ਦੇ ਉੱਤੇ ਲੌਬੀ ਕਰਨ ਦੇ ਲਈ ਖਾਲਿਸਤਾਨ ਦੀ ਲਿਬਰੇਸ਼ਨ ਦੀ ਲੌਬੀ ਕਰਨ ਦੇ ਲਈ, ਕਿਉਂਕਿ ਇੱਕ ਸਾਵਰਨ ਸਟੇਟ ਨੂੰ ਜੋ ਫਾਰਮੈਲਿਟੀਜ਼ ਚਾਹੀਦੀਆਂ ਹੁੰਦੀਆਂ ਹਨ ਉਹ ਅਸੀਂ ਸਾਰੀਆਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਆਪਣਾ ਲੌਬੀ ਦਾ ਪ੍ਰੋਜੈਕਟ ਹੈ ਇਹਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਨਲੀਸ਼ ਕਰਾਂਗੇ ਜਿਹਦਾ ਨਾਮ ਫ੍ਰੀ ਖਾਲਿਸਤਾਨ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦੇ ਉੱਤੇ ਕੰਮ ਕਰਾਂਗੇ, ਕਿਉਂਕਿ ਸਾਰਾ ਕੁਝ ਜਿਹੜਾ ਹੋ ਰਿਹਾ ਇਹ ਉਸ ਐਲਾਨਨਾਮੇ ਨੂੰ ਜਿਹੜਾ ਦੁਨੀਆ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ 29 ਅਪ੍ਰੈਲ 1986 ਨੂੰ ਅਸੀਂ ਵੇਖਿਆ ਕਿ ਸਾਡੇ ਸਾਹਮਣੇ ਸਾਡੇ ਸਿੰਘਾਂ ਨੇ ਉਹਨਾਂ ਉੱਚੇ ਮਰਤਬੇ ਵਾਲੇ ਸਿੰਘਾਂ ਨੇ ਪੇਸ਼ ਕੀਤਾ ਸੀ, ਅਸੀਂ ਉਹਦੇ ਤੇ ਅਮਲ ਕਰ ਰਹੇ ਹਾਂ। ਪੰਥ ਸਾਹਿਬ ਬਸਤੀਵਾਦ ਦੇ ਇਸ ਯੁੱਗ ਦੇ ਵਿੱਚ ਜਿੱਥੇ ਹਰ ਇੱਕ ਧਿਰ ਨੂੰ, ਹਰ ਇੱਕ ਮੁਲਕ ਨੂੰ ਬਾਕੀ ਮੁਲਕਾਂ ਵੱਲੋਂ ਦੁਨੀਆ ਦੇ ਜਿਹੜੇ ਅਗਵਾਂਵਾਦੂ ਮੁਲਕ ਵੀ ਕਹੇ ਜਾਂਦੇ ਨੇ, ਇੱਕ ਮੰਡੀ ਦੇ ਤੌਰ ਤੇ ਵੇਖਿਆ ਜਾ ਰਿਹਾ। ਸੋ ਇਸ ਸਾਰੇ ਦੌਰ ਦੇ ਵਿੱਚ ਜਿੱਥੇ ਨਿਊਕਲੀਅਰ ਵੈਪਨਸ ਦੀ ਵੀ ਦੌੜ ਆ ਜਿਹੜੀ ਲੱਗੀ ਹੋਈ ਹੈ, ਔਰ ਆ ਜਿਹੜਾ ਪੈਂਡੈਮਿਕ ਜਿਹਦੇ ਵਿੱਚ ਅਸੀਂ ਇਹ ਗੱਲਬਾਤ ਸਾਰੀ ਕਰ ਰਹੇ ਹਾਂ COVID-19 ਦਾ, ਇਹਨੂੰ ਵੀ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾ ਰਿਹਾ ਕਿਤੇ ਇਹ ਜਿਹੜਾ ਹੋਰ ਕਿਸੇ ਯੁੱਧ ਦੀ ਕੋਈ ਨਵੀਂ ਤਰ੍ਹਾਂ ਦੀ ਨੀਤੀ ਤਾਂ ਨਹੀਂ। ਸੋ ਇਸ ਸਾਰੇ ਜਿਹੜੀ ਚਕਾਚੌਂਧ ਦੀ ਦੁਨੀਆ ਦੇ ਵਿੱਚ, ਜੱਦੋਜਹਿਦ ਦੀ ਦੁਨੀਆ ਦੇ ਵਿੱਚ ਅੱਜ ਕੀ ਸੰਭਾਵਨਾਵਾਂ ਤੁਸੀਂ ਵੇਖਦੇ ਹੋ ਕਿ ਜਿਹੜਾ ਗਲੋਬਲ ਜਿਹੜੇ ਸਟੇਜ ਦੇ ਉੱਤੇ ਜਿਹੜੀਆਂ ਸੰਭਾਵਨਾ ਸਾਡੇ ਲਈ ਅਨੁਕੂਲ ਨੇ ਜਾਂ ਨਾ ਅਨੁਕੂਲ ਨੇ ਕਿ ਸਾਡਾ ਜਿਹੜਾ ਇਹ ਖਾਲਿਸਤਾਨ ਦਾ ਐਲਾਨ ਹੈ ਉਹਨੂੰ ਸਾਡੀ ਆਜ਼ਾਦੀ ਦੇ ਰਾਹ ਦੇ ਵਿੱਚ ਕਿੰਨੀਆਂ ਕੁ ਇਹ ਜਿਹੜੀਆਂ ਪ੍ਰਸਥਿਤੀਆਂ ਨੇ ਇਹ ਸਹਾਈ ਹੋ ਸਕਦੀਆਂ ਨੇ ਜਾਂ ਕਿੰਨੀਆਂ ਕੁ ਘਾਤਕ ਹੋ ਸਕਦੀਆਂ ਨੇ ਜੀ? ਇਹ ਬਿਲਕੁਲ ਸਹੀ ਗੱਲ ਆ ਕਿ 9/11 ਨੇ ਖਾਸ ਕਰਕੇ ਸਾਡਾ ਜਿਹੜਾ ਇਹ ਸੰਘਰਸ਼ ਆ ਇਹਨੂੰ ਥੋੜਾ ਜਿਹਾ ਡਿਲੇ ਕੀਤਾ, ਕਿਉਂਕਿ ਦੁਨੀਆ ਦਾ ਜਿਹੜਾ ਕਲਚਰ ਆ ਉਹ ਚੇਂਜ ਹੋ ਗਿਆ। ਅਸੀਂ ਪਹਿਲੇ ਦੁਨੀਆ ਦੇ ਪੋਲੀਟੀਕਲ ਕਲਚਰ ਅਨੁਸਾਰ ਤਿਆਰ ਹੁੰਦੇ ਰਹੇ, ਉਸ ਤੋਂ ਬਾਅਦ ਕਿਉਂਕਿ ਇਹ ਜਿਹੜੀ ਰੇਸ ਆ ਨਾ ਵੱਡਿਆਂ ਮੁਲਕਾਂ ਦੀ ਇਹ ਵੀ ਸਾਨੂੰ ਪ੍ਰਭਾਵਿਤ ਕਰ ਰਹੀ ਹੈ। ਹੁਣ ਵੀ ਜਿਹੜਾ ਇਹ ਪੈਂਡੈਮਿਕ ਆ ਇਹ ਪਤਾ ਨਹੀਂ ਕਿਹੜੀਆਂ ਚੇਂਜਸ ਆਉਣ ਵਾਲੇ ਦਿਨਾਂ ਦੇ ਵਿੱਚ ਲਿਆਏਗਾ, ਪਰ ਇੱਕ ਗੱਲ ਜ਼ਰੂਰ ਹੈ ਜਿਹੜੀ ਇਕਨੋਮਿਕਸ ਆ ਨਾ ਉਹ ਪੜ੍ਹੀ ਜ਼ਰੂਰ ਜਾਂਦੀ ਆ, ਪਰ ਪ੍ਰੈਕਟੀਕਲੀ ਇਕਨੋਮਿਕਸ ਆ ਜਿਹੜੀ ਇਹ ਸਾਡੇ ਤਾਂ DNA ਦੇ ਵਿੱਚ ਆ। ਤੁਸੀਂ ਵੇਖ ਰਹੇ ਹੋ ਕਿ 7 ਡਾਲਰ ਲਿਆ ਕੇ ਕੈਨੇਡਾ ਅਮਰੀਕਾ ਦੇ ਵਿੱਚ ਅੱਜ ਸਾਡੇ ਲੋਕ ਮਿਲੀਅਨੇਅਰਸ ਬਣੇ ਬੈਠੇ ਨੇ। ਸੋ ਇਹ ਜਿਹੜੀ ਇਹ ਇਕਾਨਮੀ ਦੀ ਨੀਤੀ ਸਾਡੇ ਲੋਕਾਂ ਦੇ ਕੋਲ ਆ, ਸਖਤ ਮਿਹਨਤ ਕਰਨੀ,
ਦਿਨ ਪੋ ਰਾਤ ਇੱਕ ਕਰਕੇ ਸਫਲਤਾ ਆਪਣੇ ਕਦਮਾਂ ਤੱਕ ਲੈ ਕੇ ਆਉਣੀ। ਮੈਂ ਸਮਝਦਾ ਹਾਂ ਕਿ ਇਹ ਸਾਡੇ ਮੁਲਕ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਸਹਾਈ ਹੋਏਗੀ। ਬਾਕੀ ਇਹ ਪੈਂਡੈਮਿਕ ਜਿਹੜਾ ਹੈ ਇਹ ਕਿਸ ਕਰਵਟ ਬੈਠਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ। ਡੈਫੀਨੇਟਲੀ ਇਹਨੇ ਇਕਾਨਮੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਨਾ ਹੈ। ਇਹਦੇ ਤਹਿਤ ਸਾਡੇ ਇੰਗਲੈਂਡ ਦੇ ਵਿੱਚ ਜਾਂ ਫਿਰ ਅਮਰੀਕਾ ਦੇ ਵਿੱਚ ਕੁਝ ਚੰਗੇ ਸੇਵਾਦਾਰ ਵੀ ਇਸ ਦੀ ਭੇਟ ਚੜ੍ਹ ਗਏ ਹਨ, ਉਸ ਦਾ ਵੀ ਸਾਨੂੰ ਅਫਸੋਸ ਹੈ। ਪਰ ਦੁਨੀਆ ਦੇ ਉੱਤੇ ਜੋ ਵਾਪਰਦਾ ਹੈ ਉਹ ਅਕਾਲ ਪੁਰਖ ਦੇ ਉਸ ਭਾਣੇ ਉਸ ਦੀ ਰਜ਼ਾ ਦੇ ਵਿੱਚ ਹੀ ਹੈ। ਅਸੀਂ ਇਸ ਸਿਧਾਂਤ ਨੂੰ ਪ੍ਰਣਾਏ ਹੋਏ ਹਾਂ। ਜੀ ਹੰਸਰਾਜ ਸਾਹਿਬ, ਸਮਾਂ ਆਪਣਾ ਲਗਭਗ ਸਮਾਪਤੀ ਵੱਲ ਹੈ ਔਰ ਅਖੀਰ ਦੇ ਵਿੱਚ ਕੀ ਤੁਹਾਡਾ ਸੁਨੇਹਾ ਇਸ ਸਾਰੇ ਸੰਦਰਭ ਦੇ ਵਿੱਚ, ਔਰ ਸਿੱਖ ਕੌਮ ਨੂੰ ਅਗਾਂਹ ਜਿਹੜੇ ਆਪਣੇ ਨਿਸ਼ਾਨੇ ਨੇ ਉਹ ਕਿਸ ਤਰ੍ਹਾਂ ਜਿਹੜੇ ਬਿੰਨਣ ਦੀ ਔਰ ਉਹਨਾਂ ਤੱਕ ਪਹੁੰਚਣ ਦੀ ਜਿਹੜੀ ਰਣਨੀਤੀ ਤੁਸੀਂ ਦੱਸਣੀ ਚਾਹੋਗੇ? ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਕਦੇ ਵੀ ਸਿੱਖਾਂ ਦੇ ਵਿੱਚ ਜਿਹੜੀ ਸੁਹਿਰਦਤਾ ਉਹਦੀ ਕਮੀ ਨਜ਼ਰ ਨਹੀਂ ਆਈ, ਭਾਵੇਂ ਕਿ ਕੁਝ ਲੋਕ ਇਹਦੇ ਉਲਟ ਵਿਚਾਰ ਰੱਖਦੇ ਹਨ। ਮੈਂ ਨਹੀਂ ਰੱਖਦਾ, ਕਿਉਂਕਿ ਮੈਂ ਇਹ ਵੇਖ ਰਿਹਾ ਹਾਂ ਕਿ ਸਿੱਖਾਂ ਨੇ ਹਮੇਸ਼ਾ ਹੀ ਸਿਰ ਤੋੜ ਯਤਨ ਕੀਤੇ ਹਨ ਆਪਣੀ ਇਨਕਲਾਬੀ ਲਹਿਰ ਨੂੰ ਸਰਜੀਤ ਕਰਨ ਲਈ। ਕਿਸੇ ਨੇ ਲਿਖਿਆ ਹੈ ਨਾ ਕਿ ਕੋਈ ਦੂਰ ਦੀ ਗੱਲ ਨਹੀਂ, ਜੱਗ ਉੱਤੇ ਕਦੇ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ, ਸਾਡੇ ਸਿਰਾਂ ਤੇ ਕਲਗੀਆਂ ਸੋਹੰਦੀਆਂ ਸੀ, ਸਾਨੂੰ ਝੁਕਦੇ ਸੀ ਕਾਬਲ ਈਰਾਨ ਵਾਲੇ, ਸਾਡੇ ਕੇਸਰੀ ਨਿਸ਼ਾਨ ਦੇ ਸਾਹਿਬ ਅੱਗੇ ਕਈ ਝੁਕਦੇ ਸੀ ਉੱਚੇ ਨਿਸ਼ਾਨ ਵਾਲੇ, ਅੱਖ ਚੁੱਕ ਕੇ ਇੱਧਰ ਜੋ ਝਾਕਦੇ ਨਹੀਂ ਸੀ ਅੱਜ ਸਾਡੇ ਤੇ ਹੁਕਮ ਚਲਾਉਣ ਵਾਲੇ। ਸੋ ਇਹ ਜਿਹੜੀ ਰੀਅਲਾਈਜੇਸ਼ਨ ਹੈ, ਅਸੀਂ ਇਹ ਰੀਅਲਾਈਜ਼ ਕਰਦੇ ਹਾਂ ਕਿ ਅਸੀਂ ਬਾਦਸ਼ਾਹ ਹਾਂ। ਅਸੀਂ ਉਹ ਬਾਦਸ਼ਾਹਤ ਆ ਜਿਹੜੀ ਉਹ ਸਾਡੀ ਖੁਸ਼ੀ ਹੋਈ ਹੈ ਤੇ ਸਾਨੂੰ ਉਹ ਬਾਦਸ਼ਾਹਤ ਆ ਜਿਹੜੀ ਉਹ ਹਾਸਲ ਕਰਨੀ ਹੈ। ਉਹ ਕੁਦਰਤੀ ਗੱਲ ਆ ਕਿ ਅਸੀਂ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੁੜ ਕੇ ਹੀ ਕਰ ਸਕਦੇ ਹਾਂ ਕਿ ਤੂੰ ਮੁਝੇ ਨਵਾਜਤਾ ਹੈ ਇਹ ਮੇਰਾ ਕਰਮ ਹੈ ਮੌਲਾ, तू मुझे नवाजता है ये तेरा कर्म है बोला, वरना तेरी रहमतों के लायक कहाँ थी इबादत मेरी। गुरु पातशाह ने बख्शिश करनी है कि खालसा पंथ का अपना राज भाग खालिस्तान इस दुनिया के नक्शे उत्ते आजाद होएगा। सानू ये पूर्ण आस है। इस ऐलाननामे के संदर्भ दे विच मैं इन्ना ही जो शुरू दे विच कहा सी मैं उसनू मुड़ दोहरा दिया कि ਜਿਹੜੀਆਂ ਕੌਮਾਂ ਦੇ ਕੋਲ ਆਪਣੇ ਨਾਰੇ ਹੁੰਦੇ ਨੇ, ਜਿਹੜੀਆਂ ਕੌਮਾਂ ਦੇ ਕੋਲ ਆਪਣੀਆਂ ਡੈਕਲੇਰੇਸ਼ਨਸ ਹੁੰਦੀਆਂ ਨੇ, ਆਪਣੇ ਐਲਾਨਨਾਮੇ ਹੁੰਦੇ ਹਨ, ਉਹ ਕੌਮ ਸਵੱਛ ਤੌਰ ਤੇ, ਉਹ ਕੌਮ ਨਿਸ਼ਚੇ ਤੌਰ ਤੇ ਆਪਣੇ ਭਵਿੱਖ ਪ੍ਰਤੀ ਚਿੰਤਤ ਹੈ ਅਤੇ ਆਪਣਾ ਭਵਿੱਖ ਸਵਾਰ ਕੇ ਰਹਿੰਦੀ ਹੈ। ਬਸ ਇੰਨੇ ਹੀ ਲਫ਼ਜ਼ ਕਹਿੰਦਾ ਹਾਂ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮੁੱਚੇ ਸੇਵਾਦਾਰ, ਭਾਵੇਂ ਉਹ ਇਸ ਵਕਤ ਦੁਨੀਆ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋਣ, ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋਣ, ਸਾਨੂੰ ਸਾਰਿਆਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗੀ ਦ੍ਰਿੜਤਾ ਆਪਣੇ ਅੰਦਰ ਪੈਦਾ ਕਰਨੀ ਚਾਹੀਦੀ ਹੈ। ਜਿਹੜੀ ਡੂਬੀਅਸ ਕਰੈਕਟਰਸ ਨੇ ਉਹਨਾਂ ਨੂੰ ਪਛਾਣਨ ਦੀ ਲੋੜ ਹੈ ਅਤੇ ਜਿਹੜੀ ਅਨਵੇਵਰਿੰਗ ਪਰਸਨੈਲਿਟੀ ਹੈ ਉਸ ਨੂੰ ਵਿਦਨ ਯੋਰਸੈਲਫ ਡਿਵੈਲਪ ਕਰਨ ਦੀ ਲੋੜ ਹੈ। ਕਿਉਂਕਿ ਇਹ ਮੁਸ਼ਕਲਾਂ ਜਿਹੜੀਆਂ ਹਨ, ਇਹਨਾਂ ਮੁਸ਼ਕਲਾਂ ਦਾ ਨਾਂ ਹੀ ਇਨਕਲਾਬ ਹੈ। ਮੁਸ਼ਕਲਾਂ ਦੇ ਹੱਲ ਹੀ ਸਫਲਤਾਵਾਂ ਹਨ ਤੇ ਅਸੀਂ ਉਹ ਦਿਨ ਦੂਰ ਨਹੀਂ ਕਿ ਜਦੋਂ ਅਸੀਂ ਖਾਲਿਸਤਾਨ ਦੇ ਪਰਚਮ ਨੂੰ ਦੁਨੀਆ ਦੇ ਕੋਨੇ ਵਿੱਚ ਅਤੇ ਯੂਨਾਈਟਿਡ ਨੇਸ਼ਨ ਦੀ ਬਿਲਡਿੰਗ ਦੇ ਅੱਗੇ ਝੂਲਦਾ ਨਜ਼ਰ ਕਰਕੇ ਅਸੀਂ ਸਕੂਨ ਪ੍ਰਾਪਤ ਕਰਾਂਗੇ ਤੇ ਉਸ ਪਰਵਰਦਿਗਾਰ ਦਾ ਸ਼ੁਕਰਾਨਾ ਕਰਾਂਗੇ। ਜੀ ਬਹੁਤ ਬਹੁਤ ਧੰਨਵਾਦ ਸਰਦਾਰ ਸੁਖਮਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸਾਡੇ ਨਾਲ ਜੁੜਨ ਦੇ ਲਈ। ਔਰ ਉਮੀਦ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਅਸੀਂ ਆਪਣੇ ਦਰਸ਼ਕਾਂ ਦੇ, ਆਪਣੇ ਸਰੋਤਿਆਂ ਦੇ ਰੂਬਰੂ ਹੁੰਦੇ ਰਹਾਂਗੇ। ਤਦ ਤੱਕ ਲਈ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। किसी को राज ना दे है जो ले है निज बख्श ले है, खालिस्तान जिंदाबाद। ਇਹ ਸਨ ਜੀ ਸਰਦਾਰ ਸੁਖਮਿੰਦਰ ਸਿੰਘ ਜੀ ਹੰਸਰਾ, ਜਿਹੜੇ ਸਾਡੇ ਨਾਲ ਜੁੜੇ ਸੀ। ਔਰ ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੀਆਂ ਪੰਥਕ ਸ਼ਖਸੀਅਤਾਂ ਸਾਡੇ ਨਾਲ ਜੁੜੀਆਂ ਔਰ ਗੱਲਬਾਤ ਕਰਕੇ ਗਈਆਂ, ਉਹਨਾਂ ਨੂੰ ਜਿਹੜਾ ਅਸੀਂ ਆਪ ਜੀ ਦੇ ਰੂਬਰੂ ਅੱਜ ਵੀ ਕੀਤਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰਤਾ ਦੇ ਨਾਲ ਅਸੀਂ ਇਸ ਤਰ੍ਹਾਂ ਦੇ ਹੋਰ ਵੀ ਪ੍ਰੋਗਰਾਮ ਆਪ ਦੀ ਕਚਹਿਰੀ ਦੇ ਵਿੱਚ ਲੈ ਕੇ ਆਉਂਦੇ ਰਹਾਂਗੇ, ਤਾਂ ਕਿ ਸਾਡੀ ਜਿਹੜੀ ਕੌਮ ਹੈ ਉਹਨੂੰ ਪਤਾ ਲੱਗ ਸਕੇ ਕਿ ਕੌਮ ਦੇ ਵਿੱਚ ਕਿਹੜੀਆਂ ਨਵੀਆਂ ਘਟਨਾਵਾਂ, ਕਿਹੜੀਆਂ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਜਿਹੜੀਆਂ ਸਾਨੂੰ ਆਪਣੀ ਆਜ਼ਾਦੀ ਦੇ ਹੋਰ ਜਿਹੜਾ ਨੇੜੇ ਲਿਜਾ ਰਹੀਆਂ ਨੇ। ਸੋ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਹੋਰ ਇਸੇ ਤਰ੍ਹਾਂ ਦੇ ਨਵੇਂ ਪ੍ਰੋਗਰਾਮ
ਨਵੀਆਂ ਪੰਥਕ ਸ਼ਖਸੀਅਤਾਂ ਦੇ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।